ਹੁਣ ਵੀਰ ਜੀ ਉਹਨੇ ਨਿਸ਼ਾਨ ਸਾਹਿਬ ਦੀ ਕੀਤੀ ਹੈ ਨਰਾਦਰੀ, ਰੱਜ ਕੇ ਬੇਅਦਬੀ ਕੀਤੀ ਹੈ। ਗੱਲ ਵੀ ਅਸੀਂ ਕਿਦੋਂ ਉਹਨੇ ਨਿਸ਼ਾਨ ਸਾਹਿਬ ਦੇ ਚੋਲਾ ਚੜਾਉਣ ਗਏ, ਉੱਤੇ ਗੰਦੇ ਤੇਲ ਦੀਆਂ ਸ਼ੀਸ਼ੀਆਂ, ਗੰਦੇ ਪੋਚੇ ਲਾਉਣ ਵਾਲੇ ਪਏ ਸਮਾਨ, ਹੋਰ ਸਮਾਨ ਖਿਲਰਿਆ ਵੇਖਿਆ। ਬੇਅਦਬੀ ਤੇ ਇਹਨਾਂ ਨੇ ਕੀਤੀ ਹੋਈ ਆ। ਬਾਥਰੂਮ ਦੇ ਅੱਗੇ ਇਹਨਾਂ ਨਿਸ਼ਾਨ ਸਾਹਿਬ ਲਾਇਆ, ਗਟਰ ਦੇ ਉੱਪਰ ਇਹਨਾਂ ਨਿਸ਼ਾਨ ਸਾਹਿਬ ਲਾਇਆ। ਇਹਨਾਂ ਨੂੰ ਉਦੋਂ ਸੋਚਣਾ ਚਾਹੀਦਾ ਸੀ, ਨਿਸ਼ਾਨ ਸਾਹਿਬ ਲਾਉਣ ਲੱਗੇ ਪਹਿਲਾਂ ਇੱਕ ਲੱਗਾ ਹੋਇਆ ਹੈ, ਫਿਰ ਇਹਨਾਂ ਨੇ ਮੇਰੇ ਘਰ ਦੇ ਵਿੱਚ ਦੂਜਾ ਲਾਇਆ, ਕਿਉਂਕਿ ਇਹਨਾਂ ਨੂੰ ਪਤਾ ਸੀ ਮੈਂ ਕੇਸ ਜਿੱਤ ਚੁੱਕੀ ਹਾਂ। ਤੋਂ ਕ੍ਰਿਸਚਨ ਬਣ ਚੁੱਕੀ ਹੈ, ਹੁਣ ਕ੍ਰਿਸਚਨ ਧਰਮ ਦਾ ਪ੍ਰਚਾਰ ਕਰ ਰਹੀ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਖਲੋ ਕੇ, ਹਾਂ ਗੁਰਦੁਆਰੇ ਵਿੱਚ ਖੜ ਕੇ ਨਿਸ਼ਾਨ ਸਾਹਿਬ ਥੱਲੇ ਖੜ ਕੇ ਹਰੇ ਲਈਏ ਨਾਰੇ ਲਾਏ। ਉਹਦੀਆਂ ਕੁੜੀਆਂ ਨੇ ਗੱਲ ਕਹੀ ਵੀ ਧਰੋਣੇ ਖਤਮ ਮੰਤਰ ਪੜ੍ਹਨ ਲੱਗ ਗਈਆਂ, ਕਿਹੜੇ ਉਹਨਾਂ ਦਾ ਮੰਤਰ ਜੋ ਵੀ ਉਹਨਾਂ ਨਾਲ ਸ਼ਬਦ ਹੈ ਕ੍ਰਿਸਚਨ ਧਰਮ ਦਾ ਉਹ ਪੜ੍ਹਨ ਲੱਗ ਗਈਆਂ ਕੁੜੀਆਂ ਵੀ, ਹੁਣੇ ਖਤਮ ਕਰ ਦਿੰਗੀਆਂ, ਅੰਨ੍ਹਿਆਂ ਕਰ ਦਿੰਗੀਆਂ, ਹੁਣੇ ਬੜਾ ਕੁਝ ਕੀਤਾ ਉਹਨਾਂ। ਬੇਟੀ ਪ੍ਰਾਰਥਨਾ ਕਰ ਰਹੀ ਸੀ, ਜਦੋਂ ਪ੍ਰਾਰਥਨਾ ਕਰਦੇ ਆ ਉਹ ਉੱਚੀ ਉੱਚੀ ਪ੍ਰਾਰਥਨਾ ਕਰਦੇ ਆ, ਇਹ ਆਪਣਾ ਜੋ ਮਰਜ਼ੀ ਕਰੀ ਜਾਣ। ਅਸੀਂ ਇਹਨਾਂ ਤੇ ਕਦੀ ਕੋਈ ਇਲਜ਼ਾਮ ਤਾਂ ਨਹੀਂ ਲਾਇਆ ਕਿ ਤੁਸੀਂ ਉੱਚੀ ਪਾਠ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ, ਅਸੀਂ ਤਾਂ ਨਹੀਂ ਕੁਝ ਕਿਹਾ ਕਦੀ ਇਹਨਾਂ ਤੇ। ਜੇ ਉਹ ਮੇਰਾ ਬੱਚਾ ਪ੍ਰਾਰਥਨਾ ਕਰ ਰਿਹਾ ਸੀ ਤੇ ਪ੍ਰਾਰਥਨਾ ਦੇ ਵਿੱਚ ਜੇ ਉਹਨੇ ਹਾਲੇਲੂਇਆ ਬੋਲਿਆ ਤਾਂ ਉਹਦੇ ਚ ਕੀ ਹੋਇਆ? ਦੋ ਗ੍ਰੰਥੀ ਰੱਖੇ ਨੇ ਉਹਨਾਂ, ਇੱਕ ਸਵੇਰੇ ਆਉਂਦਾ, ਇੱਕ ਸ਼ਾਮ ਨੂੰ ਸੇਵਾ ਕਰਨ ਆਉਂਦਾ, ਫਿਰ ਉਹ ਸੇਵਾ ਕਰਕੇ ਚਲੇ ਜਾਂਦੇ। ਉਦੋਂ ਬਾਅਦ ਜੰਦਰਾ ਸੇਵਾ ਕਰਕੇ ਜਾਂਦੇ, ਉਹ ਇਹ ਨਹੀਂ ਦੇਖਦੇ ਵੀ ਨਿਸ਼ਾਨ ਸਾਹਿਬ ਦੇ ਹੇਠ ਗੰਦ ਵੱਜਿਆ ਹੋਇਆ। ਕ੍ਰਿਸਚਨ ਧਰਮ ਦੇ ਪ੍ਰਚਾਰ ਦਾ ਪੂਰਾ ਅੱਡਾ ਬਣਾ ਲਿਆ ਔਰ ਮੇਰੇ ਕੋਲ ਕੋਈ ਸਿੱਖ ਪਰਿਵਾਰ ਆਏ ਆ, ਜਿੰਨੇ ਸਿੱਖ ਪਰਿਵਾਰਾਂ ਦੇ ਵਿੱਚ ਆਹ ਦੇਖੋ ਜੀ, ਆਹ ਪਰਚੇ ਉਹਨਾਂ ਨੇ 25 ਦਸੰਬਰ ਦਾ ਜਿਹੜਾ ਇਹਨਾਂ ਦਾ ਵੱਡਾ ਦਿਨ ਮਨਾਉਂਦੇ ਨੇ, ਉਹ ਉੱਥੋਂ ਦੀ ਇਨਵੀਟੇਸ਼ਨ ਦੇ ਕੇ ਆਈਆਂ ਸਿੱਖ ਪਰਿਵਾਰਾਂ ਨੂੰ। ਗੁਰਦੁਆਰੇ ਦੀ ਰਿਹਾਇਸ਼ ਨਹੀਂ ਹੈ, ਇਹ ਵਕਫ ਬੋਰਡ ਦੀ ਮਸੀਤ ਹੈ, ਵਕਫ ਬੋਰਡ ਦੀ ਜਗ੍ਹਾ ਆ, ਵਕਫ ਬੋਰਡ ਦੀ ਮਾਲਕ ਹੈ, ਵਕਫ ਬੋਰਡ ਨੇ ਮੈਨੂੰ ਲੀਜ਼ ਤੇ ਦਿੱਤੀ ਹੈ। ਪਿੱਛੇ ਵੀ ਵਕਫ ਬੋਰਡ ਦੀ ਜਗ੍ਹਾ ਹੈ, ਨਾਲ ਦੀ ਵੀ ਵਕਫ ਬੋਰਡ ਦੀ ਜਗ੍ਹਾ ਹੈ, ਦੁਕਾਨਾਂ ਵੀ ਵਕਫ ਬੋਰਡ ਦੀਆਂ, ਇੱਧਰ ਵੀ ਦੁਕਾਨਾਂ ਵਕਫ ਬੋਰਡ ਦੀਆਂ, ਸਾਰੀਆਂ ਵਕਫ ਬੋਰਡ ਦੀਆਂ। ਉਹ ਤਾਂਤਰਕ ਦੇ ਅਸੀਂ ਦਰਖਾਸਤ ਦਿੱਤੀ ਐਸਐਸਪੀ ਨੂੰ, ਤੇ ਚੁੱਕ ਕੇ ਲਿਆਂਦਾ ਥਾਣੇ ਤੇ। ਇੱਥੇ ਉਹਨੇ ਮਾਫੀ ਮੰਗੀ, ਲੀਕਾਂ ਕੱਢੀਆਂ, ਪਰਚਾ ਦਰਜ ਹੁੰਦਾ ਸੀ ਸਾਰੇ ਤੇ। ਉਹ ਔਰਤ ਦਾ ਨਿੱਕਾ ਬੱਚਾ ਹੈ, ਕਹਿੰਦੇ ਵੀ ਬੱਚਾ ਛੋਟਾ ਹੈ, ਰੁੱਲ ਜੂਗਾ, ਪਰਚਾ ਨਾ ਕਰਾਓ, ਮਾਫੀ ਮੰਗਣੀ ਹੈ। ਕੋਈ ਬੇਅਦਬੀ ਨਹੀਂ ਹੋ ਰਹੀ, ਸਾਰਾ ਕੁਝ ਝੂਠ ਬੋਲ ਰਹੇ ਆ, ਕੋਈ ਬੇਅਦਬੀ ਨਹੀਂ ਹੋ ਰਹੀ। ਮੈਂ ਗ੍ਰੰਥੀ ਦੀ ਕੁੜੀ ਵੀ ਸੀ, ਕੱਲੀ ਗ੍ਰੰਥੀ ਦੀ ਨੌਂ ਨਹੀਂ ਸੀ ਮੈਂ। ਤੁਹਾਡੇ ਮਤਲਬ ਕਿ ਪੇਕੇ ਪਰਿਵਾਰ? ਹਾਂ, ਮੇਰੇ ਪੇਕੇ ਪਰਿਵਾਰ ਵੀ ਗ੍ਰੰਥੀ ਸੀ। ਪ੍ਰਸ਼ਾਦ ਦੀ ਇਹਨਾਂ ਨੇ ਐਡੀ ਥਾਲੀ ਭਰੀ, ਇੱਥੇ ਗੇਟ ਦੇ ਅੱਗੇ ਢੇਰੀ ਲਾਤੀ। ਮੈਂ ਇਹਨਾਂ ਨੂੰ ਬੋਲਿਆ ਗੁਰਪੁਰਬ ਵਾਲੇ ਦਿਨ ਕਿ ਤੁਸੀਂ ਬੇਅਦਬੀ ਕਰ ਰਹੇ ਹੋ, ਕਿਉਂ ਕਰ ਰਹੇ ਹੋ ਬੇਅਦਬੀ? ਠੀਕ ਹੈ ਮੈਂ ਕ੍ਰਿਸਚਨ ਆ, ਪਰ ਬੇਅਦਬੀ ਹੁੰਦੀ ਦੇਖੂੰਗੀ ਤਾਂ ਫਿਰ ਤੇ ਬੋਲੂੰਗੀ। ਸ਼੍ਰੋਮਣੀ ਕਮੇਟੀ ਵਾਲੇ ਡਾਂਗਾ ਲੈ ਕੇ ਆ ਜਾਂਦੇ ਨੇ, 13 ਚ ਵੀ ਸਾਨੂੰ ਮਾਰਿਆ। ਹੁਣ ਵੀ ਮੈਂ ਇੱਕ ਦਿਨ ਕਿਹਾ ਤੁਸੀਂ ਗੇਟ ਆਪਣਾ ਕੱਢ ਲਓ, ਤੇ ਬੰਦੇ ਲੈ ਕੇ 15-20 ਤੇ ਇੱਥੇ ਆ ਕੇ ਅੰਦਰ ਬਿਠਾ ਦਿੱਤੇ। ਉਹ ਜੋ ਮਰਜ਼ੀ ਬੋਲੀ ਜਾਣ, ਮੈਂ ਤੇ ਕਦੀ ਪੋਚਾ ਲਾਇਆ ਵੀ ਨਹੀਂ। ਸਾਡੀ ਕੰਮ ਵਾਲੀ ਕੰਮ ਕਰਦੀ ਆ, ਕੰਮ ਕਰਕੇ ਉਹ ਪੋਚਾ ਪੌੜੀ ਤੇ ਟੰਗ ਕੇ ਜਾਂਦੀ ਆ, ਉਹ ਪੋਚਾ ਅਸੀਂ ਕਿਉਂ ਰੱਖਾਂਗੇ ਨਿਸ਼ਾਨ ਸਾਹਿਬ ਤੇ? ਪੰਜਾਬ ਗੁਰੂਆਂ ਪੀਰਾਂ ਮਹਾਰਾਜਾਂ ਦੀ ਧਰਤੀ ਹੈ, ਤਾਂ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਡੇਰਾਵਾਦ ਗੁਰੂਡਮ ਹੈ ਉਹ ਸਿੱਖੀ ਦੇ ਨਾਲ ਕਈ ਥਾਂ ਤੇ ਜਿਹੜਾ ਹੈਗਾ ਉਹ ਵਿਵਾਦ ਪੈਦਾ ਕਰਦਾ ਰਹਿੰਦਾ। ਸਿੱਖ ਰੌਰੀਤਾਂ ਦੇ ਬਾਰੇ, ਸਿੱਖ ਮਰਿਆਦਾ ਦੇ ਬਾਰੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ। ਤਾਂ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦਾ ਮਾਮਲਾ ਜਿਹੜਾ ਕਿ ਪੰਜਾਬ ਦੇ ਵਿੱਚ ਨਕਲੀ ਈਸਾਈ ਜਿਹੜੇ ਆ ਉਹ ਬੜੇ ਹਾਵੀ ਹੋ ਰਹੇ ਆ, ਬੜੇ ਐਕਟਿਵ ਹੋ ਰਹੇ ਆ। ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਹੋਇਆ, ਔਰ ਇਹ ਮਾਮਲਾ ਈਸਾਈਆਂ ਦੇ ਕੁਝ ਜਿਹੜੇ ਸੀਨੀਅਰ ਆਗੂ ਨੇ ਜਾਂ ਇਹਨਾਂ ਦੇ ਬਿਸ਼ਪ ਹੈਗੇ ਆ ਉਹਨਾਂ ਕੋਲ ਵੀ ਪਹੁੰਚਿਆ। ਉਹਨਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੁਲਾਕਾਤ ਕੀਤੀ, ਜਥੇਦਾਰਾਂ ਨਾਲ ਅਕਾਲ ਤਖਤ ਸਾਹਿਬ ਮੁਲਾਕਾਤ ਕੀਤੀ। ਉਹਨਾਂ ਕਿਹਾ ਵੀ ਪੰਜਾਬ 'ਚ ਨਕਲੀ ਈਸਾਈ ਹਾਵੀ ਹੋ ਗਿਆ। ਅੱਜ ਅਸੀਂ ਫਿਰੋਜ਼ਪੁਰ ਪਹੁੰਚੇ ਹੋਏ ਹਾਂ। ਇੱਥੇ ਆਉਣ ਦਾ ਕਾਰਨ ਜਿਹੜਾ ਇਹ ਬਣਿਆ ਕਿ ਫਿਰੋਜ਼ਪੁਰ ਕੈਂਟ ਦੇ ਜਿਹੜੇ ਥਾਣੇ ਦੇ ਬਾਹਰ ਅਸੀਂ ਇਸ ਵਕਤ ਮੌਜੂਦ ਹਾਂ। ਫਿਰੋਜ਼ਪੁਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਹੀ ਗ੍ਰੰਥੀ ਸਿੰਘ ਦੀ ਰਿਹਾਇਸ਼ ਬਣੀ ਹੋਈ ਸੀ, ਜਿਹਦੇ ਵਿੱਚ ਇਸ ਵਕਤ ਇੱਕ ਅਜਿਹੀ ਔਰਤ ਦਾ ਕਬਜ਼ਾ ਹੈ ਜਿਹੜੀ ਕਿ ਖੁਦ ਪੰਜਾਬ ਦੇ ਵਿੱਚ ਐਕਟਿਵ ਹੋ ਰਹੇ ਈਸਾਈ ਜਿਹੜਾ ਕਲਚਰ ਹੈ ਉਹਨਾਂ ਦੀ ਪ੍ਰਚਾਰਕ ਆਪਣੇ ਆਪ ਨੂੰ ਸਦਾਉਂਦੀ ਹੈ। ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਜਿਹੜਾ ਚੋਲਾ ਸਾਹਿਬ ਹੈ ਉਹ 5 ਸਾਲ ਤੋਂ ਉੱਤੇ ਸਮਾਂ ਲੰਘ ਗਿਆ ਸੀਗਾ, ਉਹਦੀ ਬੇਅਦਬੀ ਹੋ ਰਹੀ ਸੀ। ਚੋਲਾ ਸਾਹਿਬ ਮਸਤਾਨਾ ਹੋ ਗਿਆ ਸੀ, ਪਟ ਗਿਆ ਸੀ, ਭਾਵ ਉਹ ਬਦਲਿਆ ਗਿਆ। ਸਾਡੇ ਨਾਲ ਸਤਿਕਾਰ ਕਮੇਟੀ ਦੇ ਆਗੂ ਮੌਜੂਦ ਨੇ। ਆਖਿਰ ਕਿਸ ਤਰ੍ਹਾਂ ਗੁਰਦੁਆਰੇ ਦੇ ਉੱਤੇ ਕੀ ਪੰਜਾਬ ਦੇ ਵਿੱਚ ਹਾਵੀ ਹੋ ਰਹੇ ਈਸਾਈਆਂ ਦਾ ਕਬਜ਼ਾ ਹੈਗਾ, ਜਾਂ ਕੋਈ ਹੋਰ ਈਸਾਈ ਬਣ ਗਿਆ, ਜਾਂ ਉਹ ਜਿਹੜੇ ਧਰਮ ਪਰਿਵਰਤਨ ਕਰ ਰਹੇ ਨੇ, ਮਾਮਲਾ ਕੀ ਹੈ? ਸਾਰੀ ਗੱਲਬਾਤ ਇਹਨਾਂ ਦੇ ਮੂੰਹੋਂ ਸੁਣਾਂਗੇ। ਕੁਝ ਵੀਡੀਓ ਵਾਇਰਲ ਹੋਈ ਸੀ, ਅਸੀਂ ਉਹ ਵੀ ਗੱਲਬਾਤ ਇਹਨਾਂ ਨਾਲ ਕਰਾਂਗੇ। ਸਵਾਗਤ ਹੈ ਜੀ ਸਭ ਦਾ ਪੰਜਾਬ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਖਵੀਰ ਸਿੰਘ ਜੀ ਤੁਸੀਂ ਦੱਸੋ, ਕਿਉਂਕਿ ਪੰਜਾਬ ਦੇ ਵਿੱਚ ਨਾ ਲਗਾਤਾਰ ਡੇਰਾਵਾਦ ਜਿਹੜਾ ਸਿੱਖਾਂ ਦੇ ਡੇਰਾਵਾਦ ਦੇ ਵਿੱਚ ਆਪਸੀ ਟਕਰਾਓ ਚੱਲਦਾ ਰਹਿੰਦਾ, ਪਰ ਪਿਛਲੇ ਕੁਝ ਮਹੀਨਿਆਂ ਤੋਂ ਈਸਾਈਅਤ ਜਿਹੜੀ ਪੰਜਾਬ ਦੇ ਵਿੱਚ ਕੁਝ ਨਕਲੀ ਈਸਾਈ, ਜਥੇਦਾਰ ਹਰਪ੍ਰੀਤ ਸਿੰਘ ਨੇ ਵੀ ਕਿਹਾ, ਈਸਾਈਆਂ ਦੇ ਆਗੂਆਂ ਨੇ ਕਿਹਾ ਵੀ ਪੰਜਾਬ 'ਚ ਨਕਲੀ ਈਸਾਈ ਆ ਭਾਈ, ਅਸਲੀ ਹੋ ਰਿਹਾ ਸੀ ਜਿਹੜੇ ਆ ਛੂਹ ਮੰਤਰ ਵਾਲੇ ਆ, ਟੂਣੇ ਟੱਪੇ ਵਾਲੇ ਨਕਲੀ ਆ। ਤਾਂ ਤੁਹਾਡੇ ਸ਼ਹਿਰ ਦਾ ਰੌਲਾ ਕੀ ਆ, ਤੁਹਾਨੂੰ ਅੱਜ ਪੁਲਿਸ ਦੇ ਅੱਗੇ ਇਕੱਠੇ ਹੋ ਕੇ ਮੰਗ ਪੱਤਰ ਦੇਣਾ ਪਿਆ ਹੈਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਮਸਲਾ ਸਾਡਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਛਾਉਣੀ ਵਿੱਚ ਬਣਿਆ ਹੋਇਆ ਹੈ ਜੀ, 1962 ਤੇ ਬਣਿਆ ਹੋਇਆ ਹੈ। ਅੱਛਾ।
ਤੇ ਇੱਕ ਗ੍ਰੰਥੀ ਸੇਵਾ ਕਰਦਾ ਸੀ ਸੂਰਤ ਸਿੰਘ ਸਾਜਨ। ਉਹ ਬਜ਼ੁਰਗ ਹੋ ਗਿਆ ਤੇ ਉਸ ਦੀ ਨੌਂ ਇੱਥੇ ਨਾ ਰਹਿੰਦੀ ਸੀ। ਉਹਨੇ ਤਾਂਤਰਿਕ ਬਾਬੇ ਲਿਆ ਕੇ ਸਾਈ ਧਰਮ ਦੇ ਤੇ ਗੁਰੂ ਘਰ 'ਚ ਤੇ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ। 1962 ਦਾ ਗੁਰਦੁਆਰਾ ਸਾਹਿਬ ਬਣਿਆ ਸੀ 1962 'ਚ ਬਣਿਆ ਤੇ ਰੌਲਾ ਉਦੋਂ ਪੂਰਨ ਤੌਰ ਤੇ ਗੁਰਮਰਿਆਦਾ ਚੱਲਦੀ ਸੀ। ਹਾਂ, ਗੁਰਮਰਜ਼ਾਦਾ ਚੱਲਦੀ ਸੀਗੀ। ਤਾਂ ਜਿਹੜਾ ਹੁਣ ਇਹ ਹੋ ਰਿਹਾ, 2012 ਤਾਂ ਤੁਸੀਂ ਇਹ ਦੱਸੋ ਉੱਥੇ ਗਲਤ ਕੀ ਹੋ ਰਿਹਾ? ਸਭ ਤੋਂ ਪਹਿਲਾਂ ਉੱਥੋਂ ਗੱਲ ਉੱਥੇ ਨਾ 2012 'ਚ ਸਾਡੇ ਕੋਲ ਸ਼ਿਕਾਇਤ ਪਹੁੰਚੀ, ਗ੍ਰੰਥੀ ਸੂਰਤ ਸਿੰਘ ਸਾਜਨ ਲੈ ਕੇ ਆਇਆ। ਭਾਈ ਅਮਰੀਕ ਸਿੰਘ ਸਾਡਾ ਪ੍ਰੈਸ ਸਕੱਤਰ ਸੀ ਜਥੇਬੰਦੀ ਦਾ, ਇਹਦੇ ਕੋਲ ਵੀ ਭਾਈ ਇੱਥੇ ਮੇਰੀ ਨੌਂ ਇੱਕ ਗੁਰੂ ਘਰ 'ਚ ਤਾਂਤਰਿਕ ਮੰਤਰ ਕਰਦੀ ਹੈ ਤੇ ਗਲਤ ਗੁਰੂ ਘਰ 'ਚ ਮਰਜ਼ਾਦਾ ਭੰਗ ਕਰਦੀ ਹੈ। ਗ੍ਰੰਥੀ ਦੀ ਨੌਂ ਹੀ? ਗ੍ਰੰਥੀ ਨੌਂ। ਅੱਛਾ। ਉਹ ਤਾਂਤਰਿਕ ਦੇ ਅਸੀਂ ਦਰਖਾਸਤ ਦਿੱਤੀ ਐਸਐਸਪੀ ਨੂੰ ਤੇ ਚੁੱਕ ਕੇ ਲਿਆਂਦਾ ਥਾਣੇ ਤੇ। ਇੱਥੇ ਉਹਨੇ ਮਾਫੀ ਮੰਗੀ, ਲੀਕਾਂ ਕੱਢੀਆਂ, ਪਰਚਾ ਦਰਜ ਹੁੰਦਾ ਸੀ ਸਾਰੇ। ਤੇ ਉਹ ਔਰਤ ਦਾ ਨਿੱਕਾ ਬੱਚਾ ਸੀ, ਕਹਿੰਦੇ ਵੀ ਇਹਦਾ ਬੱਚਾ ਛੋਟਾ ਰੁੱਲ ਜੂਗਾ, ਪਰਚਾ ਨਾ ਕਰਾਓ, ਮਾਫੀ ਮੰਗਦੀਆਂ ਤੇ ਮੈਂ ਗੁਰੂ ਘਰ ਖਾਲੀ ਕਰ ਦਿਆਂਗੀ। ਉਹਦਾ ਕਿਹੜਾ ਘਰਾਂ ਵਾਲਾ ਉਹ ਬਾਹਰ ਸੀਗਾ, ਉਹ ਆਪਣੇ ਬਾਹਰ ਆਸਟ੍ਰੇਲੀਆ ਸੀਗਾ। ਤੇ ਉਸ ਤੋਂ ਬਾਅਦ ਵਿੱਚ ਉਹਨੇ ਇੱਥੇ ਜਿਹੜਾ ਗ੍ਰੰਥੀ ਦੇ ਨਹੀਂ ਮਸਲਾ ਸੂਤਰ ਆਇਆ ਤਾਂ ਗ੍ਰੰਥੀ ਨੇ ਲਿਖ ਕੇ ਨਾ ਸਿੱਖ ਜਥੇਬੰਦੀ ਨੂੰ ਅਸਤੀਫਾ ਦੇ ਦਿੱਤਾ ਵੀ ਮੈਂ ਗੁਰੂ ਘਰ ਦੀ ਸੇਵਾ ਨਹੀਂ ਕਰ ਸਕਦਾ। ਮੈਂ ਤੇ ਕਿਹੜਾ ਪ੍ਰਬੰਧ ਸਿੱਖ ਜਥੇਬੰਦੀਆਂ ਲੈ ਲਿਆ। ਸਿੱਖ ਜਥੇਬੰਦੀਆਂ ਦੇ ਬਾਅਦ ਸ਼੍ਰੋਮਣੀ ਕਮੇਟੀ ਕੋਲ ਕੇਸ ਗਿਆ। ਸ਼੍ਰੋਮਣੀ ਕਮੇਟੀ ਪਹੁੰਚੀ ਇੱਥੇ ਤੇ ਕਹਿੰਦੇ ਸੇਵਾ ਅਸੀਂ ਕਰਾਂਗੇ। ਸਾਡੇ ਇੱਥੇ ਵਜੀਦਪੁਰ ਸਾਹਿਬ ਕਿਹੜੇ ਸਾਲ ਦੀ ਗੱਲ ਹੈ ਇਹ? 2012 ਦੀ ਗੱਲ। ਅੱਜ ਤੋਂ 10 ਸਾਲ ਪਹਿਲਾਂ ਆਪਾਂ ਥੋੜਾ ਵਿਸਤਾਰ ਕਰ ਲਈਏ। ਕੀ ਨਾਮ ਸੀ ਗ੍ਰੰਥੀ ਸਿੰਘ ਦਾ? ਸੂਰਤ ਸਿੰਘ ਸਾਜਨ। ਸੂਰਤ ਸਿੰਘ ਸਾਜਨ 1962 ਤੋਂ ਲਗਾਤਾਰ ਇੱਥੇ ਸੀ। ਉਦੋਂ ਬਾਅਦ ਪਹਿਲਾਂ ਸੇਵਾ 1962 'ਚ ਗੁਰਦੁਆਰਾ ਬਣਿਆ ਸੀ ਗ੍ਰੰਥੀ, ਥੋੜਾ ਬਾਅਦ 'ਚ ਆ ਗਿਆ। ਕੋਈ ਹੋਰ ਸੀ ਤਾਂ ਸਾਜਨ ਗੁਰਮੀਤ ਸਿੰਘ, ਸੂਰਤ ਸਿੰਘ ਸਾਜਨ, ਉਹਨਾਂ ਦਾ ਬੇਟਾ ਤੇ ਉਹਨਾਂ ਦੀ ਨੌਂ, ਸਾਰਾ ਪਰਿਵਾਰ ਉਹਨਾਂ ਦਾ ਉੱਥੇ ਰਹਿੰਦਾ ਸੀ। ਸਾਰੇ ਇੱਥੇ ਰਹਿ ਰਹੇ ਸੀ। ਪਰ ਬੇਟਾ ਆ ਕਿਹੜਾ ਬੇਟਾ ਬਾਹਰ ਚਲਾ ਗਿਆ, ਇੱਕ ਬੇਟਾ ਵਿਦੇਸ਼ ਚਲਾ ਗਿਆ, ਨੌਂ ਉਹਨਾਂ ਦੀ ਟੂਣੇ ਟੱਪੇ ਕਰਨ ਲੱਗ ਪਈ। ਹਾਂ, ਰਹਿਣ ਲੱਗ ਗਈ। ਅੱਛਾ। ਤੇ ਉਹ ਤਾਂਤਰਿਕ ਦੇ ਕਹਿਣ ਤੇ ਕਦੋਂ ਗਲਤ ਕੰਮ ਕਰਿਆ ਤੇ ਗੁਰਦੁਆਰਾ ਉਹਨੇ ਸੇਵਾ ਉਹਨੂੰ ਅਸਤੀਫਾ ਦੇ ਦਿੱਤਾ। ਠੀਕ ਹੈ ਜੀ। ਐਫਆਈਆਰ ਤੇ ਲਿਖ ਕੇ ਜਥੇਬੰਦੀ ਨੂੰ ਅਸਤੀਫਾ ਦੇ ਦਿੱਤਾ ਉਹਨੇ। ਠੀਕ ਹੈ। ਤੇ ਉਹ ਫਿਰ ਇਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਨੂੰ ਜਥੇਬੰਦੀਆਂ ਨੇ ਲਿਖ ਕੇ ਮਤਾ ਪਾ ਕੇ ਸਾਰਾ ਰਜਿਸਟਰਡ ਤੇ ਆਪਦੀ ਤੇ ਉਹ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤਾ। ਉਹ ਕੱਢ ਦੇ ਸ਼੍ਰੋਮਣੀ ਕਮੇਟੀ ਨੇ ਪ੍ਰਬੰਧ ਦੇ ਦਿੱਤਾ। ਸ਼੍ਰੋਮਣੀ ਕਮੇਟੀ ਨੇ ਸੇਵਾ ਕਰਦੇ ਰਹੇ। ਪਰ ਉਹ ਔਰਤਾਂ ਕਦੋਂ ਇੱਥੇ ਉਸ ਟਾਈਮ ਅਕਾਲੀ ਸਰਕਾਰ ਸੀਗੀ ਤੇ ਸਹੀ ਤਰੀਕੇ ਨਾਲ ਅਕਾਲੀ ਸਰਕਾਰ ਦੇ ਦਬਾਅ ਤੇ ਉਹ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਹੋਈ। ਅੱਛਾ। ਤਾਂ 2012 ਦੇ ਵਿੱਚ ਜਿਹੜਾ ਗੁਰਦੁਆਰਾ ਬਾਬਾ ਦੀਪ ਸਿੰਘ ਫਿਰੋਜ਼ਪੁਰ ਕੈਂਟ ਸੀ, ਉਹ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਸੰਗਤਾਂ ਨੇ ਸੌਂਪਦਾ ਵੀ ਤੁਸੀਂ ਸਾਂਭ ਸੰਭਾਲ 2013 ਦੇ ਵਿੱਚ ਉਹ ਲਿਖਤਾ 2013 ਦੇ ਵਿੱਚ ਉਹ ਵੀ ਲਿਖਤ ਹੈ ਸਾਡੇ ਕੋਲ। ਇਹ ਜਿਹੜੀ ਪਹਿਲੀ ਲਿਖਤ ਹੈ ਇਹ ਜਦੋਂ ਅਸੀਂ ਤਾਂਤਰਿਕ ਪਕੜਿਆ ਸੀਗਾ ਇੱਥੇ ਥਾਣੇ ਦੇ ਵਿੱਚ ਲਿਆਏ ਸੀਗੇ। ਫਿਰ ਉਹ ਸੰਗਤਾਂ ਦੇ ਕਹਿਣ ਦਿੱਤੇ ਵਿੱਚ ਇਸ ਔਰਤ ਨੂੰ 2 ਮਹੀਨੇ ਦਾ ਟਾਈਮ ਦੇ ਦਿੱਤਾ ਸੀਗਾ। ਔਰ ਉਹ ਜਿਹੜਾ ਤਾਂਤਰਿਕ ਦੇਖੋ, ਇੱਕ ਤਾਂ ਸੂਰਤ ਸਿੰਘ ਸਾਜਨ ਹਾਂਜੀ ਦਾ ਬੇਟਾ ਵਿਦੇਸ਼ ਸੀ, ਨੌਂ ਦੀ ਤਾਂਤਰਿਕ ਦਾ ਕੰਮ ਕਰਦੀ ਸੀ ਜਾਂ ਕੋਈ ਹੋਰ ਕਰਦਾ? ਉਹਦੇ ਨਾਲ ਇੱਕ ਬੰਦਾ ਹੁੰਦਾ ਸੀ, ਸੁਖਚੈਨ ਸਿੰਘ। ਉਹ ਪਰਿਵਾਰ ਚੋਂ ਸੀ? ਨਹੀਂ, ਅਲੱਗ ਸੀਗਾ ਪਰਿਵਾਰ ਤੋਂ, ਗੈਰ ਕੋਈ ਬੰਦਾ ਸੀ? ਗੈਰ ਬੰਦਾ ਹੁੰਦਾ ਸੀ। ਸ਼ਿਕਾਇਤ ਆਈ ਸੂਰਤ ਸਿੰਘ ਸਾਜਨ ਨੇ ਆਪ ਹੀ ਕੀਤੀ, ਗੁਰਦੁਆਰਾ ਸਾਹਿਬ ਨਜਾਇਜ਼ ਕੰਮ ਗਲਤ ਹੋ ਰਿਹਾ ਤੇ ਤੁਸੀਂ ਆ ਕੇ ਦੇਖੋ। ਬਾਅਦ ਤੁਸੀਂ ਗ੍ਰੰਥੀ ਸਿੰਘ ਨੂੰ ਵੀ ਪਕੜੋਗੇ। ਠੀਕ ਹੈ। ਅਸੀਂ ਫਿਰ ਉਦੋਂ ਜਦੋਂ ਅਸੀਂ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਗਈਆਂ ਤੇ ਉਦੋਂ ਤਾਂ ਉਹ ਮੌਕੇ ਤੋਂ ਨਿਕਲ ਗਿਆ ਸਾਡੇ ਕੋਲ। ਜਿਹੜਾ ਤਾਂਤਰਿਕ ਸੀਗਾ ਸੁਖਚੈਨ ਇੱਛੇ ਵਾਲੇ ਪਿੰਡ ਦਾ ਸੀਗਾ, ਇੱਛੇ ਵਾਲਾ ਪਿੰਡ। ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਹੈਗਾ ਕੈਂਟ ਥਾਣੇ ਸ਼ਿਕਾਇਤ ਕੀਤੀ। ਫਿਰ ਉਸ ਤੋਂ ਬਾਅਦ ਪੁਲਿਸ ਨੇ ਉਹਨੂੰ ਪਕੜ ਕੇ ਲਿਆਂਦਾ। ਉਦੋਂ ਕਾਰਵਾਈ ਪੁਲਿਸ ਕਰਨ ਲੱਗੀ ਸੀ, ਲੇਕਿਨ ਗੱਲ ਐਦਾਂ ਹੋ ਗਈ ਕਿ ਬੱਚਾ ਛੋਟਾ ਸੀ, ਕੁਲਦੀਪ ਕੌਰ ਦਾ ਨਾਮ ਵਿੱਚੇ ਆ ਰਿਹਾ ਸੀਗਾ। ਤੇ ਜਿਹੜੀ ਸੂਰਤ ਸਿੰਘ ਸਾਜਨ ਦੀ ਨੌਂ ਦਾ ਨਾਮ ਕੁਲਦੀਪ ਕੌਰ ਹੈ। ਠੀਕ ਹੈ। ਔਰ ਇਹ ਬੱਚਾ ਛੋਟਾ ਹੋਣ ਕਰਕੇ ਔਰ ਇਸ ਦਾ ਪਤੀ ਜਿਹੜਾ ਵਿਦੇਸ਼ ਦੇ ਵਿੱਚ ਕੀਰਤਨ ਕਰਨ ਗਿਆ ਹੋਇਆ ਸੀਗਾ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਫਿਰ ਪਤੀ ਹੁਣ ਵੀ ਵਿਦੇਸ਼ 'ਚ ਜਾਂ ਇੱਥੇ ਆ ਗਿਆ? ਵਿਦੇਸ਼ 'ਚ ਹੀ ਆ ਜੇ, ਸਾਨੂੰ ਵੈਸੇ ਪਤਾ ਨਹੀਂ, ਵਿਦੇਸ਼ ਦੇ ਵਿੱਚ ਹੀ ਆ, ਇੱਥੇ ਆਇਆ ਨਹੀਂ ਅਸੀਂ ਦੇਖਿਆ ਉਹਨੂੰ ਕਦੀ। ਲੇਕਿਨ ਉਹ ਕੀਰਤਨ ਕਰਦਾ ਹੈ ਗੁਰੂ ਘਰ ਦੇ ਵਿੱਚ, ਕੀਰਤਨ ਕਰਕੇ ਉਹ ਜਿਹੜੀ ਮਤਲਬ ਆਪਦਾ ਸਾਰਾ ਗੁਜ਼ਾਰਾ ਕਰਦਾ ਹੈ ਵਧੀਆ। 2012 ਦਾ ਮਾਮਲਾ ਸੀ। 13 ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਸੀ। 2013 ਵਿੱਚ ਸ਼੍ਰੋਮਣੀ ਕਮੇਟੀ ਦਾ ਜਿਹੜਾ ਜੋ ਇਨਕੁਆਇਰੀ ਕਮੇਟੀ ਇੱਥੇ ਆਈ ਸੀਗੀ, ਉਹਨਾਂ ਨੇ ਦੇਖਿਆ ਬਾਜ਼ਾਰ ਦੇ ਵਿੱਚ ਜਗ੍ਹਾ ਹੈ, ਅੱਛੀ ਜਗ੍ਹਾ ਹੈ, ਵਧੀਆ। ਉਹ ਕਹਿੰਦੇ ਸੀ ਵੀ ਸਾਡਾ ਠਹਿਰਾਓ ਬਣ ਜਾਏਗਾ ਇੱਥੇ, ਪ੍ਰਚਾਰਕ ਆਉਣਗੇ ਇੱਥੇ ਰੋਕ ਕੇ ਫਿਰ ਜਾਮਨੀ ਸਾਹਿਬ ਗੁਰਦੁਆਰਾ ਚਲੇ ਜਾਇਆ ਕਰਨਗੇ, ਕੋਈ ਬੱਸ ਅੱਡਾ ਬਿਲਕੁਲ ਨੇੜੇ ਹੈ ਤੋਂ। ਉਸ ਤੋਂ ਬਾਅਦ ਫਿਰ ਉਹਨਾਂ ਨੇ ਪ੍ਰਬੰਧ ਸਾਡੇ ਤੋਂ ਲੈ ਲਿਆ। ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਵਧੀਆ ਗੁਰਦੁਆਰਾ ਬਣਾਵਾਂਗੇ ਔਰ ਬੀਬੀ ਨੂੰ ਵੀ ਅਸੀਂ ਜਿਹੜਾ ਹੈਗਾ ਇੱਥੋਂ ਕੱਢ ਦਾਂਗੇ ਆਪਣੇ ਆਪ ਤਰੀਕੇ ਨਾਲ ਜੋ ਵੀ ਹੈਗਾ। ਪਰ ਉਸ ਤੋਂ ਬਾਅਦ ਉਹਨਾਂ ਤੇ ਕੋਈ ਸਿਆਸੀ ਦਬਾਅ ਪੈ ਗਿਆ। ਜੋਗਿੰਦਰ ਸਿੰਘ ਜਿੰਦੂ ਐਮਐਲਏ ਜੋ ਇੱਥੋਂ ਦਾ ਫਿਰੋਜ਼ਪੁਰ ਦਿਹਾਤੀ ਦਾ ਸੀਗਾ, ਉਸਨੇ ਥੋੜਾ ਦਬਾਅ ਪਾਤਾ। ਕੋਈ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਅੰਡਰ ਹੀ ਆਉਂਦੀ ਹੈ, ਥੋੜਾ ਦਬਾਅ ਪਾਉਣ ਦੇ ਨਾਲ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਾਰਵਾਈ ਢਿੱਲੀ ਕਰ ਦਿੱਤੀ। ਉਸ ਤੋਂ ਬਾਅਦ ਫਿਰ ਨਿਸ਼ਾਨ ਸਾਹਿਬ ਦਾ 5 ਸਾਲ ਤੋਂ ਇਹਨਾਂ ਨੇ ਚੋਲਾ ਵੀ ਨਹੀਂ ਬਦਲਿਆ, ਬੇਅਦਬੀ ਹੋ ਰਹੀ ਸੀ। ਮਤਲਬ ਕਹਿਣ ਦਾ ਭਾਵ 2013 ਤੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਫਿਰੋਜ਼ਪੁਰ ਕੈਂਟ ਉਹ ਸ਼੍ਰੋਮਣੀ ਕਮੇਟੀ ਦੀ ਸੇਵਾ ਅਧੀਨ ਹੈ। ਹੁਣ ਵੀਰ ਜੀ ਗੱਲ ਕਹਿੰਦੇ ਹੈਗੇ ਵੀ ਕਿਦੋਂ ਮੈਨੂੰ ਸਿੱਖ ਜਥੇਬੰਦੀਆਂ ਨੇ ਸੱਦਿਆ ਵੀ ਇੱਥੇ ਸਿੱਖ ਸੰਗਤਾਂ ਨੂੰ ਸੱਦਿਆ ਵੀ ਆ 27 ਤਰੀਕ ਨੂੰ
ਇਹ ਪਿਛਲੇ 27 ਨੂੰ ਤਾਂ ਲਗਾਤਾਰ ਗੱਲ 2012-13 ਜਿਹੜਾ ਕੁਝ ਹੋ ਰਿਹਾ ਸੀ ਅੱਜ ਵੀ ਉੱਥੇ ਉਹੀ ਹੋ ਰਿਹਾ। ਹੋ ਰਿਹਾ ਤੇ ਉਹ ਬੇਦਬੀ ਕਿਦੋਂ ਮੈਂ ਆਣ ਕੇ ਦੇਖਿਆ ਨਿਸ਼ਾਨ ਸਾਹਿਬ ਤੇ ਗੰਦੇ ਕੱਪੜੇ ਵਗੈਰਾ ਪੋਚਾ ਵਗੈਰਾ ਪਰ ਚੋਲਾ ਸਾਰਾ ਪਟਿਆ ਹੋਇਆ ਸੀ, ਬੜੀ ਮੰਦੀ ਹਾਲਤ ਸੀ। ਉੱਥੇ ਨਾਲ ਹੀ ਉਹਦੀ ਜਿਹੜੀ ਉਹਦੇ ਲਿਖਿਆ ਸੀ ਉਹ ਸਾਈ ਧਰਮ ਦਾ ਚੰਨ, ਐਕਟਿਵਾ ਖੜੀ ਸੀ ਨਾਲ ਲਾਈ, ਉਹਦੇ ਸਟੈਂਡ ਲੱਗਾ ਹੋਇਆ ਸੀ। ਸੂਰਤ ਸਿੰਘ ਸਾਜਨ ਦੀ ਨੌਂ ਨੇ ਨੇ ਹਾਂਜੀ। ਅੱਛਾ, ਫਿਰ ਉਹ ਕਹਿੰਦੇ ਇੱਕ ਥੋੜਾ ਦੱਸ ਦਿਓ ਕਿਉਂਕਿ ਦੇਖੋ ਅਸੀਂ ਸ਼ੁਰੂਆਤ ਵੀ ਇੱਥੋਂ ਕੀਤੀ ਸੀ ਵੀ ਪੰਜਾਬ 'ਚ ਈਸਾਈਅਤ ਡੇਰਾਵਾਦ ਜਿਹੜੀ ਹਾਵੀ ਹੋ ਰਹੀ ਹੈ। ਤਾਂ ਸੂਰਤ ਸਿੰਘ ਸਾਜਨ ਉਹ ਪੁਰਾਣੇ ਸਮੇਂ ਤੋਂ ਰਹਿੰਦਾ ਸੀ, ਬਾਅਦ 'ਚ ਗੁਰਦੁਆਰਾ ਸਾਹਿਬ ਬਣਿਆ, ਸਟੋਰੀ ਸਮਝ ਲਿਓ। ਫਿਰ ਸੂਰਤ ਸਿੰਘ ਸਾਜਨ ਉਹ 90-85 ਤੋਂ ਰਹਿੰਦੇ ਹੋਣੇ ਆ, ਤਾਂ ਉਹਨਾਂ ਦਾ ਬੇਟਾ ਬਾਹਰ ਚਲ ਗਿਆ, ਉਹਨਾਂ ਦੀ ਨੌਂ ਕੁਲਦੀਪ ਕੌਰ ਤੇ ਸੂਰਤ ਸਿੰਘ ਸਾਜਨ ਤੇ ਉਹਨਾਂ ਦੇ ਕੋਈ ਪਰਿਵਾਰ 'ਚ ਉਹਨਾਂ ਦਾ ਫਿਰ ਪੋਤਰਾ ਹੋਇਆ ਕਿ ਤੁਸੀਂ ਕਿਹਨੇ ਛੋਟਾ ਦੋ ਤਿੰਨ ਪੋਤਰੀਆਂ ਵੱਡੀਆਂ ਉੱਥੇ ਗੁਰੂ ਘਰ ਦੇ ਵਿੱਚ ਜਿਹੜੀ ਅਸਥਾਨ ਗ੍ਰੰਥੀ ਸਿੰਘ ਵਾਸਤੇ ਬਣਿਆ ਉੱਥੇ ਰਹਿ ਰਹੇ ਉੱਥੇ ਰਹਿ ਕਬਜ਼ਾ ਕਰ ਲਿਆ ਉਹਨਾਂ, ਛੱਡਿਆ ਨਹੀਂਗਾ। ਚਲੋ ਅਸੀਂ ਕਿਹਾ ਚਲੋ ਔਰਤ ਨੂੰ ਕੀ ਧੱਕਾ ਕਰਨਾ, ਸਿੱਖ ਜਿੱਥੇ ਮੇਰੀ ਸੋਚ ਸੀ। ਫਿਰ ਹੁਣ ਉਹਨੇ ਨਿਸ਼ਾਨ ਸਾਹਿਬ ਦੀ ਨਰਾਦਰੀ ਕਰਾ ਕੇ ਹੁਣ ਔਰਤ ਉਹ ਕ੍ਰਿਸਚਨ ਬਣ ਚੁੱਕੀ ਹੈ, ਹੁਣ ਕ੍ਰਿਸਚਨ ਧਰਮ ਦਾ ਪ੍ਰਚਾਰ ਕਰ ਰਹੀ ਹੈ। ਪਰਚੇ ਗੁਰਦੁਆਰਾ ਸਾਹਿਬ ਦੇ ਵਿੱਚ ਖਲੋ ਕੇ, ਹਾਂ ਗੁਰਦੁਆਰੇ ਵਿੱਚ ਖੜ ਕੇ ਨਿਸ਼ਾਨ ਸਾਹਿਬ ਥੱਲੇ ਖੜ ਕੇ ਹਰੇ ਲਵੀਏ ਨਾਰੇ ਲਾਏ। ਅੱਛਾ, ਉਹ ਦਿਨ ਕਹਿੰਦੇ ਨਿਸ਼ਾਨ ਸਾਹਿਬ ਬਦਲਣ ਕਹੇ ਮੈਂ ਤੁਹਾਨੂੰ ਸਾਰੇ ਪ੍ਰੂਫ ਦਿਆਂਗਾ, ਵੀਡੀਓ ਦਿਆਂਗਾ। ਉਹਦੀਆਂ ਕੁੜੀਆਂ ਨੇ ਗੱਲ ਕਹੀ ਵੀ ਤੁਹਾਨੂੰ ਹੁਣੇ ਖਤਮ ਮੰਤਰ ਪੜਨ ਲੱਗ ਗਈਆਂ, ਕਿਹੜੇ ਉਹਨਾਂ ਦਾ ਮੰਤਰ ਜੋ ਵੀ ਉਹਨਾਂ ਦਾ ਸ਼ਬਦ ਹੈ ਕ੍ਰਿਸਚਨ ਧਰਮ ਦਾ ਉਹ ਪੜਨ ਲੱਗ ਗਈਆਂ ਕੁੜੀਆਂ ਵੀ ਹੁਣੇ ਖਤਮ ਕਰ ਦੇਂਗੇ, ਇਹਨੂੰ ਅੰਨ੍ਹਿਆ ਕਰ ਦੇਂਗੇ, ਹੁਣੇ ਬੜਾ ਕੁਝ ਕੀਤਾ ਉਹਨਾਂ। ਅੱਛਾ, ਗ੍ਰੰਥੀ ਸਿੰਘ ਦੀਆਂ ਪੁੱਤਰੀਆਂ, ਜਿਹੜਾ ਗ੍ਰੰਥੀ ਸਿੰਘ ਚਾਹੁੰਦਾ ਸੀ ਵੀ ਇਸ ਗੁਰਦੁਆਰਾ ਸਾਹਿਬ ਦਾ ਸਾਂਭ ਸੰਭਾਲ ਸ਼੍ਰੋਮਣੀ ਕਮੇਟੀ ਕਰੇ ਵੀ ਇੱਥੇ ਕੋਈ ਮਨਮਤ ਨਾ ਹੋਵੇ, ਉਹ ਸਵਰਗਵਾਸ ਹੋ ਗਿਆ, ਉਹ ਚਲਾ ਗਿਆ। ਤਾਂ ਅੱਜ ਉਹਦੀ ਨੌ ਉਹਦੀਆਂ ਪੁੱਤਰੀਆਂ ਉਹ ਉੱਥੇ ਕ੍ਰਿਸਚਨ ਦਾ ਪ੍ਰਚਾਰ ਕਰ ਰਹੀਆਂ, ਕ੍ਰਿਸਚਨ ਧਰਮ ਦੇ ਪ੍ਰਚਾਰ ਦਾ ਪੂਰਾ ਅੱਡਾ ਬਣਾ ਲਿਆ ਹੈ। ਔਰ ਮੇਰੇ ਕੋਲ ਕੋਈ ਸਿੱਖ ਪਰਿਵਾਰ ਆਏ ਆ, ਜਿੰਨੇ ਸਿੱਖ ਪਰਿਵਾਰਾਂ ਦੇ ਵਿੱਚ ਆਹ ਦੇਖੋ ਜੀ, ਆਹ ਪਰਚੇ ਉਹਨਾਂ ਨੇ 25 ਦਸੰਬਰ ਦਾ ਜਿਹੜਾ ਇਹਨਾਂ ਦਾ ਵੱਡਾ ਦਿਨ ਮਨਾਉਂਦੇ ਨੇ, ਉਹ ਉੱਥੋਂ ਦੀ ਇਨਵੀਟੇਸ਼ਨ ਦੇ ਕੇ ਆਈਆਂ ਸਿੱਖ ਪਰਿਵਾਰਾਂ ਨੂੰ। ਔਰ ਹੋਰ ਵੀ ਪਤਾ ਨਹੀਂ ਕਿੰਨੇ ਸਿੱਖ ਪਰਿਵਾਰਾਂ ਉਹਨਾਂ ਨੇ ਵਰਗਲਾ ਕੇ ਜਿਹੜਾ ਆਪਣੇ ਧਰਮ ਦੇ ਵਿੱਚ ਜਿਹੜਾ ਹੈ। ਦੇਖੋ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਜੇ ਯਿਸੂ ਉਸ ਸਮੇਂ ਕੁਰਬਾਨ ਹੋਇਆ ਉਹ ਆਪਦੀ ਵਿਚਾਰਧਾਰਾ ਨੂੰ ਲੈ ਕੇ ਉਹਨੇ ਧਰਮ ਨਹੀਂ ਬਦਲਿਆ ਆਪਦਾ, ਲੇਕਿਨ ਉਹਨੇ ਆਪਣੀ ਆਪ ਕੁਰਬਾਨੀ ਦੇ ਦਿੱਤੀ। ਪਰ ਇਹ ਉਹਦੀ ਵਿਚਾਰਧਾਰਾ ਨੂੰ ਇਹ ਸਮਝ ਨਹੀਂ ਸਕਦੇ ਇਹ ਲੋਕ। ਹਾਂਜੀ, ਉਹ ਉਹਨਾਂ ਕੋਲ ਦੇਖੋ ਜਿੱਦਾਂ ਇਤਿਹਾਸ ਚਾਹੁੰਦਾ ਨਾ, ਉਹ ਕਹਿੰਦੇ ਵੀ ਕਿਹੜਾ ਚੰਗਾ ਕਿਹੜਾ ਮਾਰਾ ਮਾਰੇ, ਕਹਿੰਦੇ ਵੀ ਹਮਕੋ ਹਮਾਰਾ ਖੂਬ ਤੁਮਕੋ ਤੁਹਾਡਾ ਖੂਬ। ਪਰ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਚੀਜ਼ ਦਾ ਪ੍ਰਚਾਰ ਕਰਨਾ, ਜਿਹੜਾ ਅਕਾਲ ਤਖਤ ਸਾਹਿਬ ਤੇ ਮਾਮਲਾ ਗਿਆ ਹੋਇਆ, ਜਿਹੜੇ ਨਕਲੀ ਈਸਾਈ ਇਹਨਾਂ ਦੇ ਅਸਲੀ ਈਸਾਈ ਕਰਕੇ ਨਕਲੀ ਪੰਜਾਬ ਵਾਲੇ। ਚਲੋ ਕਰ ਲਓ ਗੱਲ, ਜਿਹੜੀ ਗੱਲ ਹੈਗੀ ਭਾਈ ਸਾਹਿਬ ਸਾਡੀ ਕੀ ਹੈ, ਈਸਾਈ ਧਰਮ ਦਾ ਸਾਰੇ ਪੰਜਾਬ 'ਚ ਜ਼ੋਰ ਲੱਗਾ, ਉਹਨਾਂ ਆਪਦਾ ਕੋਸ਼ਿਸ਼ ਕਰ ਰਹੇ ਨੇ, ਆਹ ਧਰਮ ਦਾ ਪ੍ਰਚਾਰ ਕਰ ਰਹੇ ਨੇ। ਜਿੱਥੇ ਉਹ ਸਿੱਖ ਧਰਮ ਦੇ ਖਿਲਾਫ ਬੋਲਦੇ ਉੱਥੇ ਅਸੀਂ ਕਿਰਪਾਨ ਕੱਢ ਕੇ ਖੜਾਂਗੇ, ਸਾਨੂੰ ਆਪਦੀ ਜਾਨ ਦੀ ਵੀ ਰੋਕਾਂਗੇ। ਜੇ ਉਹ ਆਪਦਾ ਪ੍ਰਚਾਰ ਕਰਨ ਦਾ ਤਾਂ ਆਜ਼ਾਦੀ ਕਰ ਸਕਦਾ ਹੈ, ਅਸੀਂ ਰੋਕਦੇ ਨਹੀਂਗੇ। ਜੇ ਸਿੱਖ ਧਰਮ ਦੇ ਖਿਲਾਫ ਜਾਣਗੇ ਕਿੱਥੇ ਜਾਣਗੇ ਤਾਂ ਅਸੀਂ ਉੱਥੇ ਖੜਾਂਗੇ। ਮੇਰੇ ਕੋਲ ਕਈਆਂ ਉਹਦੇ ਪਾਸਟਰਾਂ ਦੀਆਂ ਮਾਫੀਆਂ ਵੀ ਹੈਗੀਆਂ ਨੇ ਲਿਖੀਆਂ, ਕਿਹੜੇ ਮਾਫੀਆਂ ਮੰਗੀਆਂ ਨੇ ਬਾਅਦ 'ਚ ਆਣ ਕੇ ਥਾਣਿਆਂ 'ਚ। ਦੂਸਰੀ ਗੱਲ, ਹੁਣ ਵੀਰ ਜੀ ਉਹਨੇ ਨਿਸ਼ਾਨ ਸਾਹਿਬ ਦੀ ਕੀਤੀ ਹੈ ਨਰਾਦਰੀ, ਰੱਜ ਕੇ ਬੇਅਦਬੀ ਕੀਤੀ ਆ। ਗੱਲ ਵੀ ਅਸੀਂ ਕਿਦੋਂ ਉਹਨੇ ਨਿਸ਼ਾਨ ਸਾਹਿਬ ਦੇ ਚੋਲਾ ਚੜਾਉਣ ਗਏ, ਉੱਤੇ ਗੰਦੇ ਤੇਲ ਦੀਆਂ ਸ਼ੀਸ਼ੀਆਂ, ਗੰਦੇ ਪੋਚੇ ਲਾਉਣ ਵਾਲੇ ਪਏ ਸਮਾਨ, ਹੋਰ ਸਮਾਨ ਖਿਲਰਿਆ ਵੇਖਿਆ। ਤੇ ਕਿਹੜੀ ਉਸਨੇ ਥੱਲੇ ਨਿਸ਼ਾਨ ਸਾਹਿਬ 'ਤੇ ਖੜ ਕੇ ਦੂਜੇ ਧਰਮ ਦੇ, ਸਾਡੇ ਧਰਮ ਦੇ ਖਿਲਾਫ ਨਾਅਰੇ ਲਾਏ ਆ, ਸਾਡੇ ਧਰਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਅਸੀਂ ਉਹਦੇ 295 ਦੀ ਮੰਗ ਕੀਤੀ ਆ, ਐਸਐਸਪੀ ਕੋਲੋਂ ਡੀਸੀ ਸਾਹਿਬ ਕੋਲ ਮੰਗ ਪੱਤਰ ਦੇ ਕੇ ਵੀ ਉਹਦੇ ਪਰਚਾ ਕਰ ਦੇਣਾ। ਨਹੀਂ ਤਾਂ ਅਸੀਂ 9 ਤਰੀਕ ਨੂੰ ਪੂਰੀ ਕੌਮ ਨੂੰ, ਪੂਰੀ ਸਿੱਖ ਕੌਮ ਨੂੰ, ਕਿੱਥੇ ਵੀ ਗੁਰੂ ਨਾਨਕ ਲੇਵਾ ਸਿੱਖ ਵਸਦੇ ਪੰਜਾਬ ਦੇ ਵਿੱਚ, ਸਾਰੀਆਂ ਸਿੱਖ ਜਥੇਬੰਦੀਆਂ, ਸੰਤ ਸਮਾਜ, ਜਿਹੜੇ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਹਿੰਦੂ ਵੀਰ ਵਿੱਚ ਮੁਸਲਮਾਨ ਵੀ ਕਿਹੜੇ ਸਿੱਖ ਧਰਮ ਨੂੰ ਪਿਆਰ ਕਰਦੇ ਆ, ਉਹ ਠੀਕ 10:30 11 ਵਜੇ ਸਾਰਾ ਗੜੀ ਗੁਰਦੁਆਰੇ ਇੱਥੇ ਫਿਰੋਜ਼ਪੁਰ ਦੇ ਵਿੱਚ ਆ, ਉੱਥੇ ਇਕੱਠੇ ਅਸੀਂ ਹੋਣਾ ਹੈ, ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਨ। ਜੇ ਤਾਂ ਉਦੋਂ ਪਹਿਲਾਂ ਉਹਨਾਂ ਪਰਚਾ ਦਰਜ ਕਰਤਾ ਪ੍ਰਸ਼ਾਸਨ ਨੇ, ਉਹ ਕੁਲਦੀਪ ਕੌਰ ਉਹਦੀਆਂ 3 ਕੁੜੀਆਂ ਤੇ, ਜੇ ਪਰਚਾ ਦਰਜ ਕਰਕੇ ਅੰਦਰ ਕਰਤਾ ਤਾਂ ਅਸੀਂ ਪੰਜਾਬ ਸਰਕਾਰ ਦਾ, ਪ੍ਰਸ਼ਾਸਨ ਦਾ ਧੰਨਵਾਦ ਕਰਾਂਗੇ। ਨਹੀਂ ਤਾਂ ਸਾਨੂੰ ਇੱਥੇ ਫਿਰੋਜ਼ਪੁਰ 'ਚ ਵੱਡੇ ਤੋਂ ਵੱਡੀ ਕੋਈ ਵੀ ਇੱਥੇ ਇਕੱਠ ਕਰਕੇ ਕੁਰਬਾਨੀ ਦੇਣ ਨੂੰ ਅਸੀਂ ਤਿਆਰ ਖੜੇ ਹਾਂ। ਅਸੀਂ ਆਪਣੇ ਧਰਮ ਦੀ ਨਰਾਦਰੀ ਨਹੀਂ ਹੋਣ ਦੇਣੀ, ਕੁਛ ਮਰਜ਼ੀ ਹੋ ਜਾਵੇ। ਅੱਗੇ ਵੀ ਇੱਥੇ ਬੜੇ ਮੋਰਚੇ ਲੱਗੇ ਆ ਤੇ ਅੱਗੇ ਲਾਉਂਦੇ ਰਹਾਂਗੇ। ਇਹ ਦੱਸੋ ਜਿਹੜਾ ਉਹ ਗੁਰਦੁਆਰਾ ਸਾਹਿਬ ਹੈ ਗੁਰੂ ਤੇਗ ਬਹਾਦਰ ਫਿਰੋਜ਼ਪੁਰ ਕੈਂਟ, ਉਹਦੇ 'ਚ ਗ੍ਰੰਥੀ ਸਿੰਘ ਕੌਣ ਹੈ ਇਸ ਵਕਤ? ਇਸ ਟਾਈਮ ਸ਼੍ਰੋਮਣੀ ਕਮੇਟੀ 3 ਮੁਲਾਜ਼ਮ ਨੇ ਉੱਥੇ ਜੀ। ਅੱਛਾ ਜੀ। ਹੁਣ ਮੇਰੀ ਮੈਨੇਜਰ ਨਾਲ ਗੱਲ ਹੋ ਘਟੀ ਹੈ, 2 ਗ੍ਰੰਥੀ ਰੱਖੇ ਨੇ ਉਹਨਾਂ, ਇੱਕ ਸਵੇਰੇ ਆਉਂਦਾ, ਇੱਕ ਸ਼ਾਮ ਨੂੰ ਸੇਵਾ ਕਰਨ ਆਉਂਦਾ, ਫਿਰ ਉਹ ਸੇਵਾ ਕਰਕੇ ਚਲੇ ਜਾਂਦੇ। ਉਦੋਂ ਬਾਅਦ ਜੰਦਰਾ ਇਕੱਲੀ ਸੇਵਾ ਕਰਕੇ ਜਾਂਦੇ, ਉਹ ਇਹ ਨਹੀਂ ਦੇਖਦੇ ਵੀ ਨਿਸ਼ਾਨ ਸਾਹਿਬ ਦੇ ਹੇਠ ਗੰਦ ਵੱਜਿਆ ਹੋਇਆ। ਉਹ ਮੁਲਾਜ਼ਮ ਬੰਦੇ ਨੇ, ਉਹਨਾਂ ਨੂੰ ਕਿਹਾ ਵੀ ਉਹ ਤਾਂ ਗਵਾਹੀ ਦੇਣ ਨੂੰ ਤਿਆਰ। ਕੱਲ ਮੈਂ ਕਿਹਾ ਇੱਥੇ ਗਵਾਹੀ ਦੇਣ ਨੂੰ ਤਿਆਰ ਨਹੀਂ ਗਏ। ਮੁਲਾਜ਼ਮ ਹੋਵੇ, ਹੁਣ ਦੇਖੋ ਤੁਸੀਂ ਆਗੂ ਹੋ, ਇਹ ਤੁਹਾਡੇ ਨਾਲ ਆਮ ਸਿੱਖ ਹੋਣਗੇ, ਤੁਹਾਡੀ ਸਪੋਰਟ ਕਰਨ ਵਾਲੇ ਸਿੱਖ ਹੋਣਗੇ, ਇਹ ਹੋਣਗੇ। ਹਰ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਮੁਲਾਜ਼ਮ ਦਾ ਵੀ ਉਹਨਾਂ ਦੇ ਪ੍ਰਧਾਨ ਦਾ ਵੀ ਉਹਨਾਂ ਸਭ ਦਾ ਸਤਿਕਾਰ ਹੋਣਾ ਚਾਹੀਦਾ। ਵੇਖੋ ਜੇ ਇੰਨਾ ਕੁਝ ਜੋ ਕਰਨ ਜੋਗੇ ਹੁੰਦੇ, ਸ਼੍ਰੋਮਣੀ ਕਮੇਟੀ ਸਾਡੀ ਸ਼ਹੀਦਾਂ ਦੀ ਸੰਸਥਾ ਹੀ, ਸਾਡੇ ਖੂਨ ਡੋਲ ਕੇ ਭਾਈ ਲక్ష్మణ ਸਿੰਘ ਧਾਰਾਵਾਲ ਨੇ ਗੁਰੂ ਘਰ ਯਾਦ ਕਰਾਏ ਸੀ। ਜੇ ਕੁਝ ਕਰਨ ਜੋਗੇ ਹੁੰਦੇ ਤਾਂ ਸਾਨੂੰ ਜਥੇਬੰਦੀਆਂ ਨੂੰ ਕਿਰਪਾਨਾਂ ਚੁੱਕ ਕੇ ਕਿਉਂ ਜਾਣਾ ਪੈਂਦਾ? ਉਹ ਤਾਂ ਕਦੋਂ ਆਪਦਾ ਢਿੱਡ ਚੁੱਕਿਆ, ਝੱਗਾ ਚੁੱਕਿਆ, ਢਿੱਡ ਆਪਣਾ ਨੰਗਾ ਹੁੰਦਾ ਹੈ। ਜੇ ਉਹ ਸ਼੍ਰੋਮਣੀ ਕਮੇਟੀ ਸੰਸਥਾ ਜੋ ਕਰਨ ਜੋਗੀ ਹੁੰਦੀ ਤੇ ਪੰਜਾਬ ਦੀ ਧਰਤੀ ਡੇਰਾਵਾਦੀ ਉਹਨੇ ਫੈਲਦਾ। ਕਿਹੜੀ ਇੱਕ ਤੇ ਗੁਲਾਮ ਹੋ ਕੇ ਰਹਿ ਗਈ
ਬਾਦਲ ਪਰਿਵਾਰ ਦੇ ਸ਼੍ਰੋਮਣੀ ਕਮੇਟੀ ਗੁਲਾਮ ਹੋ ਕੇ ਰਹਿ ਗਈ। ਉਹ ਸਾਡੀ ਸ਼ਹੀਦਾਂ ਦੀ ਸੰਸਥਾ ਸੀ, ਬੜਾ ਸਾਡਾ ਨਾਮ ਸੀ ਦੁਨੀਆ ਤੇ। ਫਿਰ ਇੱਕ ਪਰਿਵਾਰ ਦੀ ਗੁਲਾਮ ਹੋ ਕੇ ਰਹਿ ਗਈ ਸ਼੍ਰੋਮਣੀ ਕਮੇਟੀ। ਅੱਜ ਬਾਦਲ ਪਰਿਵਾਰ ਦਾ ਕਬਜ਼ਾ ਟੁੱਟ ਜੇ ਤੇ ਅੱਜ ਸ਼੍ਰੋਮਣੀ ਕਮੇਟੀ ਪ੍ਰਚਾਰ ਕਰੂਗੀ, ਸਾਰਾ ਪੰਜਾਬ ਸਿੱਖਾਂ ਦਾ ਬਣ ਜਾਊਗਾ। ਉਹ ਪ੍ਰਚਾਰ ਕਰਨ ਦਿੰਦੇ ਨਹੀਂ। ਕਿਦੋਂ ਪ੍ਰਚਾਰ ਕਰਦੇ, ਕਿਹੜੀ ਗੱਲ ਕਰਦੇ, ਕਿਹੜੇ ਪਿੰਡ 'ਚ ਉੱਥੇ ਫੋਨ ਆ ਜਾਂਦਾ, ਮੈਂਬਰ ਦਾ ਫੋਨ ਆ ਜਾਂਦਾ, ਮੈਂਬਰ ਗੱਲ ਕਰਦਾ, ਉਹਨੂੰ ਐਮਐਲ ਦਾ ਆ ਜਾਂਦਾ, ਐਮਐਲ ਗੱਲ ਕਰਦਾ ਹੈ। ਤੁਹਾਡੀ ਇਹ ਠੀਕ ਹੈ, ਇੱਕ ਇਲਜ਼ਾਮ ਬੜਾ ਵੱਡਾ ਵੀ ਸ਼੍ਰੋਮਣੀ ਕਮੇਟੀ ਦੇ ਉੱਤੇ ਅਕਾਲੀ ਦਲ ਦਾ ਜਿਹੜਾ ਜ਼ੋਰ ਕਬਜ਼ਾ ਆ ਹੈ ਜੀ। ਉਹ ਹਾਵੀ ਹੈ, ਕਬਜ਼ਾ ਹੈ, ਵੋਟਾਂ ਦਾ ਹੀ ਖੈਰ ਉਹ ਜਿੱਤੇ ਹੈ। ਕਬਜ਼ਾ ਤੇ ਉਹ ਹੁੰਦਾ ਵੀ ਕਿਸੇ ਦਾ ਦੇ ਕਬਜ਼ਾ ਕਰ ਲੈਣਾ, ਵੋਟਾਂ ਲੋਕਾਂ ਪਾਈਆਂ ਜਾਂ ਉਹ ਤੁਹਾਨੂੰ ਪਤਾ ਸਿਆਸਤ ਦੇ ਵਿੱਚ ਸਭ ਕੁਝ ਪੋਸੀਬਲ ਹੈ। ਇੱਥੇ ਜਿਹੜੇ ਪ੍ਰਵਾਸੀ ਮਜ਼ਦੂਰ, ਮੈਂ ਤੁਹਾਨੂੰ ਦੱਸ ਰਿਹਾ, ਜਿਹੜੇ ਪ੍ਰਵਾਸੀ ਆਏ ਉਹਨਾਂ ਦੀਆਂ ਵੋਟਾਂ ਵਿੱਚ ਸਭ ਕੁਝ ਹੋਇਆ। ਤਾਂ ਹੁਣ ਮੈਂ ਇੱਧਰ ਜਾਣਾ, ਦੇਖੋ ਤੁਸੀਂ ਪੁਲਿਸ ਨੂੰ ਮੰਗ ਪੱਤਰ ਦਿੱਤਾ, ਇਸ ਵਕਤ ਪੰਜਾਬ 'ਚ ਅਕਾਲੀ ਸਰਕਾਰ ਨਹੀਂ ਗਈ, ਤਾਂ ਕੀ ਹੁਣ ਵਾਲੀ ਸਰਕਾਰ ਵੀ ਇਸ ਚੀਜ਼ ਦੀ ਸਪੋਰਟ ਕਰ ਰਹੀ ਵੀ ਗੁਰਦੁਆਰੇ ਜੇ ਬੇਅਦਬੀ ਹੁੰਦੀ ਹੋਈ ਜਾਵੇ? ਤੁਸੀਂ ਸਵਾਲ ਕੀਤਾ ਸੀ ਸ਼੍ਰੋਮਣੀ ਕਮੇਟੀ ਦਾ, ਤੁਹਾਡਾ ਸਵਾਲ ਇਹ ਨਹੀਂ, ਤੁਹਾਡਾ ਪਹਿਲਾ ਸਵਾਲ ਸੀ ਸ਼੍ਰੋਮਣੀ ਕਮੇਟੀ ਕੀ ਕੀਤਾ, ਤੇ ਤੁਹਾਨੂੰ ਸ਼੍ਰੋਮਣੀ ਕਮੇਟੀ ਦੀ ਗੱਲ ਦਾ ਮੈਂ ਜਵਾਬ ਦਿੱਤਾ ਵੀਰ ਜੀ। ਇੱਕ ਮਿੰਟ ਇਹਦਾ ਮੈਂ ਜਵਾਬ ਦੇਣਾ। ਜਿਹੜਾ ਤੁਸੀਂ ਕਹਿ ਰਹੇ ਨਾ ਵੀ ਤੁਸੀਂ ਜਿਵੇਂ ਅਕਾਲੀ ਦਾ ਸਰਕਾਰ ਹੁੰਦਾ, ਝਾੜੂ ਵਾਲੀ ਸਰਕਾਰ ਹੈ, ਤੇ ਤੁਹਾਨੂੰ ਕਿਹਨੇ ਕਿਹਾ ਵੀ ਸਰਕਾਰ ਬਦਲੀਏ? ਪੱਗਾਂ ਦੇ ਰੰਗ ਹੀ ਸਿਰ ਬਦਲਨੇ, ਸੋਚ ਇਹਨਾਂ ਦੀ ਅਕਾਲੀਆਂ ਵਾਲੀ ਹੈ ਤੇ ਕਾਂਗਰਸ ਵਾਲੀ ਹੈ। ਅਸੀਂ ਨਹੀਂ ਮੰਨਦੇ ਵੀ ਲੱਗਦਾ ਵੀ ਜਿਹੜਾ ਉੱਥੇ ਬੇਅਦਬੀ ਹੋ ਰਹੀ ਹੈ ਅੱਜ ਨਿਸ਼ਾਨ, ਕਿਉਂਕਿ ਸਿੱਖ ਵਾਸਤੇ ਨਿਸ਼ਾਨ ਸਾਹਿਬ ਵੀ, ਸ਼ਸਤਰ ਵੀ ਗੁਰੂ ਮਹਾਰਾਜ ਜਿਹਨੇ ਸਤਿਕਾਰਯੋਗ ਨੇ। ਮਹਾਰਾਜ ਨੇ ਪੀਰ ਕਿਹਾ ਨਿਸ਼ਾਨ ਸਾਹਿਬ ਦੀ ਬੇਅਦਬੀ ਹੋਣੀ ਗੁਰੂ ਦੀ ਬੇਅਦਬੀ ਹੋਣ ਦੇ ਬਰਾਬਰ ਆ। ਤਾਂ ਉਹਨਾਂ ਦੇ ਆਪਾਂ ਥਾਣੇ ਦੇ ਬਾਹਰ ਹੀ ਖਲੋਤੇ ਆ, ਤੁਹਾਨੂੰ ਲੱਗਦਾ ਵੀ ਪੁਲਿਸ ਪਰਚਾ ਦਰਜ ਕਰੂਗੀ? ਮੈਨੂੰ ਤਾਂ ਨਹੀਂ, ਜਿੱਥੇ ਤੱਕ ਕਰਾਉਣਾ ਤਾਂ ਮੈਂ ਸੁਣ ਲਿਆ ਨਾ, ਮੈਂ ਨਾਲ ਹੀ ਪ੍ਰਧਾਨ ਜੀ ਦੇ ਗਿਆ, ਮੈਂ ਫੈਡਰੇਸ਼ਨ, ਮੈਂ ਤਾਂ ਸ਼ਹਿਰੀ ਪ੍ਰਧਾਨ ਆ, ਤੇ ਮੈਂ ਇਹਨਾਂ ਦੇ ਨਾਲ ਹੀ ਆਇਆ। ਜਿੱਥੋਂ ਮੈਨੂੰ ਡੀਐਸਪੀ ਨੇ ਉਹਨਾਂ ਨੇ ਕਿਹਾ ਨਾ, ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਦੇ ਪਰਚਾ ਕਰਨਗੇ। ਓਕੇ, ਗਲਤੀ ਨਹੀਂ ਕਿਸੇ ਗਲਤੀ ਨਹੀਂ। ਇਸ ਚੀਜ਼ ਦੀ ਕੀ ਵਜ੍ਹਾ ਹੋ ਸਕਦੀ ਕੋਈ ਹੈ? ਉਹਨਾਂ ਸ਼ਾਸਨ ਸਿੱਖਾਂ ਦੇ ਪੱਕੇ ਝੱਟ ਹੋ ਜਾਂਦੇ ਆ, ਕਈ ਮੁੰਡੇ ਆਪਾਂ ਨੂੰ ਪਤਾ ਨਿੱਕੀ ਮੋਟੀ ਗੱਲ ਸੋਸ਼ਲ ਮੀਡੀਆ ਤੇ ਵੀ ਲਿਖ ਦੇਣ ਤੇ ਫੜ ਲੈਂਦੇ ਆ ਜੀ, ਜਿਨ੍ਹਾਂ ਨੇ ਫੋਟੋਆਂ ਪਾਲੀਆਂ ਹਥਿਆਰਾਂ ਦੇ ਨਾਲ, ਸ਼ਸਤਰਾਂ ਦੇ ਨਾਲ, ਉਹਨਾਂ ਨੂੰ ਫੜ ਲੈਂਦੇ ਆ। ਤੇ ਉਹ ਸ਼ਰੇਆਮ ਮਹਾਰਾਜ ਨੇ ਕਿਹਾ ਵੀ ਜਿਹੜਾ ਤੀਰ ਨੇ, ਸਾਡੇ ਪੀਰ ਨੇ, ਜਿਹੜੇ ਤੀਰ ਆ, ਤੁਪਕਿਆ, ਜਿਹੜਾ ਸਭ ਕੁਝ ਸਾਡਾ ਪੀਰ ਆ। ਨਿਸ਼ਾਨ ਸਾਹਿਬ ਸਾਡੇ ਸਤਿਕਾਰਯੋਗ ਤਾਂ ਨਮਸਕਾਰ ਗੁਰੂ ਨੇ ਸ਼ਾਸਤਰਾਂ ਨਮਸਕਾਰ ਕੀਤੀ ਹੈ, ਇਸੇ ਸ਼ਾਸਤਰਾਂ ਗੁਰੂ ਸਾਹਿਬ ਨੇ ਨਮਸਕਾਰ ਕੀਤੀ ਆ। ਫਿਰ ਉਹ ਔਰਤ ਨੇ ਬੇਅਦਬੀ ਕਰਾਈ ਆ। ਇਹ ਤਾਂ ਸਰਕਾਰਾਂ ਨੂੰ ਚਾਹੀਦਾ ਸੀ, ਜਿਸ ਗੁਰੂ ਨੇ ਇਸ ਦੇਸ਼ ਨੂੰ ਆਪਣਾ ਖੂਨ ਡੋਲ ਕੇ, ਪੁੱਤਰਾਂ ਦਾ ਖੂਨ ਡੋਲ ਕੇ ਯਾਦ ਕਰਾਇਆ ਹੋਵੇ, ਇਸ ਹਿੰਦੁਸਤਾਨ, ਪੰਜਾਬ ਨੇ ਪੂਰੇ ਹਿੰਦੁਸਤਾਨ ਨੂੰ ਯਾਦ ਕਰਾਇਆ ਸੀ। ਫਿਰ ਸਰਕਾਰਾਂ ਉਹ ਹੀ ਕਿਹੜੇ ਲੀਡਰ ਜਾ ਕੇ ਗੁਰੂ ਘਰ 'ਚ ਅਰਦਾਸਾਂ ਕਰਾ ਕੇ ਉਦੋਂ ਬੰਦੇ ਸੁੱਖਣਾ ਸੁੱਖਦੇ ਆ, ਬਾਅਦ ਉਸ ਗੁਰੂ ਨੂੰ ਭੁੱਲ ਜਾਂਦੇ, ਵੋਟਾਂ ਖਾਤਰ ਤੇ ਆਪਦੀਆਂ ਵੋਟਾਂ ਦੀ ਗੱਲ ਕਰਦੇ ਆ। ਫਿਰ ਅਸੀਂ ਕਿਸੇ ਨੂੰ ਨਹੀਂ ਕਹਿੰਦੇ, ਅਕਾਲੀ ਨੂੰ ਕਹਿੰਦੇ, ਕਾਂਗਰਸ ਦਾ ਆਪਦੇ ਤਲਵਾਰ ਦੇ ਉੱਤੇ ਕਾਰਵਾਈ ਕਰਾਉਣੀ ਆ ਤੇ ਆਪਦੇ ਹਿੰਮਤ ਤੇ ਕਰਾਉਣੀ ਆ। ਅਸੀਂ ਕਿਸੇ ਅਕਾਲੀਆਂ ਨੂੰ ਕਹਿੰਦੇ, ਕਾਂਗਰਸ ਨੂੰ ਕਹਿੰਦੇ, ਆਮ ਪਾਰਟੀ ਨੂੰ ਕਹਿੰਦੇ, ਜੇ ਉਹ ਕਰਨਗੇ ਤਾਂ ਚੰਗੀ ਗੱਲ ਆ, ਉਹਨਾਂ ਦਾ ਧੰਨਵਾਦ ਆ। ਜੇ ਨਹੀਂ ਕਰਨਗੇ ਤਾਂ ਅਸੀਂ ਆਪਣੇ ਜ਼ੋਰ ਤੇ, ਖਾਲਸੇ ਨੇ ਹਮੇਸ਼ਾ ਆਪਣੇ ਜ਼ੋਰ ਤੇ ਕੰਮ ਕਰਾਏ ਤੇ ਆਪਣੇ ਜ਼ੋਰ ਤੇ ਕਰਾਵਾਂਗੇ। ਮੈਂ ਨਾਲ ਗੱਲ ਇੱਕ ਹੋਰ ਕਹਾਂਗਾ, ਜਿਹੜੇ ਇਹਨਾਂ ਦੇ ਵੱਡੇ ਪਾਸਟਰ ਨੇ ਜਿਵੇਂ ਯਿਸੂ ਮਸੀਹ ਵਾਲੇ ਦੇ, ਮੈਂ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਵੀ ਪ੍ਰਸ਼ਾਸਨ ਨੂੰ ਵੀ ਕਹਾਂਗਾ ਜੀ, ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚਾ ਦੇਣ ਵੀ ਉਹਦਾ ਜੋ ਮਰਜ਼ੀ ਉਹਦਾ ਧਰਮ ਦਾ ਪ੍ਰਚਾਰ ਕੀਤੀ ਜਾਣ। ਉਹਨਾਂ ਨੂੰ ਮੁਬਾਰਕ ਅਸੀਂ ਉਹਨਾਂ ਦੇ ਧਰਮ 'ਚ ਦਖਲਅੰਦਾਜ਼ੀ ਨਹੀਂ ਦਿੰਦੇ। ਜੇ ਅਗਰ ਸਾਡੇ ਸਿੱਖ ਧਰਮ ਦੇ ਨਾਲ ਕੋਈ ਉਹਨਾਂ ਨਾਲ ਖਿਲਵਾੜ ਕੀਤਾ ਤਾਂ ਕਿਸੇ ਕਿਸਮ ਦੇ ਹਾਲਤ ਬਖਸ਼ੇ ਨਹੀਂ ਜਾਣਗੇ। ਭਾਵੇਂ ਸਰਕਾਰ ਜਿਹਦੀ ਮਰਜ਼ੀ ਹੋਵੇ, ਖਾਲਸਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ 'ਚ ਰਹੇਗਾ। ਭਾਵੇਂ ਸਾਨੂੰ ਕਿਰਪਾਨ ਦੇ ਨਾਲ ਆਪਦਾ ਹੱਕ ਲੈਣਾ ਪਵੇ, ਅਸੀਂ ਲੈਣ ਨੂੰ ਤਿਆਰ ਹਾਂ। ਪਿਛਲੇ ਦਿਨੀ ਭਾਈ ਸਾਹਿਬ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਈਸਾਈਆਂ ਦੇ ਜਿਹੜੇ ਵੱਡੇ ਪ੍ਰਚਾਰਕ ਨੇ, ਬਿਸ਼ਪ ਪਹੁੰਚੇ, ਕੁਝ ਪਾਸਟਰ ਪਹੁੰਚੇ, ਫਿਰ ਉਹ ਅਕਾਲ ਤਖਤ ਸਾਹਿਬ ਪਹੁੰਚੇ। ਉਹਨਾਂ ਕਿਹਾ ਵੀ ਪੰਜਾਬ ਦੇ ਵਿੱਚ ਨਕਲੀ ਈਸਾਈ ਹਾਵੀ ਹੋ ਗਿਆ, ਇਹਨਾਂ ਨੂੰ ਪੈਸਾ ਬਾਹਰੋਂ ਆ ਰਿਹਾ, ਇਹਨਾਂ ਦਾ ਕੰਮ ਆ ਜਿਹੜੇ ਧਰਮੀ ਲੋਕ ਆ, ਕੋਈ ਆਰਥਿਕ ਤੌਰ ਤੇ ਗਰੀਬ ਆ, ਉਹਨਾਂ ਨੂੰ ਲਾਲਚ ਦੇ ਕੇ ਆਪਦੇ ਧਰਮ 'ਚ ਕਨਵਰਟ ਕਰਨਾ। ਅਸਲੀ ਈਸਾਈ ਨਹੀਂ ਗੇ ਜਿਹੜਾ ਸ਼ੂ ਮੰਤਰ ਆ, ਇੱਦਾਂ ਹੀਲਿੰਗ ਹੱਥ ਲਾ ਕੇ ਠੀਕ ਕਰ ਦੇਣਾ, ਇਹ ਸਭ ਕੁਝ ਕਹਿੰਦੇ ਅਸਲੀ ਈਸਾਈ ਜਿਹੜੇ ਇਸ ਚੀਜ਼ ਇਹੀ ਮੰਨਦੇ ਨੇਗੇ। ਤਾਂ ਪੰਜਾਬ 'ਚ ਇਹ ਕਿਸੇ ਸਾਜ਼ਿਸ਼ ਤਹਿਤ ਹੋ ਰਿਹਾ, ਬਾਰਡਰ ਇਲਾਕਿਆਂ 'ਚ ਖਾਸ ਕਰਕੇ ਫਿਰੋਜ਼ਪੁਰ ਬਾਰਡਰ ਇਲਾਕਾ, ਮਾਝਾ ਬਾਰਡਰ ਇਲਾਕਾ, ਸਾਰੇ ਇਸ ਇਲਾਕੇ 'ਚ ਹੀ ਹੋ ਰਿਹਾ। ਇਹ ਪੰਜਾਬ ਦੇ ਆਪਸੀ ਭਾਈਚਾਰੇ ਨੂੰ ਦੇਖੋ, ਇਹ ਸਾਡਾ ਜਿਹੜਾ ਭਾਰਤ ਵਰਸ਼ ਹੈ, ਇੰਡੀਆ ਹੈ, ਇਹਦੇ ਇੱਕ ਗੁਲਦਸਤੇ ਦੀ ਤਰ੍ਹਾਂ ਹਰੇਕ ਤਰ੍ਹਾਂ ਦੇ ਫੁੱਲ ਇਹਦੇ 'ਚ ਈਸਾਈ ਵੀ ਹੈ, ਸਿੱਖ ਵੀ ਹੈ, ਹਿੰਦੂ ਵੀ, ਮੁਸਲਮਾਨ ਵੀ ਹੈ, ਹਰ ਤਰ੍ਹਾਂ ਦੇ ਇੱਥੇ ਦੇ ਜਿਹੜੇ ਹੈਗੇ ਆ। ਇਹ ਕੋਈ ਬਾਹਰੀ ਏਜੰਸੀਆਂ ਦਾ ਕੰਮ ਹੈ, ਤਾਕਤਾਂ ਦਾ ਕੰਮ ਹੈ, ਜਿਹੜੇ ਇੱਥੋਂ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਕੁਝ ਲੋਕ ਤਾਂ ਇੱਦਾਂ ਹੀ ਹੈ, ਮੈਨੂੰ ਲੱਗਦਾ ਹੈ ਇਸ ਤਰ੍ਹਾਂ ਹੋ ਰਿਹਾ ਕਿ ਇਹ ਜੋ ਕਰਦੇ ਆ ਸਾਰਾ ਇਹ ਕੰਮ, ਇਹ ਕੁਝ ਸ਼ੋਹਰਤ ਔਰ ਪੈਸੇ ਕਮਾਉਣ ਲਈ ਵੀ ਹੋ ਸਕਦਾ। ਇੱਕ ਹੋਰ ਗੱਲ ਆ, ਤੁਸੀਂ ਬਿਲਕੁਲ ਹੋ ਸਕਦਾ। ਦੇਖੋ ਆਮ ਲੋਕ ਜਿਨ੍ਹਾਂ ਨੂੰ ਧਰਮ ਦਾ ਗਿਆਨ ਨਹੀਂ, ਜਿਨ੍ਹਾਂ ਨੂੰ ਜਿਹੜੇ ਕਿਤੇ ਗੁਰੂ ਘਰ ਨਹੀਂ ਗਏ, ਨਿਤਨੇਮ ਨਹੀਂ ਕੀਤਾ, ਉਹ ਕਿਸੇ ਹੋਰ ਧਰਮ 'ਚ ਚਲੇ ਜਾਣ, ਉਹ ਭਰਮਾ ਕੇ ਚੱਲ ਜਾਣ, ਲਾਲਚ ਪਿੱਛੇ ਚੱਲ ਜਾਣ, ਉਹ ਵੱਖਰੀ ਗੱਲ ਹੈ। ਪਰ ਇੱਕ ਸੂਰਤ ਜਿਹੜਾ ਕੀ ਨਾਮ ਸੀਗਾ ਉਹਦਾ, ਗ੍ਰੰਥੀ ਸਿੰਘ ਸੂਰਤ ਸਿੰਘ ਸਾਜਨ, ਗ੍ਰੰਥੀ ਸਿੰਘ, ਕਈ ਸਾਲ ਉਹਨੇ ਗੁਰੂ ਦੀ ਚਾਕਰੀ ਕੀਤੀ ਹੋਊਗੀ। ਇੱਕ ਰਾਗੀ ਸਿੰਘ ਦੀ ਘਰ ਵਾਲੀ ਉਹ ਹੀ ਈਸਾਈ ਬਣ ਜਾਵੇ ਤੇ ਸਾਡੇ ਵਾਸਤੇ ਵੀ ਕਿਤੇ ਨਾ ਕਿਤੇ ਕਿੱਥੇ ਕਮੀ ਰਹਿ ਗਈ। ਆ ਦੇਖੋ ਜੀ, ਦੋ ਤਰੀਕਿਆਂ ਨਾਲ ਧਰਮ ਨਹੀਂ ਬਦਲਣਾ ਚਾਹੀਦਾ। ਲਾਲਚ ਵਿੱਚ ਨਹੀਂ ਆ ਕੇ ਬਦਲਣਾ ਚਾਹੀਦਾ ਔਰ ਡਰ ਨਾਲ ਨਹੀਂ ਬਦਲਣਾ ਚਾਹੀਦਾ। ਇਹ ਲਾਲਚ ਵਿੱਚ ਆ ਕੇ ਕੰਮ ਕਰ ਰਹੀ ਹੈ। ਇਹ ਵਿਦੇਸ਼ ਜਾਣਾ ਚਾਹੁੰਦੀ ਹੈ ਬੜੇ ਟਾਈਮ ਤੋਂ, ਲੰਬੇ ਟਾਈਮ ਤੋਂ। ਹੋ ਸਕਦਾ ਇਹਨੂੰ ਇਹ ਲਾਲਚ ਦਿੱਤਾ ਹੈਗਾ ਵੀ ਤੂੰ ਈਸਾਈ ਬਣ ਜਾ ਤੇ ਤੈਨੂੰ ਵਿਦੇਸ਼ ਭੇਜ ਦੇ। ਇਹ ਬੜੀ ਮੰਦਭਾਗੀ ਗੱਲ ਹੈ ਸਾਡੇ ਪੰਜਾਬ ਦੇ ਜਾਂ ਸਾਡੇ ਸਿੱਖ ਧਰਮ ਵਾਸਤੇ ਵੀ, ਔਰ ਸਾਡੀ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਸੋਚਣਾ ਪਏਗਾ। ਸ਼੍ਰੋਮਣੀ ਕਮੇਟੀ ਦਾ ਹਾਲਾਤ ਹੈ ਇੱਦੇ ਬੱਤਰ ਹੋ ਚੁੱਕੇ ਨੇ। ਦੇਖੋ ਇੱਥੇ ਨਿਸ਼ਾਨ ਸਾਹਿਬ ਦੀ ਜਿਹੜਾ ਚੋਲਾ ਨਹੀਂ ਚੜਾਇਆ,
ਔਰ ਮੈਨੇਜਰ ਸਾਹਿਬ ਨੂੰ ਵਾਰੀ-ਵਾਰੀ ਇਹਨਾਂ ਨੂੰ ਬੇਨਤੀ ਕੀਤੀ, ਲੇਕਿਨ ਇਹਨਾਂ ਨੇ ਜਿਹੜਾ ਹੈਗਾ ਹਿੰਮਤ ਨਹੀਂ ਕੀਤੀ ਇੱਥੇ ਆ ਕੇ। ਇਹਨਾਂ ਕੋਲ ਟਾਸਕ ਫੋਰਸ ਜਦੋਂ 328 ਰੁਪਏ ਦਾ ਭਾਈ ਸਾਹਿਬ ਜੋ ਹਿਸਾਬ ਮੰਗ ਰਹੇ ਸੀ, ਕਿਵੇਂ ਟਾਸਕ ਫੋਰਸ ਵਾਲੇ ਆ ਗਏ ਸੀਗੇ। ਇਹ ਇਹਨਾਂ ਦੀ ਹਿੰਮਤ ਨਹੀਂ ਪਈ। ਉਸ ਤੋਂ ਬਾਅਦ ਕੀ ਹੋਇਆ ਕਿ ਦੇਖੋ ਸ਼੍ਰੋਮਣੀ ਕਮੇਟੀ ਕੋਲੋਂ ਉੱਤੋਂ ਪਰਮਿਸ਼ਨ ਦਵਾ ਕੇ ਕੋਰਟ ਦੇ ਵਿੱਚੋਂ ਨਿਸ਼ਾਨ ਸਾਹਿਬ ਬਦਲਣ ਦੀ ਮੈਂ ਪਰਮਿਸ਼ਨ ਲੈ ਕੇ ਦਿੱਤੀ ਇਹਨਾਂ ਨੂੰ, ਤਾਂ ਕਿਤੇ ਇਹਨਾਂ ਦੀ ਹਿੰਮਤ ਪਈ। ਉਦੋਂ 10 ਮਿੰਟ ਲਈ ਸਿਰਫ ਉਹ ਵੀ 50 ਵਾਰੀ ਫੋਨ ਕੀਤਾ ਤੇ ਡਰਦੇ ਡਰਦੇ ਇੱਥੇ ਆਏ। ਔਰ ਜਦੋਂ ਮੈਂ ਜਾ ਕੇ ਦੇਖਿਆ ਕਿ ਉੱਥੇ ਤਾਂ ਬੇਅਬਜ਼ੀ ਕੀਤੀ ਹੈ, ਪੋਚੇ ਰੱਖੇ ਹੋਏ ਨੇ, ਨਾਲ ਨਾਰੀਅਲ ਦੇ ਗੰਦੇ ਤੇਲ ਦੀ ਡੱਬੀ ਰੱਖੀ ਹੋਈ ਹੈ, ਔਰ ਮਤਲਬ ਹਰ ਤਰ੍ਹਾਂ ਦੀ ਵਾਰੀ-ਵਾਰੀ ਬੇਅਬਜ਼ੀ ਕਰ ਰਹੀ ਹੈ। ਫਿਰ ਭਾਈ ਸਾਹਿਬ ਹੋਰਾਂ ਨੂੰ ਫੋਨ ਕੀਤਾ, ਇਹ ਮੌਕੇ ਤੋਂ ਉੱਥੇ ਪਹੁੰਚੇ। ਇਹਨਾਂ ਨੇ ਫਿਰ ਨਿਸ਼ਾਨ ਸਾਹਿਬ ਵੀ ਚੇਂਜ ਕਰਵਾਇਆ ਔਰ ਨਿਸ਼ਾਨ ਸਾਹਿਬ ਚੇਂਜ ਕਰਵਾ ਕੇ ਉੱਥੇ ਮਰਿਆਦਾ ਬਹਾਲ ਕਰਾਈ ਜੀ। ਤਾਂ ਇਹ ਜਿਹੜਾ ਹੈਗਾ ਕੋਰਟ ਦਾ ਆਰਡਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਸਸ ਕੁਲਦੀਪ ਕੌਰ। ਤਾਂ ਮਤਲਬ ਕਿ ਇਹ ਤਾਂ ਦੇਖੋ ਵਰਸਸ ਕਿ ਸ਼੍ਰੋਮਣੀ ਕਮੇਟੀ ਤੇ ਕੁਲਦੀਪ ਕੌਰ ਵੀ ਬਨਾਮ ਕੇਸ ਤੇ ਮਾਮਲਾ ਚੱਲ ਰਿਹਾ ਹੈ ਕੋਈ ਕੋਰਟ ਦੇ ਵਿੱਚ। ਮਾਮਲਾ ਕੋਰਟ ਦੇ ਵਿੱਚ ਅਸੀਂ ਇੱਕ ਸਟੇ ਲੈ ਕੇ ਦਿੱਤਾ ਜੀ। ਇਹ ਰੋਕਦੀ ਸੀਗੀ ਨਿਸ਼ਾਨ ਸਾਹਿਬ ਬਦਲਣ ਤੋਂ, ਸੰਗਤਾਂ ਨੂੰ ਬਹੁਤ ਪਰੇਸ਼ਾਨ ਕਰਦੀ ਹੈ। ਅੱਛਾ। ਇਹ ਕੋਈ ਵੀ ਉੱਥੇ ਹੁਣ ਸੁਖਮਨੀ ਸਾਹਿਬ ਦਾ ਪਾਠ ਕਰਨ ਵੀਰਵਾਰ ਵਾਲੇ ਦਿਨ ਉੱਥੇ ਸਿੱਖ ਸੰਗਤਾਂ ਪਹੁੰਚੀਆਂ ਔਰ ਉਹਨੇ ਬਾਹਰੋਂ ਗੇਟ ਨੂੰ ਤਾਲਾ ਲਗਾ ਦਿੱਤਾ। 5-7 ਬੀਬੀਆਂ ਸੀ ਔਰ ਇਹਨੇ ਬਾਹਰੋਂ ਤਾਲਾ ਲਗਾ ਕੇ ਕਹਿੰਦੀ ਮੈਂ ਤਾਂ ਆਪਦੀ ਪ੍ਰੇਅਰ ਕਰਨ ਜਾਣੀ ਹੈ, ਤੇ ਕੋਈ ਫਰੀਦਕੋਟ ਰੋਡ ਤੇ ਪ੍ਰੋਗਰਾਮ ਸੀ ਇਹਨਾਂ ਦਾ, ਔਰ ਉਹ ਲੋਕ ਲਗਾ ਕੇ ਚਲੀ ਗਈ ਤੇ ਉਹ ਬੀਬੀਆਂ ਵਿਚਾਰੀਆਂ ਉੱਥੋਂ ਪਾਠ ਕੀਤੇ ਬਗੈਰ ਚਲੀ ਗਈਆਂ। ਮੈਂ ਇੱਥੇ ਨਹੀਂ ਸੀਗਾ, ਲੋਕਲ 6 ਵਜੇ ਮੈਨੂੰ ਬਾਅਦ ਦੇ ਵਿੱਚ ਸ਼ਿਕਾਇਤ ਮਿਲੀ। ਪਰ ਗੁਰਦੁਆਰਾ ਸਾਹਿਬ ਨੂੰ ਲੋਕ ਕਿਸ ਤਰ੍ਹਾਂ ਲਾ ਸਕਦੀ ਕਿ ਉਹਦੇ ਕੋਲ ਕੀ ਅਧਿਕਾਰ ਆ? ਇਹੀ ਤਾਂ ਗਲਤ ਹੈ। ਇਸੇ ਗੱਲ ਦੀ ਤਾਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ। ਇਹ ਜਾਣ ਬੁੱਝ ਕੇ ਜਿਹੜੀ ਸਾਨੂੰ ਉਕਸਾਰੀ ਹੈ ਕਿ ਸਾਡੇ ਗੱਲ ਪੈਣ, ਸਾਡੇ ਨਾਲ ਕੋਈ ਮਾਰਕੁੱਟ ਕਰਨ ਤੇ ਇਹਨਾਂ ਇਹ ਜਿਹੜਾ ਕਾਨੂੰਨੀ ਮੁਜਰਮ ਬਣਨ ਤੇ ਜਿਹੜਾ ਗੁਰਦੁਆਰੇ ਦੀ ਜਗ੍ਹਾ ਤੇ ਮੈਂ ਕਬਜ਼ਾ ਕਰਾਂ। ਇਸ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ ਕੱਲੀਆਂ ਔਰਤਾਂ, ਮਤਲਬ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਰਿਹਾਇਸ਼ ਹੈ ਉਹ ਕੱਲੀਆਂ ਔਰਤਾਂ ਹੀ ਰਹਿ ਰਹੀਆਂ? ਕੱਲੀਆਂ ਉਹੀ ਔਰਤਾਂ ਹੀ ਰਹਿ ਰਹੀਆਂ। ਉਹਨਾਂ ਦਾ ਇੱਕ ਬੇਟਾ ਹੈਗਾ ਨਾਲ, ਉਹ ਰਹਿ ਰਿਹਾ। ਤੇ ਇਹ ਜਿਹੜੇ ਇਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉੱਤੇ ਸ਼ੈੱਡ ਹੈਗਾ, ਇਹਨਾਂ ਨੂੰ ਕਿਹਾ ਐਲੂਮੀਨੀਅਮ ਦੀ ਪਾਰਟੀਸ਼ਨ ਕਰਕੇ ਪਹਿਲਾਂ ਕਮਰਾ ਸੀ ਦਿੱਤਾ ਸੀ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਨੂੰ। ਇਹਨਾਂ ਨੇ ਪੋਲੀਟੀਕਲ ਪ੍ਰੈਸ਼ਰ ਥੱਲੇ ਆ ਕੇ ਉਹ ਵੀ ਕਮਰਾ ਵੀ ਉਹਨੂੰ ਦੇ ਦਿੱਤਾ ਜਿੱਥੇ ਗ੍ਰੰਥੀ ਸਿੰਘ ਰਹਿੰਦਾ ਸੀਗਾ। ਇਹ ਕਮਰਾ ਇਹਨਾਂ ਨੂੰ ਦਿੱਤਾ ਸੀ ਅਸੀਂ। ਉਹ ਬਾਅਦ ਦੇ ਵਿੱਚ ਅਸੀਂ ਕੈਂਟ ਥਾਣੇ ਸ਼ਿਕਾਇਤ ਵੀ ਕੀਤੀ ਕਾਫੀ। ਬਾਕੀ ਵੀ ਜਥੇਬੰਦੀਆਂ ਨੇ ਵੀ ਹੁੰਦਾ ਵੀ ਜੇ ਸ਼੍ਰੋਮਣੀ ਕਮੇਟੀ ਦੇ ਕੋਲ ਅਗਰ ਪ੍ਰਬੰਧ ਆ ਗਿਆ ਤਾਂ ਉਹਨਾਂ ਨੂੰ ਕਹੋ ਤੁਸੀਂ ਉਹ ਕਾਰਵਾਈ ਕਰਨ। ਦੀ ਸੰਸਥਾ ਹੈਗੀ, ਇਹਨਾਂ 'ਚ ਲੋਕ ਭਰੋਸਾ ਵੀ ਕਰਦੇ। ਬੇਸ਼ੱਕ ਕਈ ਤਰ੍ਹਾਂ ਦੇ ਜਿਹੜੇ ਇਲਜ਼ਾਮ ਸ਼੍ਰੋਮਣੀ ਕਮੇਟੀ ਦੇ ਲੱਗੇ, ਪਰ ਫਿਰ ਵੀ ਸਾਡੀ ਸੰਸਥਾ ਉਹ ਵੱਡੀ ਸੰਸਥਾ। ਬਾਬਾ ਜੀ ਜਿਵੇਂ ਨਾ ਕਈ ਸ਼ਹਿਰਾਂ ਦੇ ਵਿੱਚ ਆਪਾਂ ਜਾਣਾ ਵੀ ਹੈ, ਗੱਲਬਾਤ ਅਸੀਂ ਉਸ ਮਹੱਲੇ 'ਚ ਵੀ ਜਾਣਾ ਚਾਹੁੰਦੇ ਹਾਂ। ਕਈ ਮਹੱਲਿਆਂ 'ਚ ਨਾ ਲੋਕਾਂ ਨੇ ਮਤਲਬ ਬਰਾਦਰੀਆਂ ਦੇ ਜਾਂ ਪਰਿਵਾਰਾਂ ਦੇ ਗੁਰੂ ਘਰ ਬਣਾਏ ਵੀ, ਸਾਂਝੀ ਜਗ੍ਹਾ ਹੈ ਬਜ਼ੁਰਗਾਂ ਦੀ, ਉੱਥੇ ਗੁਰੂ ਘਰ ਬਣਾ ਲਿਆ। ਇਹ ਜਗ੍ਹਾ ਕਿਸ ਦੀ ਹੈ? ਤਾਂ ਗੁਰਦੁਆਰੇ ਦਾ ਪ੍ਰਬੰਧ ਕਿਹਦੇ ਕੋਲ? ਗੁਰਦੁਆਰਾ ਸਾਹਿਬ ਬਣਾਇਆ ਕਿਸ ਨੇ? ਜਗ੍ਹਾ ਤਾਂ ਹੈਗੀ ਪਹਿਲਾਂ ਆਪਣੇ ਵਕਫ ਬੋਰਡ ਦੀ। ਵਕਫ ਬੋਰਡ ਤੋਂ ਕਬਜ਼ਾ ਇੱਥੇ ਕੈਂਟ ਬੋਰਡ ਜਗ੍ਹਾ ਕੈਂਟ ਬੋਰਡ ਦੀ ਆ। ਠੀਕ ਹੈ। ਵਕਫ ਬੋਰਡ ਦੀ ਜਗ੍ਹਾ, ਵਕਫ ਬੋਰਡ ਦੀ ਜਗ੍ਹਾ ਸਾਰੀ ਜੇ ਕੈਂਟ ਬੋਰਡ ਦਾ ਕਬਜ਼ਾ ਹੋ ਗਿਆ, ਉਹ ਕੈਂਟ ਬੋਰਡ ਦੇ ਅੰਦਰ ਜਗ੍ਹਾ ਸਾਰੀਆਂ ਆਉਂਦੀ ਆ ਤੇ ਉਹਨਾਂ ਗੁਰੂ ਘਰ ਇੱਥੇ ਬਣਿਆ ਸਾਰੀ ਸੰਗਤ ਦੇ ਸਹਿਮਤੀ ਨਾਲ। ਜੋ ਵੀ ਇੱਥੇ ਛਾਉਣੀ 'ਚ ਬਿਲਡਿੰਗਾਂ ਬਣੀਆਂ ਪਰਿਵਾਰ ਦੀ ਜਗ੍ਹਾ ਨਹੀਂ ਗੀ? ਨਾ ਬਿਲਕੁਲ ਇਹ ਪਰਿਵਾਰ ਜਗ੍ਹਾ ਨਹੀਂ। ਤੇ ਗ੍ਰੰਥੀ ਰੱਖੇ ਸੰਗਤਾਂ ਨੇ ਬਣਾ ਕੇ, ਉਸ ਤੋਂ ਬਾਅਦ 'ਚ ਬੜਾ ਮਗਰੋਂ ਗ੍ਰੰਥੀ ਆਇਆ ਤੇ ਜਗ੍ਹਾ ਗੁਰੂ ਘਰ ਦੀ। ਉੱਥੇ ਗੁਰੂ ਘਰ ਚੱਲ ਰਿਹਾ ਸੀ, ਬੜੇ ਲੰਮੇ ਸਮੇਂ ਤੋਂ ਸੇਵਾ ਚੱਲ ਰਹੀ ਸੀ। ਤੇ ਹੁਣ ਕਿਹੜੀ ਗੱਲ ਇੱਕੋ ਹੀ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਚਲੋ ਕਾਫੀ ਸਮਾਂ ਹੋ ਗਿਆ ਹੈ ਵੀ ਅਸੀਂ ਪ੍ਰਸ਼ਾਸਨ ਨੂੰ, ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ, ਜੇ ਤਾਂ 9 ਤਰੀਕ ਦੀ ਕਾਰਵਾਈ ਸਾਡੀ ਹੋ ਗਈ ਮੁਕੰਮਲ ਠੀਕ ਆ, ਨਹੀਂ ਤਾਂ 9 ਤਰੀਕ ਨੂੰ ਅਸੀਂ ਵੱਡਾ ਇਕੱਠ ਕਰਕੇ ਇੱਥੇ ਕੋਈ ਕਰਾਂਗੇ। ਜੇ ਅੰਦਰ ਜਾ ਕੇ ਉਹ ਕੰਧ ਖੁਲਾਉਣੀ ਪਈ ਉਹ ਵੀ ਖੁਲਾਉਣ ਨੂੰ ਤਿਆਰ ਬੈਠੇ ਆ। ਜਿਵੇਂ ਵੀ ਸੰਗ ਉਸ ਟਾਈਮ ਦੇ ਮੌਕੇ ਤੇ 9 ਤਰੀਕ ਨੂੰ ਸਿੱਖ ਸੰਗਤਾਂ ਫੈਸਲਾ ਲੈਣਗੀਆਂ, ਉਹ ਫੈਸਲਾ ਕਰਕੇ ਅਗਲਾ ਫੈਸਲਾ ਹੋਊਗਾ। ਤੇ ਉਹ ਸਾਰੇ ਜਥੇਬੰਦੀਆਂ ਤੇ ਤੁਹਾਡੇ ਚੈਨਲ ਦੀ ਫਿਰ ਸਾਰੀ ਕੌਮ ਨੂੰ, ਸਾਰੇ ਸੰਤ ਸਮਾਜ ਨੂੰ ਅਪੀਲ ਕਰਦਾ ਹਾਂ 9 ਤਰੀਕ ਨੂੰ ਭਾਈ ਆਪੋ ਦੇ ਪਿੰਡਾਂ 'ਚ, ਆਪੋ ਦੇ ਸ਼ਹਿਰਾਂ 'ਚ ਤਿਆਰੀ ਰੱਖਣ ਤੇ ਆਪਾਂ ਗੁਰੂ ਘਰ ਦਾ ਕਿਹੜਾ ਨਿਸ਼ਾਨ ਸਾਹਿਬ ਦੀ ਜੇ ਬੇਅਦਬੀ ਹੋਈ ਆ ਉਸ ਔਰਤ ਕੁਲਦੀਪ ਕੌਰ ਨੂੰ, ਅੱਗੇ ਔਰਤ ਕਰਕੇ 10 ਸਾਲ ਸਾਡੇ ਲੰਘੇ ਨੇ। ਜੇ ਕੋਈ ਮਰਦ ਹੁੰਦਾ ਤਾਂ 5 ਮਿੰਟ ਨਹੀਂ ਰਹਿਣ ਦੇਣਾ ਸੀ ਇੱਥੇ। ਇਹ ਔਰਤ ਕਰਕੇ 10 ਸਾਲ ਅਸੀਂ ਕਿ ਔਰਤ 'ਤੇ ਹੱਥ ਨਹੀਂ ਚੁੱਕ ਸਕਦੇ। ਹੁਣ ਅਸੀਂ ਮਜਬੂਰ ਹੋ ਗਏ। ਅੱਜ ਵੀ ਪ੍ਰਸ਼ਾਸਨ ਨਾਲ ਹੀ ਕਹਿ ਰਹੇ ਹਾਂ, ਜੇ ਅੱਗੇ ਜੇ ਸਾਡੇ ਕੋਲ ਧੀਆਂ ਭੈਣਾਂ ਹੈਗੀਆਂ, ਬੀਬੀਆਂ ਸਾਡੀਆਂ ਵੀ ਕਰਨ ਤਿਆਰ ਬੈਠੀਆਂ ਨੇ, ਜੇ ਨਾ ਹੋਈ ਪਰ ਆਪਦੀਆਂ ਬੀਬੀਆਂ ਲਿਆ ਕੇ ਜੋ ਵੀ ਅਸੀਂ ਕਾਰਵਾਈ ਅਸੀਂ ਕਰਾਵਾਂਗੇ। ਹੁਣ ਪੰਜਾਬ ਦਾ ਡੀਜੀਪੀ, ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਵੀ ਪੰਜਾਬ 'ਚ ਅਮਨ ਸ਼ਾਂਤੀ ਕਾਇਮ ਰਹਿਣ ਦਿਓ, ਕਾਨੂੰਨੀ ਤੌਰ ਤੇ ਕੰਮ ਕਰੋ। ਅੱਜ ਦੀ ਘੜੀ ਤੱਕ ਤੁਸੀਂ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਹੋ, ਤੁਸੀਂ ਕਾਗਜ਼ ਪੱਤਰ ਲੈ ਕੇ ਪਹੁੰਚੇ ਹੋ, ਭਾਈ ਪੁਲਿਸ ਕੰਮ ਕਰੇ। ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਨੂੰ ਚਾਹੀਦਾ ਕਾਨੂੰਨੀ ਤੌਰ ਤੇ ਉੱਥੇ ਗਲਤੀ ਹੋਈ ਹੈ ਤਾਂ ਉਹਨੂੰ ਸੁਧਾਰ ਕੀਤਾ ਜਾਵੇ? ਬਿਲਕੁਲ ਜੀ। ਦੇਖੋ ਅਸੀਂ ਮਤਲਬ ਲਾਅ ਨੂੰ ਮੰਨਣ ਵਾਲੇ ਬੰਦੇ ਆ ਜੀ। ਦੇਖੋ ਕੋਰਟ ਦੇ ਵਿੱਚ ਆਰਡਰ ਲੈ ਕੇ ਆਏ ਆ ਨਿਸ਼ਾਨ ਸਾਹਿਬ ਬਦਲਣ ਲਈ, ਸਿਰਫ ਵੀ ਲੜਾਈ ਝਗੜਾ ਉੱਥੇ ਨਾ ਹੋਵੇ ਕਿ ਅਸੀਂ ਕਾਨੂੰਨ ਦੇ ਮੁਜਰਿਮ ਨਾ ਬਣ ਜਾਈਏ। ਲੇਕਿਨ ਇਹ ਪ੍ਰਸ਼ਾਸਨ, ਮੈਨੂੰ ਲੱਗਦਾ ਕਿ ਇਹ ਡੀਜੀਪੀ ਸਾਹਿਬ ਤੇ ਭਗਵੰਤ ਮਾਨ ਦੀਆਂ ਗੱਲਾਂ ਹੀ ਨੇ ਸਰ। ਇਹ ਤੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਵਿਗੜੀ ਹੋਈ ਹੈ। ਛੇਤੀ ਕਾਰਵਾਈ ਇੱਦਾਂ ਕਰਨੀ ਨਹੀਂ। ਅਸੀਂ ਵਾਰੀ ਡੀਐਸਪੀ ਸਾਹਿਬ ਨੇ ਬੇਨਤੀ ਕੀਤੀ ਹੈ, ਲੇਕਿਨ ਉਹਨਾਂ ਨੇ ਕੋਈ ਸਾਨੂੰ ਪਾਏਦਾਰ ਅੱਗੋਂ ਜਵਾਬ ਨਹੀਂ ਦਿੱਤਾ। ਕਿਵੇਂ ਦਾ ਰਿਸਪੌਂਸ ਸੀਗਾ? ਕਿਉਂਕਿ ਗੱਲ ਦੇਖੋ, ਗੱਲ ਤੇ ਹੁਣ ਮੈਂ ਹਾਲਾਂਕਿ ਮੇਰਾ ਕੰਮ ਪੱਤਰਕਾਰ, ਬਜ਼ੁਰਗ ਖਲੋਤੇ ਅਨਪੜ੍ਹ ਹੋਣੇ, 2-4 ਜਮਾਤਾਂ ਪੜ੍ਹੇ ਨੇ, ਇਹ ਵੀ ਸਮਝ ਰਹੇ ਵੀ ਗੱਲ ਮਾੜੀ ਗੱਲ ਹੈ। ਇੱਕ ਗ੍ਰੰਥੀ ਸਿੰਘ ਦੀ ਪਤਨੀ ਸੀ, ਚਲੋ ਉਹਨੇ ਕਿਹੜੇ ਹਾਲਾਤਾਂ 'ਚ ਕੋਈ ਹੋਰ ਧਰਮ ਅਪਣਾ ਲਿਆ, ਉਹ ਕ੍ਰਿਸਚਨ ਬਣ ਗਈ, ਪਰ ਉਹ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਉਹ ਕ੍ਰਿਸਚੈਨਿਟੀ ਦਾ ਪ੍ਰਚਾਰ ਕਰ ਰਹੀ ਹੈ, ਨਿਸ਼ਾਨ ਸਾਹਿਬ ਨੂੰ ਮੰਦਾ ਬੋਲ ਰਹੀ ਹੈ। ਤੇ ਇਹ ਤਾਂ ਪ੍ਰਸ਼ਾਸਨ ਹੈ, ਇਹਨਾਂ ਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ, ਕਿਉਂ ਢਿੱਲ ਵਰਤੀ ਜਾ ਰਹੀ ਹੈ? ਢਿੱਲ ਵਰਤ ਰਹੇ ਆ। ਇਹਨਾਂ ਦੀ ਗਲਤੀ ਹੈ ਬਹੁਤ ਵੱਡੀ। ਹੁਣ ਕੱਲ ਨੂੰ ਵੱਡਾ ਇਹਨਾਂ ਇਕੱਠ ਹੋਏਗਾ ਸਾਰਾ, ਤੇ ਲਾਅ ਐਂਡ ਆਰਡਰ ਖਰਾਬ ਹੋਏਗਾ। ਰਸਤੇ ਅਸੀਂ ਤਾਂ ਨਹੀਂ ਚਾਹੁੰਦੇ ਸਾਡੇ ਭੈਣ ਭਰਾ ਹੀ ਕੋਈ ਜ਼ਰੂਰੀ ਕੰਮ ਰਸਤਾ ਬਲੌਕ ਕਰਾਂਗੇ
ਸਾਡੀ ਭੈਣ ਭਰਾ ਹੋਣਗੇ ਸਾਰੇ ਜਿਹੜੇ ਰਸਤਾ ਬਲੋਕ ਹੋਏਗਾ ਤੇ ਉਹ ਖਰਾਬ ਹੋਣਗੇ, ਅਸੀਂ ਚਾਹੁੰਦੇ, ਲੇਕਿਨ ਸਾਨੂੰ ਮਜਬੂਰ ਕਰ ਰਹੇ ਨੇ, ਇਹ ਪ੍ਰਸ਼ਾਸਨ ਹੀ ਮਜਬੂਰ ਕਰ ਰਿਹਾ। ਉਹ ਤੁਹਾਨੂੰ ਮੈਂ ਦੱਸਣਾ, ਜਿਹੜਾ ਉਹ ਕਹਿਣਾ ਚਾਹੁੰਦਾ ਜਿਵੇਂ ਕਾਰਵਾਈ ਕਿਉਂ ਨਹੀਂ ਕਰਦੇ ਪਏ, ਇਹ ਏਜੰਸੀਆਂ ਨੇ ਜਿਹੜੀਆਂ ਉਹ ਕਰਾ ਰਹੀਆਂ ਨੇ। ਉਹਨਾਂ ਨੂੰ ਪਤਾ ਹੈ ਵੀ ਲੱਗਦਾ ਵੀ ਸਿੱਖ ਜਥੇਬੰਦੀ ਇਹ 3-4 ਜਣੇ ਹੋਣ ਆਏ ਨੇ, ਵੇਖੀਏ ਵੀ ਕਿੰਨਾ ਕੁ ਇਹਨਾਂ ਨੂੰ ਮਗਰ ਇਕੱਠ ਹੈਗਾ। ਉਹ ਸਾਡਾ ਸਿੱਖ ਜਥੇਬੰਦੀਆਂ ਦਾ ਇਕੱਠ ਵੇਖਣਾ ਚਾਹੁੰਦੇ ਨੇ, ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਉਹ ਕਾਰਵਾਈ ਦਾ ਕੀ ਫਾਇਦਾ ਜੇ ਆਈ ਇੱਥੇ ਧਰਨੇ ਲਾ ਕੇ ਕਰਾਈ ਕਾਰਵਾਈ, ਉਦੋਂ ਪਹਿਲੇ ਕਾਰਵਾਈ ਕਰ ਦੋ ਨਾ। ਠੀਕ ਹੈ ਬਿਲਕੁਲ। ਤਾਂ ਫਿਰੋਜ਼ਪੁਰ ਕੈਂਟ ਦੇ ਵਿੱਚ ਗੁਰਦੁਆਰਾ ਗੁਰੂ ਤੇਗ ਬਹਾਦਰ ਦਾ ਮਾਮਲਾ ਜਿਹੜਾ ਪਿਛਲੇ ਦਿਨਾਂ ਤੋਂ ਮੀਡੀਆ ਦੇ ਵਿੱਚ ਕਾਫੀ ਚਰਚਾ 'ਚ ਆ। ਗੁਰਦੁਆਰਾ ਸਾਹਿਬ ਸੀ 1962 'ਚ ਬਣਿਆ, ਉੱਥੇ 2000 ਸਨ ਤੋਂ ਜਾਂ ਕੁਛ ਸਾਲ ਪਹਿਲਾਂ ਜਾਂ ਬਾਅਦ ਸੂਰਤ ਸਿੰਘ ਸਾਜਨ ਨਾਮ ਗ੍ਰੰਥੀ ਸਿੰਘ ਆਉਂਦੇ ਆ। ਉਹਨਾਂ ਦੀ ਨੂੰਹ ਕੁਲਦੀਪ ਕੌਰ ਜਿਹੜੀ ਹੈ ਉਹ ਕ੍ਰਿਸਚਨ ਬਣ ਜਾਂਦੀ ਹੈ, ਕਿਉਂਕਿ ਉਹਦਾ ਪਤੀ ਜਿਹੜਾ ਸੀਗਾ ਉਹ ਬਤੌਰ ਰਾਗੀ ਸਿੰਘ ਕਿਰਤ ਕਰਨ ਦੇ ਵਾਸਤੇ, ਧਰਮ ਦਾ ਪ੍ਰਚਾਰ ਕਰਨ ਦੇ ਵਾਸਤੇ ਆਸਟ੍ਰੇਲੀਆ ਵਿਦੇਸ਼ ਗਿਆ ਹੋਇਆ ਸੀਗਾ। ਗੱਲ ਸ਼ਰਮਿੰਦਗੀ ਵਾਲੀ ਵੀ ਹੈ ਔਰ ਗੱਲ ਜਿਹੜੀ ਹੈ ਉਹ ਬੜੀ ਦੁਖਦਾਈ ਵੀ ਹੈ ਕਿ ਇੱਕ ਰਾਗੀ ਸਿੰਘ ਦੀ, ਇੱਕ ਪਾਠੀ ਸਿੰਘ ਦੀ ਨੌਂ, ਇੱਕ ਰਾਗੀ ਸਿੰਘ ਦੀ ਘਰਵਾਲੀ ਜਿਹੜੀ ਆ ਉਹ ਕ੍ਰਿਸਚਨ ਬਣ ਗਈ ਹੈ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਬਣੀ ਰਿਹਾਇਸ਼ ਜਿਹੜੀ ਗ੍ਰੰਥੀ ਵਾਸਤੇ ਬਣਾਈ ਸੀ, ਉੱਥੇ ਬਹਿ ਕੇ ਉੱਥੇ ਰਹਿ ਕੇ ਉਹ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦੀ ਹੈ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਵੇਖੋ, ਪੰਜਾਬ ਦੇ ਮੈਂ ਇੱਕ ਗੱਲ ਭਗਵੰਤ ਮਾਨ ਸਰਕਾਰ ਨੂੰ, ਆਮ ਪਾਰਟੀ ਨੂੰ ਕਹਿਣਾ ਚਾਹੁੰਦਾ, ਵਾਅਦੇ ਇਹਨਾਂ ਬੜੇ ਕੀਤੇ ਸੀ ਸਿੱਖ ਧਰਮ ਦੇ ਗੁਰੂ ਦੇ ਦੋਸ਼ੀ ਫਾਲਾਂਗੇ। ਪਿਛਲੇ ਦਿਨ ਇੱਕ DGP ਨੇ ਐਲਾਨ ਕੀਤਾ ਵੀ ਅਸਲਾ ਕਿਹੜਾ ਗਨ ਕਲਚਰ ਨਹੀਂ ਫੈਲਣ ਦੇਣਾ। ਇੱਕ 5 ਸਾਲ ਦੇ ਬੱਚੇ ਦੇ ਫੋਟੋ ਖਿੱਚੀ ਵੀਡੀਓ 'ਚ, ਉਹਨੂੰ ਵੀਡੀਓ ਆ ਗਈ ਨੈਟ ਤੇ, 5 ਸਾਲ ਦੇ ਬੱਚੇ ਦੀ। ਆ ਮਜੀਠਾ ਥਾਣਾ ਦੇ 5 ਸਾਲ ਦਾ ਬੱਚਾ ਹੁਣ 10 ਸਾਲ ਦਾ ਹੋ ਗਿਆ, ਪਰਚਾ ਦਰਜ ਕਰਤਾ, ਮਿੰਟ ਲਾਇਆ ਪਰਚਾ। 5 ਸਾਲ ਦਾ ਬੱਚਾ ਗੋਲੀ ਮਾਰ ਦੂਗਾ ਕਿਸੇ ਨੂੰ, ਉਹਦੇ ਤੇ ਆਰਡਰ ਫੋਲੋ ਮਿੰਟੋ ਮਿੰਟ ਪ੍ਰਸ਼ਾਸਨ ਨੇ ਕਰ ਲਿਆ। ਤੇ ਕਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋ ਰਹੀਆਂ ਸੀ, ਇਸ 'ਤੇ ਧਰਨੇ ਲਾਉਂਦੇ ਫਿਰਨੇ, ਉਹਨਾਂ ਦੀ ਕਾਰਵਾਈ ਪ੍ਰਸ਼ਾਸਨ ਨੂੰ ਪਤਾ ਹੀ ਨਹੀਂਗਾ। ਇਹ ਸਾਡੇ ਨਾਲ ਬੇਇਨਸਾਫੀ ਨਾ ਸਿੱਖ ਕੌਮ ਨਾਲ। ਜੇ ਕੋਈ ਡੇਰੇਦਾਰ ਤੇ ਮੇਰੇ ਤੇ 7 ਪਰਚੇ ਡੇਰੇ ਸਰਸੇ ਨੇ ਕਰਾਏ ਆ, ਤੇ ਸਾਡੇ ਸਿੰਘ 5-5 ਸਾਲ ਤੋਂ ਧਰਨੇ ਲਾ ਕੇ ਬੈਠੇ ਨੇ, 7-7 ਸਾਲ ਧਰਨਿਆਂ 'ਤੇ ਬੈਠੇ, ਰੋਡਾਂ 'ਤੇ ਬੈਠੇ, ਠੰਡਾ ਰਾਤਾਂ ਕੱਟ ਰਹੇ ਆ, ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਪ੍ਰਸ਼ਾਸਨ ਦੀ ਬੜੀ ਵੱਡੀ ਨਲਾਇਕੀ ਆ। ਇਹ ਪ੍ਰਸ਼ਾਸਨ ਨੂੰ ਦੁਬਾਰਾ ਫਿਰ ਇਹ ਕਹਿਣਾ ਚਾਹੁੰਦੇ ਆ ਵੀ ਇਹ ਕਾਰਵਾਈ ਕਰ ਦਿਓ, 9 ਤਰੀਕ ਪਹਿਲਾਂ ਹੋ ਜੇ, ਠੀਕ ਆ, ਨਹੀਂ ਤੇ ਫਿਰ ਅਸੀਂ ਵੱਡਾ ਇਕੱਠ ਕਰਾਂਗੇ। ਮੈਂ ਕਹਿੰਦਾ ਜਿਵੇਂ ਅੱਗੇ ਪ੍ਰਸ਼ਾਸਨ ਕਿਤੇ ਸੁੱਤਾ ਸੀ, ਜੇ ਅੱਜ ਅੰਮ੍ਰਿਤਪਾਲ ਉੱਠ ਪਿਆ ਤੇ ਅੰਮ੍ਰਿਤਪਾਲ ਦੇ ਨਾਲ ਗੈਨਮੈਨ ਰੱਖ ਲੈਣੇ, ਜਿਵੇਂ ਅੱਗੇ ਵੀ ਇਹਨਾਂ ਨੇ ਦੂਜਿਆਂ ਨੇ ਸਿਵ ਸੈਨਾ ਵਾਲਿਆਂ ਨੇ ਵੀ ਰੱਖੇ ਨੇ, ਉਦੋਂ ਕਿਉਂ ਨਾ ਇਹਨਾਂ ਨੇ ਬਿਆਨ ਦਿੱਤੇ ਵੀ ਤੁਸੀਂ ਆਹ ਨਹੀਂ ਲਾਇਸੈਂਸ ਨਹੀਂ, ਉਹ ਕਾਰ ਨਹੀਂ, ਪਿਸਤੌਲ ਨਹੀਂ ਰੱਖ ਸਕਦੇ, ਉਹ ਨਹੀਂ ਰੱਖ ਸਕਦੇ। ਜੇ ਅੱਜ ਅੰਮ੍ਰਿਤਪਾਲ ਉੱਠਿਆ ਤੇ ਅੱਜ ਇਹਨਾਂ ਨੂੰ ਕਾਨੂੰਨ 'ਚ ਤੇ ਆ ਗਿਆ। ਜੀ ਬਿਲਕੁਲ। ਤਾਂ ਬਹੁਤ ਸਾਰੇ ਸਵਾਲ ਨੇ ਸਿੱਖਾਂ ਦੇ ਵਿੱਚ ਨਾ, ਇੱਕ ਬੇਭਰੋਸਗੀ ਉਹ ਪੈਦਾ ਹੋ ਗਈ ਹੈ ਔਰ ਉਹਦੇ ਕਈ ਕਾਰਨ ਨੇ। ਉਹ ਕਿਤੇ ਉਸ ਤਰ੍ਹਾਂ ਹੀ ਪੈਦਾ ਨਹੀਂ ਹੋਈ। ਹੁਣ ਦੇਖੋ, ਇਹ ਜਿਹੜਾ ਮਾਮਲਾ ਹੈਗਾ ਬੜਾ ਸੈਂਸਿਟਿਵ ਮਾਮਲਾ, ਫਿਰੋਜ਼ਪੁਰ ਦੇ ਕੈਂਟ ਇਲਾਕੇ ਦੇ ਵਿੱਚ ਗੁਰੂ ਤੇਗ ਬਹਾਦਰ ਗੁਰਦੁਆਰਾ, ਜਿਸ ਦੇ ਵਿੱਚ ਸਵਰਗਵਾਸੀ ਸੂਰਤ ਸਿੰਘ ਸਾਜਨ ਗ੍ਰੰਥੀ ਸਿੰਘ ਦੀ ਨੂੰਹ ਜਿਹੜੀ ਹੈ, ਇੱਕ ਰਾਗੀ ਸਿੰਘ ਦੀ ਪਤਨੀ ਜਿਹੜੀ ਕੁਲਦੀਪ ਕੌਰ, ਉਹ ਕ੍ਰਿਸਚਨ ਬਣ ਗਈ ਹੈ। ਹਾਲਾਂਕਿ ਉਹ ਕੌਰ ਨਹੀਂ ਰਹੀ, ਹੁਣ ਉਹ ਕ੍ਰਿਸਚਨ ਬਣ ਗਈ ਹੈ। ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕਬਜ਼ਾ ਕਰਕੇ ਬੈਠੀ ਹੋਈ ਹੈ। ਉਸ ਗੁਰਦੁਆਰੇ ਦਾ ਪ੍ਰਬੰਧ ਜਿਹੜਾ ਉਹ ਸ਼੍ਰੋਮਣੀ ਕਮੇਟੀ ਕੋਲੇ ਇਹਨਾਂ ਨੇ ਦੱਸਿਆ। ਉੱਥੇ 3 ਸਿੰਘ ਜਿਹੜੇ ਨੇ ਉਹ ਸੇਵਾ ਨਿਭਾਉਂਦੇ ਨੇ, ਪਰ ਉਹ ਨਿਸ਼ਾਨ ਸਾਹਿਬ ਜਿਹੜਾ ਹੈਗਾ ਉਹ ਔਰਤ ਦੇ ਜਿਹੜਾ ਵਸੋਂ ਵਾਲਾ ਇਲਾਕਾ ਹੈਗਾ, ਦੀ ਰਿਹਾਇਸ਼ ਵਾਲਾ, ਉੱਧਰ ਆ ਗਿਆ। ਤੇ ਇਸ ਤਰ੍ਹਾਂ ਦੀ ਜਿਹੜੀ ਉੱਥੇ ਕੁਤਾਹੀ ਹੋ ਰਹੀ ਹੈ, ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਜਾਇਆ ਜਾਵੇ, ਆਪਣੇ ਕੈਮਰੇ ਰਾਹੀਂ ਤੁਹਾਨੂੰ ਹਾਲਾਤ ਦਿਖਾਏ ਜਾਣ, ਕਿਉਂਕਿ ਇਹਨਾਂ ਨੇ ਅਦਾਲਤ ਦਾ ਹੁਕਮ ਲੈ ਕੇ, ਅਦਾਲਤ ਤੋਂ ਮਨਜ਼ੂਰੀ ਲੈ ਕੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦੇ ਜਿਹੜੇ ਚੋਲੇ ਦੀ ਸੇਵਾ ਕੀਤੀ। ਮੇਰਾ ਨਾਮ ਕੁਲਦੀਪ ਕੌਰ। ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵੀਡੀਓ ਚੱਲ ਰਹੀ ਸੋਸ਼ਲ ਮੀਡੀਆ ਤੇ, ਘਟਨਾ ਵਾਪਰੀ ਆ, ਹਾਂਜੀ। ਤੇ ਤੁਹਾਡਾ ਨਾਮ ਲੈ ਰਹੇ ਨੇ ਕਿ ਉਹਨਾਂ ਦੇ ਵੱਲੋਂ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਅਸਲ ਕੀ ਮਾਮਲਾ? ਸਰ, ਮੇਰੇ ਵੱਲੋਂ ਕੋਈ ਬੇਅਦਬੀ ਨਹੀਂ ਹੈ ਜੀ। ਮੈਂ ਕੋਈ ਬੇਅਦਬੀ ਨਹੀਂ ਕੀਤੀ ਜੀ। ਬੇਅਦਬੀ ਤੇ ਇਹਨਾਂ ਨੇ ਕੀਤੀ ਹੋਈ ਆ। ਕਿਵੇਂ? ਬਾਥਰੂਮ ਦੇ ਅੱਗੇ ਇਹਨਾਂ ਨਿਸ਼ਾਨ ਸਾਹਿਬ ਲਾਇਆ, ਗਟਰ ਦੇ ਉੱਪਰ ਇਹਨਾਂ ਨਿਸ਼ਾਨ ਸਾਹਿਬ ਲਾਇਆ, ਥੱਲੇ ਸਾਡੇ ਪਹਿਲਾਂ ਬਣਿਆ ਸੀ ਬਾਥਰੂਮ ਪਹਿਲਾਂ ਬਣਿਆ, ਨਿਸ਼ਾਨ ਸਾਹਿਬ ਬਾਅਦ ਚ ਬਣਿਆ। ਹੂੰ। ਇਹਨਾਂ ਨੂੰ ਉਦੋਂ ਸੋਚਣਾ ਚਾਹੀਦਾ ਸੀ, ਨਿਸ਼ਾਨ ਸਾਹਿਬ ਲਾਉਣ ਲੱਗੇ ਪਹਿਲਾਂ ਇੱਕ ਲੱਗਾ ਹੋਇਆ ਹੈ, ਫਿਰ ਇਹਨਾਂ ਨੇ ਮੇਰੇ ਘਰ ਦੇ ਵਿੱਚ ਦੂਜਾ ਲਾਇਆ, ਕਿਉਂਕਿ ਇਹਨਾਂ ਨੂੰ ਪਤਾ ਸੀ ਮੈਂ ਕੇਸ ਜਿੱਤ ਚੁੱਕੀ ਹਾਂ। ਇਹਨਾਂ ਨੇ ਮੈਂ ਚੱਲਦੇ ਕੇਸ 'ਚ ਪਹਿਲਾਂ ਨਿਸ਼ਾਨ ਸਾਹਿਬ ਲਾਇਆ, ਫਿਰ ਮੈਂ ਕੇਸ ਜਿੱਤ ਗਈ ਹਾਂ। ਉਸ ਤੋਂ ਬਾਅਦ ਇਹਨੇ ਸ਼੍ਰੋਮਣੀ ਕਮੇਟੀ ਨੂੰ ਕਬਜ਼ਾ ਦਿੱਤਾ, ਫਿਰ ਸ਼੍ਰੋਮਣੀ ਕਮੇਟੀ ਨੂੰ ਇਹਨੇ ਵਿੱਚ ਬਿਠਾਇਆ, ਉਹਨਾਂ ਨੇ ਮੇਰੇ 'ਤੇ ਕੇਸ ਲਾਇਆ, ਉਹ ਵੀ ਮੈਂ ਜਿੱਤ ਗਈ ਹਾਂ, ਸ਼੍ਰੋਮਣੀ ਕਮੇਟੀ ਵਾਲਾ ਵੀ। ਅਤੇ ਮੇਰੇ ਨਾਲ ਅਜੇ ਵੀ ਜ਼ਬਰਦਸਤੀ ਕਰ ਰਹੇ ਆ, ਤੰਗ ਕਰ ਰਹੇ ਆ ਮੈਨੂੰ ਇੱਥੋਂ ਕੱਢਣ ਵਾਸਤੇ। ਜੀ। ਇਹ ਜਗ੍ਹਾ ਮੇਰੀ ਆ, ਮੇਰੇ ਨਾਮ ਤੇ ਆ, ਮੇਰੇ ਨਾਮ ਤੇ ਲੀਜ਼ ਹੋਈ ਆ, ਪੈਸਾ ਉਹਨਾਂ ਨੂੰ ਭਰਿਆ, ਮੈਂ ਕਿਰਾਇਆ ਵੀ ਉਹਨਾਂ ਨੂੰ ਮੈਂ ਦੇ ਰਹੀ ਹਾਂ, 15,000 ਰੁਪਇਆ ਸਾਲ ਦਾ ਮੈਂ ਉਹਨਾਂ ਨੂੰ ਦੇ ਰਹੀ ਹਾਂ। ਸਾਰੇ ਜੋ ਵੀ ਬਿੱਲ ਲੱਗਦੇ ਜਾਂ ਟੈਕਸ ਘਰ ਦਾ ਲੱਗਦਾ, ਸਾਰਾ ਕੁਝ ਮੈਂ ਭਰ ਰਹੀ ਹਾਂ। ਜੀ, ਇੱਕੋ ਕਹਿੰਦੇ ਨਾ ਕਿ ਤੁਹਾਡੇ ਜਿਹੜੇ ਸਹੁਰਾ ਸਾਹਿਬ ਸੀਗੇ, ਕੀ ਨਾਮ ਸੀ ਉਹਨਾਂ ਦਾ? ਸੂਰਤ ਸਿੰਘ। ਹਾਂਜੀ, ਉਹ ਜਿਹੜੇ ਸੀਗੇ ਕੋਈ ਰਾਗੀ ਜਾਂ ਢਾਡੀ ਸੀਗੇ, ਇਦਾਂ ਕੁਝ ਦੱਸਦੇ ਨੇ। ਹਾਂਜੀ, ਪਾਠੀ ਸਿੰਘ ਸੀਗੇ, ਨਾਲ ਰਾਗੀ ਢਾਡੀ ਦਾ ਵੀ ਕਰਦੇ ਸੀ ਕੁਝ? ਹਾਂਜੀ। ਹਾਂਜੀ, ਉਹ ਇੱਥੇ ਸੀਗੇ
ਹਾਂਜੀ ਉਹ ਇਸ ਗੁਰਦੁਆਰੇ ਦੇ ਸੀਗੀ, ਤੁਹਾਡਾ ਕੋਈ ਡਿਸਪਿਊਟ ਹੁੰਦਾ ਉਸ ਤੋਂ ਬਾਅਦ ਉਹ ਕਹਿੰਦੇ ਕੋਈ ਸ਼੍ਰੋਮਣੀ ਕਮੇਟੀ ਦੇ ਇਹ ਜਗ੍ਹਾ ਤੁਹਾਨੂੰ ਤਾਂ ਹੀ ਮਿਲੀ ਸੀ ਕਿ ਉਹ ਪਾਠੀ ਸਿੰਘ ਤੇ ਭਾਬੀ ਸਿੰਘ ਦੀ ਰਿਹਾਇਸ਼ ਸੀਗੀ। ਨਹੀਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਨਹੀਂ। ਇਹ ਗੁਰਦੁਆਰੇ ਦੀ ਥਾਂ ਸੀ, ਇਹ ਨਹੀਂ। ਪਰਿਵਾਰ ਜਿਵੇਂ ਗੁਰਦੁਆਰਿਆਂ 'ਚ ਬੈਠਦਾ ਉਵੇਂ ਬਿਠਾਇਆ ਗਿਆ। ਨਹੀਂ, ਗੁਰਦੁਆਰੇ ਦੀ ਰਿਹਾਇਸ਼ ਨਹੀਂ ਹੈ, ਇਹ ਵਕਫ ਬੋਰਡ ਦੀ ਮਸੀਤ ਹੈ, ਵਕਫ ਬੋਰਡ ਦੀ ਜਗ੍ਹਾ ਆ, ਵਕਫ ਬੋਰਡ ਹੀ ਮਾਲਕ ਆ, ਵਕਫ ਬੋਰਡ ਨੇ ਮੈਨੂੰ ਲੀਜ਼ ਤੇ ਦਿੱਤੀ ਹੈ। ਇਹਦੇ ਵਿੱਚ ਮੇਰੇ ਸਹੁਰੇ ਦਾ ਕੋਈ ਲੈਣ ਦੇਣ ਨਹੀਂ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵਕਫ ਬੋਰਡ ਤੋਂ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ, ਹਾਂਜੀ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਥਾਂ ਸੀ ਜਿਵੇਂ ਪਾਠੀ ਸਿੰਘ ਦੀ ਰਿਹਾਇਸ਼ ਹੁੰਦੀ ਹੈ, ਹਾਂਜੀ। ਜੋ ਤੁਹਾਡੇ ਸਹੁਰਾ ਸਾਹਿਬ ਸੀਗੇ ਉਹ ਇੱਥੇ ਰਿਹਾਇਸ਼ ਦੇ ਤੌਰ ਤੇ ਰਹਿੰਦੇ ਆ, ਤੁਸੀਂ ਇਸ ਘਰ ਦੇ ਵਿੱਚ ਵਿਆਹ ਕੇ ਆਉਂਦੇ ਹੋ। ਹਾਂਜੀ ਇਹ ਥਾਂ ਜਿਹੜੀ ਉਹ ਕਹਿੰਦੇ ਕਿ ਹੈ ਤਾਂ ਇਹਨਾਂ ਦੇ ਕੋਲ ਸੀ, ਗੁਰਦੁਆਰੇ ਦੀ ਥਾਂ ਦੇ ਵਿੱਚ ਇਹਨਾਂ ਨੂੰ ਬਿਠਾਇਆ ਗਿਆ। ਉਸ ਤੇ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਜਦੋਂ ਪਿੱਛੇ ਵੀ ਬਣੀ ਆ ਜਗ੍ਹਾ ਵਕਫ ਬੋਰਡ ਦੀ, ਪਿੱਛੇ ਵੀ ਵਕਫ ਬੋਰਡ ਦੀ ਜਗ੍ਹਾ ਹੈ, ਨਾਲ ਦੀ ਵੀ ਵਕਫ ਬੋਰਡ ਦੀ ਜਗ੍ਹਾ ਹੈ, ਦੁਕਾਨਾਂ ਵੀ ਵਕਫ ਬੋਰਡ ਦੀਆਂ, ਇੱਧਰ ਵੀ ਦੁਕਾਨਾਂ ਵਕਫ ਬੋਰਡ ਦੀਆਂ, ਸਾਰੀਆਂ ਵਕਫ ਬੋਰਡ ਦੀਆਂ ਜੀ ਤੇ ਇਹ ਮਾਲਕ ਕਿਵੇਂ ਹੋ ਗਏ ਨੇ? ਜੀ ਮਾਲਕ ਤੇ ਇਹ ਵੀ ਨਹੀਂ ਹੈਗੇ। ਤੁਸੀਂ ਕਿੰਨੇ ਸਾਲ 'ਚ ਵਿਆਹ ਕੇ ਆਏ ਹੋ ਇੱਥੇ? ਮੈਂ ਇੱਥੇ 88 ਵਿੱਚ ਆਈ ਹਾਂ। 88 ਦੇ ਵਿੱਚ ਆਏ ਹੋ। ਹਾਂਜੀ ਜੀ ਕਿਹੜੀ ਜਿਹੜੀ ਇਹ ਵਿਚਾਲੇ ਕੰਧ ਹੈ ਗੁਰਦੁਆਰਾ ਸਾਹਿਬ ਤੇ ਤੁਹਾਡੀ ਰਿਹਾਇਸ਼ ਦੇ ਵਿੱਚ, ਇਹ ਕਦੋਂ ਨਿਕਲੀ ਹੈਗੀ? ਜਦੋਂ ਨਿਸ਼ਾਨ ਸਾਹਿਬ ਲੱਗਾ ਉਦੋਂ ਪਹਿਲਾਂ ਜਾਂ ਬਾਅਦ 'ਚ? ਨਿਸ਼ਾਨ ਸਾਹਿਬ ਤੋਂ ਬਾਅਦ ਚ ਹੋਈ ਆ, ਮਤਲਬ ਕਿ ਪਹਿਲਾਂ ਇੱਕੋ ਕੇਸ ਜਗ੍ਹਾ ਸੀ, ਮਤਲਬ ਹਾਂਜੀ ਗੁਰੂ ਘਰ ਤੇ ਰਿਹਾਇਸ਼ ਇਕੱਠੀ ਸੀ। ਇਹਦਾ ਦਰਵਾਜ਼ਾ ਕਿਹੜਾ ਸੀਗਾ ਜੀ? ਆਹੀ ਤੁਹਾਡਾ ਜਿਹੜਾ ਤੁਸੀਂ ਵਰਤਿਆ? ਉੱਥੇ ਵੀ ਦਰਵਾਜ਼ਾ ਸੀਗਾ ਇਹਦਾ, ਅੱਛਾ। ਉਧਰ ਵੀ ਗਲੀ ਦੇ ਵਿੱਚ ਦਰਵਾਜ਼ਾ ਸੀਗਾ। ਇਹ ਆਪਣਾ ਦਰਵਾਜ਼ਾ ਕੱਢ ਲੈਣ ਉਧਰ। ਉਧਰ ਅਸੀਂ ਗਲੀ ਲੱਗਦੀ ਹੈ? ਹਾਂਜੀ ਗਲੀ ਲੱਗਦੀ ਹੈ, ਕਿ ਤੁਸੀਂ ਦੇਖ ਸਕਦੇ ਹੋ ਗਲੀ ਉਧਰ ਚਲੋ ਲੱਗਦੀ। ਠੀਕ ਹੈ, ਉਹ ਦੇਖ ਲੈਂਦੇ ਆਪਾਂ। ਇਹ ਦਰਵਾਜ਼ਾ ਕਦੋਂ ਬੰਦ ਹੁੰਦਾ? ਉਹ ਕੰਧ ਕਦੋਂ ਨਿਕਲਦੀ ਹੈ ਪ੍ਰੋਪਰ ਤੌਰ ਤੇ? ਜਿੱਥੇ ਸ਼ੈੱਡ ਪਾਇਆ ਸ਼ੈੱਡ ਉਹ ਤੇ ਇਹਨਾਂ ਦੇ ਦਾਦੇ ਨੇ ਹੀ ਪਾਇਆ ਸੀ। ਅੱਛਾ ਹਾਂਜੀ ਉਹ ਇੱਥੇ ਲੰਗਰ ਬਣਾਉਂਦਾ ਹੁੰਦਾ ਸੀ। ਜੀ। ਹਾਂਜੀ ਉਹ ਤੋਂ ਜਦੋਂ ਤੇ ਉਹ ਸਾਡੇ ਨਾਲ ਹੀ ਰਹਿੰਦਾ ਸੀ। ਜਦੋਂ ਤੁਹਾਡੇ ਸਹੁਰਾ ਸਾਹਿਬ ਇਸ ਗੁਰਦੁਆਰੇ ਦੇ ਵਿੱਚ ਸੇਵਾ ਕਰਦੇ ਸੀ, ਹਾਂਜੀ ਉਦੋਂ ਐਸੇ ਗੇਟ ਤੋਂ ਹੀ ਸੰਗਤ ਆਉਂਦੀ ਸੀ ਜਿਵੇਂ ਹੁਣ ਆ ਰਹੀ ਆ? ਲੰਘਦੇ ਤੇ ਇਸੇ ਗੇਟ ਚੋਂ ਹੀ ਸੀ, ਪਰ ਅਸੀਂ ਕਦੀ ਸਵਾਲ ਨਹੀਂ ਉਠਾਇਆ ਕਿਉਂਕਿ ਉਹਨਾਂ ਨੇ ਉਹ ਗੇਟ ਬੰਦ ਕਰਤਾ ਸੀ, ਇਹ ਗੇਟ ਰੱਖਿਆ ਸੀ ਵੀ ਇਹ ਮੈਨੂੰ ਪਤਾ ਲੱਗਦਾ ਰਹੇਗਾ ਵੀ ਇਧਰੋਂ ਕੌਣ ਆਉਂਦਾ ਕੌਣ ਜਾਂਦਾ, ਕੋਈ ਉਧਰ ਚੋਰ ਵੀ ਵੜ ਸਕਦਾ, ਕੋਈ ਵੀ ਵੜ ਸਕਦਾ, ਉਧਰ ਕੋਈ ਬੇਅਦਬੀ ਵੀ ਕਰ ਸਕਦਾ। ਇਸ ਕਰਕੇ ਉਹਨਾਂ ਨੇ ਉਹ ਗੇਟ ਬੰਦ ਕਰਕੇ ਇੱਕ ਗੇਟ ਰੱਖ ਦਿੱਤਾ ਤੇ ਉਦੋਂ ਕੋਈ ਸਵਾਲ ਨਹੀਂ ਉਠਾਇਆ। ਪਰ ਗੇਟ ਨਕਸ਼ੇ ਦੇ ਵਿੱਚ ਵੀ ਉਧਰ ਹੈਗਾ। ਨਕਸ਼ੇ 'ਚ ਹੈਗਾ? ਹਾਂਜੀ ਨਕਸ਼ੇ 'ਚ ਗੇਟ ਹੈਗਾ। ਤੇ ਜਿਹੜਾ ਤੁਹਾਡੇ ਤੇ ਹੁਣੇ ਕਹਿ ਰਹੇ ਕਿ ਇਹਨਾਂ ਨੇ ਇੱਥੇ ਨਿਸ਼ਾਨ ਸਾਹਿਬ ਤੇ ਕੋਈ ਇਦਾਂ ਦੀਆਂ ਚੀਜ਼ਾਂ ਨਹੀਂ ਪੋਚੇ ਰੱਖ ਦਿੰਦੇ ਜਾਂ ਹੋਰ, ਕੁਛ ਨਹੀਂ। ਮੈਂ ਉਹ ਜੋ ਮਰਜ਼ੀ ਬੋਲੀ ਜਾਣ, ਮੈਂ ਤੇ ਕਦੀ ਪੋਚਾ ਲਾਇਆ ਵੀ ਨਹੀਂ। ਸਾਡੀ ਕੰਮ ਵਾਲੀ ਕੰਮ ਕਰਦੀ ਆ, ਕੰਮ ਕਰਕੇ ਉਹ ਪੋਚਾ ਪੌੜੀ ਤੇ ਟੰਗ ਕੇ ਜਾਂਦੀ ਆ। ਉਹ ਪੋਚਾ ਅਸੀਂ ਕਿਉਂ ਰੱਖਾਂਗੇ ਨਿਸ਼ਾਨ ਕਿੰਨੇ ਸਾਹਿਬ ਮਿਰਚਾਂ ਤੇ? ਸੁਪਨੇ ਪਾਉਂਦੇ ਆ, ਨਿਸ਼ਾਨ ਸਾਹਿਬ ਨਹੀਂ ਕੁਛ ਨਹੀਂ ਪਾਇਆ। ਨਿਸ਼ਾਨ ਸਾਹਿਬ ਬਦਲਣ ਤਾਂ ਨਹੀਂ ਦਿੱਤਾ ਕਿ ਜਗ੍ਹਾ ਦਾ ਕੇਸ ਤੇ ਮੇਰੇ ਹੱਕ 'ਚ ਆ ਨਾ। ਹਾਂ। ਤੇ ਨਿਸ਼ਾਨ ਸਾਹਿਬ ਜਿਹੜਾ ਇਹਨਾਂ ਦਾ ਉਧਰ ਲੱਗਾ, ਜੇ ਮੈਂ ਉਹਦੇ 'ਚ ਬੋਲਦੀ ਆ ਤੇ ਤਾਂ ਕਹਿ ਮੇਰੇ ਘਰ ਦੇ ਵਿੱਚ ਆ ਕੇ ਨਿਸ਼ਾਨ ਸਾਹਿਬ ਲਾਉਣਗੇ ਜਾਂ ਉਹ ਕੁਝ ਵੀ ਕਰਨਗੇ ਮੇਰੀ ਜਗ੍ਹਾ ਦੇ ਵਿੱਚ, ਤੇ ਫਿਰ ਤੇ ਮੈਂ ਇਹਨਾਂ ਨੂੰ ਕਹੂੰਗੀ ਨਾ, ਰੋਕੂੰਗੀ ਨਾ। ਦੀਪ ਕੌਰ ਜੀ, ਮਤਲਬ ਇਹ ਜਗ੍ਹਾ ਉਹਨਾਂ ਦਾ ਕਹਿਣਾ ਵੀ ਇਹ ਜਗ੍ਹਾ ਸੂਰਤ ਸਿੰਘ ਸਾਜਨ ਤੁਹਾਡੇ ਸਹੁਰਾ ਉਹ ਗ੍ਰੰਥੀ ਸਿੰਘ ਸੀਗੇ, ਇਹ ਮਕਾਨ ਇੱਕ ਪਾਠੀ ਵਾਸਤੇ ਪਾਇਆ ਗਿਆ ਸੀਗਾ ਤੁਹਾਡਾ? ਇਹਨੂੰ ਕਿਸੇ ਨੇ ਨਹੀਂ ਪਾ ਕੇ ਦਿੱਤਾ ਮਕਾਨ ਨੂੰ, ਮਕਾਨ ਅਸੀਂ ਖੁਦ ਪਾਇਆ, ਖੁਦ ਬਣਾਇਆ। ਪਹਿਲਾਂ ਇੱਥੇ ਕੀ ਸੀਗਾ ਜੀ? ਮਕਾਨ ਹੀ ਬਣਾਇਆ ਅਸੀਂ, ਇਹ ਕਮਰੇ ਬਣਾਏ ਆ, ਬਾਥਰੂਮ ਬਣਾਏ ਆ। ਕਿਹੜੇ ਸਾਲ 'ਚ? ਇਹ ਸਨ ਮਤਲਬ ਕਿ ਮੇਰੇ ਵਿਆਹ ਤੋਂ ਬਾਅਦ ਅਸੀਂ ਬਣਾਏ। ਕਿੰਨੇ ਅੰਦਾਜ਼ਾ? 88 'ਚ ਵਿਆਹ ਹੋਇਆ? 88 ਚ ਵਿਆਹ ਹੋਇਆ, ਬਾਅਦ ਚ ਬਣਾਏ ਆ ਮਕਾਨ। ਅੱਛਾ, ਉਸ ਤੋਂ ਪਹਿਲਾਂ ਇੱਥੇ ਕੀ ਸੀਗਾ? ਉਸ ਤੋਂ ਪਹਿਲਾਂ ਕੁਝ ਵੀ ਨਹੀਂ, ਸ਼ੈੱਡ ਜਿਹਾ ਪਾ ਕੇ ਤੇ ਉੱਥੇ ਹੀ ਉਹ ਸੌਂਦੇ ਸੁੰਦੇ ਹੁੰਦੇ ਸੀ। ਮਤਲਬ ਉਦੋਂ ਮਕਾਨ ਹੀ ਉਸ ਤਰ੍ਹਾਂ ਦਾ ਸੀ? ਹਾਂਜੀ ਮਕਾਨ ਹੀ ਉਸ ਤਰ੍ਹਾਂ ਦਾ ਸੀਗਾ। ਉਧਰ ਉਹ ਸ਼ੈੱਡ ਉਹਨਾਂ ਨੇ ਰੱਖਿਆ ਸੀ ਤੇ ਸ਼ੈੱਡ ਦੇ ਥੱਲੇ ਹੀ ਉਹ ਸੌਂਦੇ ਹੁੰਦੇ ਸੀ। ਹਾਂਜੀ ਇਹ ਜਗ੍ਹਾ ਖਾਲੀ ਸੀ। ਉਹ ਕਹਿੰਦੇ ਡਿਸਪਿਊਟ ਹੋ ਗਿਆ, ਕੋਈ ਤਾਂਤਰਿਕ ਵਗੈਰਾ ਬਾਬੇ ਸੱਦ ਕੇ ਇੱਥੇ ਕਰਾਉਂਦੇ ਸੀਗੇ, ਉਦੋਂ ਦੇ ਇੱਕ ਰਾਜੀ ਨਾਲ ਝੂਠ ਬੋਲਦੇ ਹੋ। ਤੇ ਆਪਣੇ ਬੇਟੇ ਕੋਲੇ ਚਲਾ ਗਿਆ ਸੀ, ਉੱਥੇ ਵੱਡੇ ਕੋਲੇ, ਉੱਥੇ ਉਹਦੀ ਡੈਥ ਹੋਈ ਆ। ਉਹ ਕਹਿੰਦੇ ਤਾਂਤਰਿਕ ਬਾਬੇ ਦਾ ਵਿੱਚ ਇੱਥੇ ਕਿੱਥੋਂ ਰੋਲ ਆ ਗਿਆ? ਉਹ ਇਦਾਂ ਦਾ ਕੁਝ ਦੱਸ ਰਹੇ ਸੀ ਨਹੀਂ, ਤਾਂਤਰਿਕ ਦਾ ਵਿੱਚ ਰੋਲ ਕਿੱਥੋਂ ਆ ਗਿਆ? ਜੇ ਤਾਂਤਰਿਕ ਦਾ ਰੋਲ ਹੈ ਤੇ ਤਾਂਤਰਿਕ ਨੂੰ ਇਹ ਜਾਣਦੇ ਨੇ, ਉਹਨਾਂ ਨਾਲ ਉਹਦੇ ਨਾਲ ਗੱਲ ਕਰਨ। ਮੇਰੇ ਵੱਲ ਕਿਉਂ ਆਉਂਦੇ ਨੇ? ਉਦੋਂ ਥਾਣੇ ਵੀ ਬੁਲਾਇਆ ਗਿਆ ਸੀਗਾ, ਉਹ ਕਹਿੰਦੇ ਵੀ ਉਦੋਂ ਤੁਹਾਡੇ ਕੋਲ ਛੋਟਾ ਬੇਟਾ ਸੀ, ਕਹਿੰਦੇ ਤਾਂ ਅਸੀਂ ਪਰਚਾ ਨਹੀਂ ਸੀ ਦਰਜ ਕਰਿਆ 2012 ਦੇ ਵਿੱਚ। ਇੱਕ ਲਿਖਤ ਹੈਗੀ ਉਹਨਾਂ ਕੋਲ 6/11 ਹਾਂਜੀ ਪਤਾ ਨਹੀਂ 11/6/2022 2012 ਸੌਰੀ 2012 ਦੀ ਹੈ ਲਿਖਤ। ਅੱਛਾ ਜੀ। ਤੇ ਉਸ ਤੋਂ ਪਹਿਲਾਂ ਮੇਰੇ ਕੋਲ ਸਟੇ ਸੀ, ਉਸ ਤੋਂ ਪਹਿਲਾਂ ਮੇਰੇ ਕੋਲ ਸਟੇ ਸੀ। ਸਰ ਐਸਾ ਐਵੇਂ ਹੈ ਕਿ ਜਦੋਂ ਕਿਸੇ ਦਾ ਬੱਚਾ ਬਿਮਾਰ ਹੋਏਗਾ ਜੀ ਉਹ ਕਿਸੇ ਨੂੰ ਦਿਖਾਏਗਾ। ਠੀਕ ਹੈ ਜੀ। ਤੁਸੀਂ ਵੀ ਬੱਚਿਆਂ ਵਾਲੇ, ਮੈਂ ਵੀ ਬੱਚਿਆਂ ਵਾਲੀਆਂ, ਇਹ ਵੀ ਬੱਚਿਆਂ ਵਾਲੇ ਨੇ। ਉਹ ਆਪਣੇ ਬੱਚੇ ਦਾ ਸੋਚਣਗੇ। ਜੇ ਕਿਸੇ ਦਾ ਕੋਈ ਜਵਾਨ ਬੱਚਾ ਬਿਮਾਰ ਹੁੰਦਾ ਤੇ ਉਹ ਦੇਖਣਗੇ ਕਿ ਮੇਰੇ ਬੱਚੇ ਨੂੰ ਕੀ ਹੋ ਗਿਆ, ਉਹ ਹਰ ਜਗ੍ਹਾ ਹੱਥ ਮਾਰਨਗੇ। ਆ ਬੀਬੀ ਜੀ, ਆ 8/11/2012 ਦੀ ਜਿਹੜੀ ਉਹ ਲਿਖਤ ਦੱਸਦੇ ਹੋ, ਕਹਿੰਦੇ ਰਾਜੀਨਾਮਾ ਉਹਦੇ ਵਿੱਚ ਉਹਦਾ ਨਾਮ ਹੀ ਹੈ ਸ਼ਾਇਦ ਸੁਖਚੈਨ ਸਿੰਘ ਨਾਂ ਦੱਸਦੇ ਉਹਦਾ ਕੋਈ। ਉਹ ਕਹਿੰਦੇ ਇਹਨਾਂ ਦਾ ਨਾਮ ਵੀ ਹੈਗਾ ਰਾਜੀਨਾਮੇ? ਉਹ ਤੇ ਉਸ ਤੋਂ ਬਾਅਦ ਸਿੰਘ, ਅਮਰੀਕ ਸਿੰਘ, ਉਹ ਤੇ ਉਸ ਤੋਂ ਬਾਅਦ ਆਇਆ ਹੀ ਨਹੀਂ ਕਦੀ ਵੀ। ਆਪਣੀ ਬੇਟੀ ਵਾਸਤੇ ਆਇਆ ਤਾਂ ਨਹੀਂ, ਬੇਟੀ ਵਾਸਤੇ ਬੁਲਾਇਆ ਸੀ, ਬੇਟੀ ਨੂੰ ਦੇਖਣ ਵਾਸਤੇ, ਕਿਉਂਕਿ ਬੇਟੀ ਜਿਹੜੀ ਸੀ ਮੈਂ ਦਾਖਲ ਤੇ ਕਰਾਉਂਦੀ ਹੁੰਦੀ ਸਾਂ ਹਸਪੀਟਲਾਂ ਦੇ ਵਿੱਚ। ਇਹਨੂੰ ਫਰਕ ਨਹੀਂ ਸੀ ਪੈਂਦਾ। ਇਹ ਇੱਕ ਦਿਨ ਖੇਡਣ ਲੱਗ ਗਈ ਤੇ ਜੇ ਮੈਂ ਇਹਨੂੰ ਵਿਖਾ ਲਿਆ ਤੇ ਕੋਈ ਪਾਪ ਥੋੜੀ ਕੀਤਾ, ਮੇਰਾ ਬੱਚਾ ਸੀ ਉਹ।
ਮਾਂ ਦਾ ਬਾਪ ਦਾ ਫਰਜ਼ ਬਣਦਾ ਆਪਣੇ ਬੱਚੇ ਸੰਭਾਲਣਾ। ਉਦੋਂ ਤੁਹਾਡੇ ਪਤੀ ਉਦੋਂ ਵੀ ਉਹ ਬਾਹਰ ਸੀਗੇ। ਅੱਛਾ, ਉਹ ਕਿੰਨੇ ਸਾਲ ਚ ਬਾਹਰ ਜਾਂਦੇ ਆ? ਅਰੀ ਨੂੰ ਕਿੰਨੇ ਸਾਲ ਚ ਗਏ? 11 ਚ ਗਏ ਸੀ ਨਾ, ਜਦੋਂ ਇਹ ਬਿਮਾਰ ਹੋਈ ਹੈ ਇੱਕ ਵਾਰੀ ਆਏ ਸੀ। ਉਹ ਬਾਹਰ ਬਤੌਰ ਪ੍ਰਚਾਰਕ ਰਾਗੀ ਸਿੰਘ ਗਏ ਸੀਗੇ? ਉਦੋਂ ਜੋ ਮਰਜ਼ੀ ਗਏ, ਹੁਣ ਅੱਜ ਉਹ ਕ੍ਰਿਸਚਨ ਨੇ। ਨਹੀਂ, ਉਦੋਂ ਉਹੀ ਜਾਣਕਾਰੀ ਸੀ ਲੈ ਰਹੇ। ਹਾਂਜੀ। ਕਿਸ ਤਰ੍ਹਾਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ, ਉਹ ਕਹਿੰਦੇ ਕਿ ਜਦੋਂ ਉਹ ਗਿਆ ਸੀ ਉਦੋਂ ਉਹ ਰਾਗੀ ਸਿੰਘ ਦੇ ਤੌਰ ਤੇ ਗਿਆ ਸੀ, ਹਾਂਜੀ। ਬਾਅਦ ਦੇ ਵਿੱਚ ਇਹ ਪਰਿਵਾਰ ਜਿਹੜਾ ਕ੍ਰਿਸਚਨ ਬਣ ਜਾਂਦਾ। ਅਸੀਂ ਤਾਂ ਹੁਣ ਬਣੇ ਆ ਕ੍ਰਿਸਚਨ, ਸਾਡੇ ਫਾਦਰ ਉਹ ਤੇ ਸਾਡੇ ਤੋਂ ਪਹਿਲਾਂ ਦੇ ਬਣੇ ਆ। ਅੱਛਾ ਵੀਰੇ, ਹਾਂ। ਉਹ ਤੇ ਕਦੋਂ 16 ਚ ਬਣੇ ਆ, ਉਹ ਮੇਰੇ ਖਿਆਲ 16 ਚ ਬਣੇ ਆ। ਅੱਛਾ, ਉਹ 16 ਚ ਕਨਵਰਟ ਹੋ ਉਹ ਜਾਂਦੇ ਆ। 16 ਚ ਕਨਵਰਟ ਹੋਏ ਆ, ਅਸੀਂ ਤੇ ਹੁਣ 20 ਚ 20 ਜਿਹੜਾ ਚ ਫਿਰ ਕਿ ਇਹ 19 ਜਗ੍ਹਾ ਚ ਦਾ ਜਿਹੜਾ 2020 20 ਚ 20 ਚ ਹੋਏ। ਹੋਏ ਤੁਸੀਂ। ਹਾਂ, ਜਿਹੜਾ 20 ਜਗ੍ਹਾ ਦਾ ਵਿਵਾਦ ਹੈਗਾ, ਫਿਰ ਜਦੋਂ ਤੁਸੀਂ ਕ੍ਰਿਸਚੀਅਨ ਬਣਦੇ ਹੋ ਉਸ ਤੋਂ ਬਾਅਦ ਹੀ ਸ਼ੁਰੂ ਹੁੰਦਾ 2012-13 ਤੋਂ ਬਾਅਦ? ਨਹੀਂ, ਉਸ ਤੋਂ ਪਹਿਲਾਂ ਹੋ ਰਿਹਾ। ਅੱਛਾ, ਉਸ ਤੋਂ ਪਹਿਲਾਂ ਸੀ। 11 ਤੋਂ ਸ਼ੁਰੂ ਹੋਇਆ। ਜਦੋਂ ਤਾਂਤਰਿਕ ਆਉਂਦਾ ਉਸ ਤੋਂ ਬਾਅਦ? ਉਸ ਤੋਂ ਪਹਿਲਾਂ ਹੀ ਸ਼ੁਰੂ ਹੋਇਆ ਸੀ। ਅੱਛਾ ਜੀ। ਰੌਲਾ ਪਹਿਲਾਂ ਹੀ ਸ਼ੁਰੂ ਹੋਇਆ, ਕਿਉਂਕਿ ਸਾਡਾ ਪਰਿਵਾਰਕ ਰੌਲਾ ਚੱਲ ਰਿਹਾ ਸੀ। ਤੁਹਾਡੇ ਸਹੁਰਾ ਸਾਹਿਬ ਨਾਲ? ਹਾਂਜੀ, ਪਰਿਵਾਰਕ ਰੌਲਾ ਚੱਲ ਰਿਹਾ ਸੀ। ਉਸ ਤੋਂ ਬਾਅਦ ਫਿਰ ਮੇਰੀ ਬੇਟੀ ਬਿਮਾਰ ਹੋਈ ਹੈ। ਬੇਟੀ ਬਿਮਾਰ ਹੋਣ ਤੋਂ ਬਾਅਦ ਜੇ ਮੈਂ ਕਿਸੇ ਨੂੰ ਦਿਖਾ ਲਿਆ ਤੇ ਮੈਂ ਕੋਈ ਪਾਪ ਨਹੀਂ ਕੀਤਾ। ਆਪਣੇ ਬੱਚਿਆਂ ਦਾ ਸਾਰੇ ਮਾਂ-ਬਾਪ ਸੋਚਦੇ। ਅੱਜ ਤੇ ਉਹ ਸਾਡੇ ਘਰੇ ਨਹੀਂ ਆਉਂਦਾ ਨਾ, ਅੱਜ ਤੇ ਅਸੀਂ ਆਪ ਹੀ ਹਾਂ। ਅੱਜ ਤੇ ਅਸੀਂ ਰਹਿ ਰਹੇ ਹਾਂ, ਅਸੀਂ ਕਿਹੜਾ ਕਿਸੇ ਨੂੰ ਬੁਲਾ ਰਹੇ ਹਾਂ। ਹੋਰ ਵੀ ਬੜੇ ਇਦਾਂ ਦੇ ਭੱਦੇ ਸ਼ਬਦ ਜਿਹੜੇ ਬੋਲੇ ਗਏ, ਜਿਹੜੇ ਅਸੀਂ ਉਹ ਬੋਲ ਕੇ ਤੇ ਵੀ ਦੱਸ ਬਹੁਤ, ਸਕਦੇ। ਮੇਰੀ ਗੱਲ ਸੁਣੋ, ਝੂਠ ਹੈ ਜਿੰਨਾ ਮਰਜ਼ੀ ਬੋਲੀ ਜਾਓ। ਉਹ ਕਹਿੰਦੇ ਉਹਨਾਂ ਦੇ ਸੰਪਰਕ ਚ ਇਦਾਂ ਉਦਾਂ ਬਹੁਤ ਕੁਝ ਬੋਲੇ ਆ। ਉਹ ਤੇ ਬਹੁਤ ਕੁਝ ਕਹਿੰਦੇ ਨੇ। ਅਮਰੀਕ ਸਿੰਘ, ਸ਼ਾਇਦ ਅਮਰੀਕ ਸਿੰਘ ਨਾਮ ਦਾ ਜਿਹੜਾ ਉਹ ਗੱਲ ਕਹਿ ਰਿਹਾ ਸੀਗਾ। ਹਾਂਜੀ, ਵੀ ਮੈਂ ਉਹਦੇ ਸੰਪਰਕ ਵਿੱਚ ਹਾਂ। ਹਾਂ, ਇਹ ਕਹਿੰਦੇ ਕਿ ਇੱਥੇ ਨਹੀਂ ਆਉਂਦਾ, ਪਰ ਇਹ ਬਾਹਰ ਜਿਹੜੇ ਇਦਾਂ ਕੋਈ ਸਲਾਹ ਮਸ਼ਵਰਾ ਇਹਨਾਂ ਦਾ ਜਿੱਥੇ ਵੀ ਕਿਤੇ ਬੈਠਦੇ ਉੱਠਦੇ ਆ। ਅੱਛਾ, ਤੇ ਉਹਨੂੰ ਕਹਿਣਾ ਸੀ ਵੀ ਫਿਰ ਤੂੰ ਸਬੂਤ ਕਿਉਂ ਨਹੀਂ ਰੱਖੇ? ਸਬੂਤ ਰੱਖਦਾ ਤੂੰ। ਤੇਰੇ ਕੋਲੇ ਸਬੂਤ ਹੋਣੇ ਚਾਹੀਦੇ ਜੇ ਤੂੰ ਦੇਖਿਆ ਤੇ। ਜੀ। ਜੇ ਅਸੀਂ ਕੋਈ ਚੀਜ਼ ਇੱਥੇ ਕਰਦੇ, ਅਸੀਂ ਸਬੂਤ ਰੱਖਦੇ ਆ ਨਾ। ਜੀ, ਤੁਹਾਡੇ ਕੋਲ ਸਬੂਤ ਮਤਲਬ ਕਿ ਜਿਹੜੇ ਰੱਖਦੇ ਹੋ ਕੋਈ ਹੈ? ਇਹਨਾਂ ਦੇ ਸਬੂਤ ਸਾਡੇ ਕੋਲ ਹੈ ਖਿਲਾਫ ਸਾਰੇ। ਜਦੋਂ ਤੋਂ ਇਹਨੇ ਨਿਸ਼ਾਨ ਸਾਹਿਬ ਬਣਾਇਆ ਉਹ ਵੀ ਸਾਡੇ ਕੋਲ ਹੈਗਾ। ਦਿਖਾ ਸਕਦੇ ਹੋ? ਦਿਖਾਓ। ਹਾਂਜੀ, ਦਿਖਾਓ ਬੇਟਾ। ਫਿਰ ਮੇਰੇ ਕਮਰੇ ਦੀ ਛੱਤ ਡਿੱਗ ਗਈ ਆ। ਅਸੀਂ ਉਦੋਂ ਬਾਹਰ ਗਏ ਹੋਏ ਸੀ ਆਸਟ੍ਰੇਲੀਆ। ਜਦੋਂ ਅਸੀਂ ਆਏ ਛੱਤ ਡਿੱਗ ਗਈ, ਮੈਨੂੰ ਛੱਤ ਨਹੀਂ ਪਾਉਣ ਦਿੰਦੇ ਸੀ। ਅੱਛਾ। ਜਿਹੜੇ ਮੇਰੇ ਮਿਸਤਰੀ ਆਉਂਦੇ ਸੀ ਉਹਨਾਂ ਨੂੰ ਭਜਾ ਦਿੰਦੇ ਸੀ, ਜਿਹੜਾ ਆਉਂਦਾ ਸੀ ਉਹਨੂੰ ਭਜਾ ਦਿੰਦੇ ਸੀ। ਅੱਛਾ। ਵੀ ਅਸੀਂ ਛੱਤ ਨਹੀਂ ਜੀ ਪਾਉਣ ਦੇਣੀ। ਫਿਰ ਜਦੋਂ ਮੈਂ ਦੁਬਾਰਾ ਸ਼੍ਰੋਮਣੀ ਕਮੇਟੀ ਵਾਲਾ ਕੇਸ ਜਿੱਤ ਗਈ ਆ। ਕਿ ਕੋਰਟ ਦੇ ਵਿੱਚੋਂ ਕੇਸ ਜਿਹੜਾ ਸੀਗਾ, ਤੁਸੀਂ ਦਿਖਾ ਦਿਓ ਇੱਥੇ ਕੈਮਰੇ 'ਚ ਮੜੇ ਇੱਥੇ। ਹਾਂਜੀ। ਉਹ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਕੋਰਟ ਦੇ ਵਿੱਚੋਂ ਕੇਸ ਲੱਗਿਆ ਸੀ, ਉਹ ਕਹਿੰਦੇ ਅਸੀਂ ਜਿੱਤ ਚੁੱਕੇ ਹਾਂ। ਜੇ ਉਹ ਜਿੱਤ ਚੁੱਕੇ ਤੇ ਮੈਂ ਕਿਵੇਂ ਜਿੱਤ ਗਈ ਆ? ਤੁਸੀਂ ਵੀ ਜਿੱਤੇ ਹੋਏ ਤੇ ਉਹ ਵੀ ਜਿੱਤੇ ਹੋ ਗਈ, ਦੱਸ ਰਹੇ ਨਹੀਂ, ਮੈਨੂੰ ਆਹ ਦੱਸੋ ਨਾ, ਫਿਰ ਮੈਂ ਕਿਵੇਂ ਜਿੱਤ ਤੁਸੀਂ ਗਈ ਆ? ਦੱਸਿਓ ਮੈਨੂੰ ਕਿਹੜੀ ਆ ਨਕਲ ਤੁਹਾਡੀ, ਕਿੰਨੇ ਸੰਨ 'ਚ ਜਿੱਤਦੇ ਹੋ? ਇੱਕ ਮੇਰੀ 17 ਦੀ ਆ, ਇੱਕ ਹੈਗੀ ਮੇਰੇ ਖਿਆਲ 14 ਦੀ ਆ। ਕਾਦੀ ਸੀ? ਸਟੇ ਦੀ? ਸਟੇ ਇਹਨਾਂ ਨੇ ਪਾਇਆ ਸੀ ਮੇਰੀ ਜਗ੍ਹਾ ਦਾ। ਅੱਛਾ। ਕਿ ਸਾਨੂੰ ਸਾਰੀ ਜਗ੍ਹਾ ਦਾ ਸਟੇ ਦਿੱਤਾ ਜਾਵੇ, ਇਹਨਾਂ ਦਾ ਉਹ ਕੈਂਸਲ ਹੋਇਆ ਜੀ। ਤੇ ਮੇਰਾ ਇਹ 14 ਵਾਲਾ ਵੀ ਇਹਨੇ ਸਟੇ ਪਾਇਆ ਸੀ। ਇਹ ਇੱਥੇ ਦੀ ਲੋਕਲ ਕੋਰਟ ਦੇ ਵਿੱਚ ਕਿ ਹਾਈ ਕੋਰਟ ਦੇ ਵਿੱਚ ਕੇਸ ਜਿੱਤੇ ਤੁਸੀਂ? ਪਹਿਲਾਂ ਲੋਕਲ ਕੋਰਟ ਵਿੱਚ ਸੀ ਇਹ ਥੱਲੇ, ਫਿਰ ਸੈਸ਼ਨ ਕੋਰਟ 'ਚ, ਹਾਈ ਕੋਰਟ 'ਚ ਤੇ ਗਏ ਹੀ ਨਹੀਂ। ਜੇ ਹਾਈ ਕੋਰਟ 'ਚ ਗਏ ਨੇ ਤੇ ਮੈਨੂੰ ਕਿਉਂ ਨਹੀਂ ਬੁਲਾਇਆ ਗਿਆ ਹਾਈ ਕੋਰਟ ਤੋਂ? ਅੱਛਾ, ਹਾਈ ਕੋਰਟ 'ਚ ਤੇ ਗਏ ਹੀ ਨਹੀਂ। ਮਤਲਬ ਉਹ ਵੀ ਜਿੱਤੇ ਦੇ ਕਾਗਜ਼ ਵਿਖਾ ਰਹੇ, ਤੁਸੀਂ ਵੀ ਵਿਖਾ ਰਹੇ। ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਆਉਂਦੀ। ਫਿਰ ਇਹ ਹੁਣ ਤੁਸੀਂ ਦੇਖੋ ਨਾ, ਕਿਉਂ ਨਹੀਂ ਸਮਝ ਆ ਰਹੀ, ਦੱਸੋ ਮੈਨੂੰ। ਰੌਲਾ ਮਤਲਬ ਇਸ ਗੱਲ ਦਾ ਹੈਗਾ ਵੀ ਉਹ ਇਹ ਜਗ੍ਹਾ ਖਾਲੀ ਕਰਾਉਣਾ ਚਾਹੁੰਦੇ? ਹਾਂਜੀ, ਜਗ੍ਹਾ ਖਾਲੀ ਕਰਾਉਣਾ ਚਾਹੁੰਦੇ। ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਛੱਡਣਾ ਨਹੀਂ ਚਾਹੁੰਦੇ? ਮੈਂ ਕਿੱਥੇ ਜਾਊਂਗੀ ਛੱਡ ਕੇ ਬੱਚੇ ਲੈ ਕੇ, ਦੱਸੋ ਮੈਨੂੰ ਕਿੱਥੇ ਜਾਊਂਗੀ? ਪਰ ਉਹਨਾਂ ਦਾ ਕਹਿਣਾ ਵੀ ਇਹ ਜਿਹੜੀ ਜਗ੍ਹਾ ਸੀ ਇਹ ਸੂਰਤ ਸਿੰਘ ਸਾਜਨ ਬਤੌਰ ਗ੍ਰੰਥੀ ਸਿੰਘ ਵਾਸਤੇ ਜਗ੍ਹਾ ਸੀ। ਨਹੀਂ, ਗ੍ਰੰਥੀ ਸਿੰਘ ਵਾਸਤੇ ਜਗ੍ਹਾ ਨਹੀਂ ਸੀ ਇਹ ਜਗ੍ਹਾ। ਮੈਂ ਆਪ ਬਣਾਈ ਆ, ਆਪ ਨੇ ਪੈਸਾ ਲਾਇਆ। ਇੱਕ ਮਿੰਟ ਮੇਰੀ ਗੱਲ ਸੁਣੋ। ਜੇ ਗ੍ਰੰਥੀ ਸਿੰਘ ਵਾਸਤੇ ਜਗ੍ਹਾ ਸੀ, ਇਹਨਾਂ ਨੇ ਗੁਰਦੁਆਰੇ ਦੀ ਤੇ ਅੱਜ ਤੱਕ ਰਿਪੇਅਰ ਨਹੀਂ ਹੋਈ ਇਹਨਾਂ ਕੋਲ। ਮੇਰੀ ਜਗ੍ਹਾ ਤੇ ਗੁਰਦੁਆਰਾ। ਤੁਸੀਂ ਇਸ ਜਗ੍ਹਾ ਤੇ ਪਹਿਲਾਂ ਆਏ ਸੀ ਕਿ ਸੂਰਤ ਸਿੰਘ ਸਾਜਨ ਪਹਿਲਾਂ? ਤੁਸੀਂ ਕਿ ਮੈਂ ਬਣਾਈ ਹੈ? ਸੂਰਤ ਸਿੰਘ ਸਾਜਨ ਪਹਿਲਾਂ ਆਇਆ ਸੀ। ਜਿਹੜੀ ਮੇਰੀ ਸੱਸ ਸੀ ਉਹ ਟੀਨਾ ਥੱਲੇ ਰਹਿੰਦੀ ਰਹੀ ਆ। ਹਾਂਜੀ। ਜਿਵੇਂ ਇਹ ਟੀਨ ਪਏ ਨੇ, ਟੀਨਾ ਦੇ ਥੱਲੇ ਸੌਂਦੀ ਰਹੀ ਆ, ਟੀਨਾ ਥੱਲੇ ਵਿਆਹੀ ਆਈ ਆ। ਇਹ ਘਰ ਮੈਂ ਆਪ ਬਣਾਇਆ, ਕਿਸੇ ਨੇ ਨਹੀਂ ਬਣਾਇਆ, ਮੈਂ ਖੁਦ ਬਣਾਇਆ। ਗ੍ਰੰਥੀ ਸਿੰਘ ਸੂਰਤ ਸਿੰਘ ਦੀ ਹੈ? ਨਹੀਂ, ਸੂਰਤ ਸਿੰਘ ਦੀ ਨਹੀਂ ਹੈ। ਵਕਫ ਬੋਰਡ ਦੀ ਜਗ੍ਹਾ ਦੀ, ਵਕਫ ਬੋਰਡ ਦੀ ਜਗ੍ਹਾ ਕਿੰਦੇ ਕੋਲ ਸੀਗੀ? ਮਤਲਬ ਜੋ ਵੀ ਹੁੰਦਾ ਹੈ ਲੀਜ਼ ਉਹ ਕਿਸੇ ਦੇ ਨਾਮ ਤੇ ਵੀ ਨਹੀਂ ਸੀ। 47 ਤੋਂ ਪਹਿਲਾਂ ਵਕਫ ਬੋਰਡ ਹੈ ਨਾ ਸਾਰਾ। 47 ਜਦੋਂ ਵੰਡ ਹੋਈ ਸਾਰੀ ਜਗ੍ਹਾ ਵਕਫ ਬੋਰਡ ਦੀ ਬਣ ਗਈ ਹੈ। ਜਿਹੜੀਆਂ ਮੁਸਲਮਾਨ ਦੀਆਂ ਮਸੀਤਾਂ ਸੀ, ਮਤਲਬ ਜੋ ਵੀ ਸੀ ਉਹਨਾਂ ਦੀ ਪ੍ਰਾਪਰਟੀ ਉਹ ਆ ਗਈ। ਤੁਹਾਡੇ ਨਾਮ ਦੀ ਜਗ੍ਹਾ ਕਦੋਂ ਹੁੰਦੀ ਹੈ ਜੀ? ਮੇਰੇ ਨਾਮ ਤੇ ਲੀਜ਼ ਸ਼ਾਇਦ 11 ਦੇ ਵਿੱਚ ਹੋਈ ਹੈ ਲੀਜ਼। ਹਾਂ, ਤੱਕ ਉਸ ਤੋਂ ਪਹਿਲਾਂ ਲੀਜ਼ ਕਿਸੇ ਦੇ ਨਾਮ ਤੇ ਨਹੀਂ ਸੀ। ਅੱਛਾ, ਕਬਜ਼ਾ ਸੀ ਤੁਹਾਡੇ ਸੋਰੇ? ਹਾਂਜੀ, ਕਬਜ਼ਾ ਸੀ ਤੇ ਲੀਜ਼ ਮੇਰੇ ਨਾਮ ਤੇ ਹੈ। ਮੈਂ ਲੀਜ਼ ਆਪਣੇ ਨਾਮ ਤੇ ਕਰਾਈ ਹੈ ਜੀ। ਤਾਂ ਹੁਣ ਤੁਸੀਂ ਮਤਲਬ ਆਪਣਾ ਧਰਮ ਬਦਲਿਆ ਹੋਇਆ ਹੈ?
ਫਿਰ ਕੀ ਹੋਇਆ ਇਹ ਕਿਤੇ ਲਿਖਿਆ ਤਾਂ ਨਹੀਂ। ਮਤਲਬ ਇਹ ਮੈਂ ਤਾਂ ਜਾਣਕਾਰੀ ਕਿ ਜੋ ਉਹਨਾਂ ਦੇ ਕਹਿਣ ਤੁਹਾਡੇ ਮਤਲਬ ਮਾਮਲੇ ਜੋ 'ਚ ਹੈ। ਮੀਡੀਆ ਦੇ ਹਾਂਜੀ। ਪੱਖ ਕਿਉਂਕਿ ਇਹ ਇਲਜ਼ਾਮ ਲਾਇਆ ਉਹ ਕਹਿੰਦੇ ਵੀ ਉਹ ਕ੍ਰਿਸਚਨ ਨੇ ਹਾਂਜੀ। ਇਹਨਾਂ ਦੇ ਦੇਖੋ ਜਿਹੜੀ ਗੱਲ ਸਾਡੇ ਕੋਲ ਰਿਕਾਰਡਡ ਉਹ ਕਹਿੰਦੇ ਕਿ ਉਹ ਅਸੀਂ ਨਿਸ਼ਾਨ ਸਾਹਿਬ ਚੇਂਜ ਕਰਨ ਆਏ ਹਾਂਜੀ। ਉਹਨਾਂ ਦੇ ਵੱਲੋਂ ਤੁਹਾਡੇ ਧਰਮ ਦੇ ਰਿਲੇਟਡ ਹਾਲੇਲੂਇਆ ਉਹ ਪ੍ਰਾਰਥਨਾ ਕਰ ਰਹੀ ਸੀ ਬੇਟੀ, ਮੈਂ ਕੁਛ ਨਹੀਂ ਕਿਹਾ। ਤੁਸੀਂ ਕਿਹਾ ਵੀ ਤੁਸੀਂ ਬੇਟੀ ਤਬਾਹ ਹੋ ਪ੍ਰਾਰਥਨਾ ਜਾਓਗੇ ਕਰ ਇਸ ਰਹੀ ਤਰ੍ਹਾਂ ਸੀ, ਬੇਟੀ ਪ੍ਰਾਰਥਨਾ ਕਰ ਰਹੀ ਸੀ। ਜਦੋਂ ਪ੍ਰਾਰਥਨਾ ਕਰਦੇ ਆ ਉਹ ਉੱਚੀ ਉੱਚੀ ਪ੍ਰਾਰਥਨਾ ਕਰਦੇ ਆ, ਇਹ ਆਪਣਾ ਜੋ ਮਰਜ਼ੀ ਕਰੀ ਜਾਣ, ਅਸੀਂ ਇਹਨਾਂ ਤੇ ਕਦੀ ਕੋਈ ਇਲਜ਼ਾਮ ਤਾਂ ਨਹੀਂ ਲਾਇਆ ਜੀ ਕਿ ਤੁਸੀਂ ਉੱਚੀ ਪਾਠ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ, ਅਸੀਂ ਤਾਂ ਨਹੀਂ ਕੁਝ ਕਿਹਾ ਕਦੀ ਇਹਨਾਂ ਜੀ। ਨੂੰ। ਤੇ ਜੇ ਉਹ ਮੇਰਾ ਬੱਚਾ ਪ੍ਰਾਰਥਨਾ ਕਰ ਰਿਹਾ ਸੀ ਤੇ ਪ੍ਰਾਰਥਨਾ ਦੇ ਵਿੱਚ ਜੇ ਉਹਨੇ ਹਾਲੇਲੂਇਆ ਬੋਲਿਆ ਤਾਂ ਉਹਦੇ 'ਚ ਕੀ ਹੋਇਆ? ਜੀ ਉਹ ਕਹਿੰਦੇ ਕਿ ਨਸ਼ਟ ਹੋ ਜਾਓਗੇ ਤੁਸੀਂ ਇਦਾਂ, ਉਹ ਇਦਾਂ ਚੀਜ਼ਾਂ ਬੋਲ ਰਹੇ ਕੁਝ ਇਦਾਂ ਨਸ਼ਟ ਹੋ ਜਾਓਗੇ। ਫਿਰ ਜੇ ਕਿਸੇ ਨੂੰ ਤੰਗ ਕਰਨਗੇ ਤੇ ਫਿਰ ਬੱਚੇ ਆ, ਬੱਚੇ ਅੱਜ ਕੱਲ ਪੜ੍ਹੇ ਲਿਖੇ ਆ, ਜੀ ਬੱਚੇ ਕਿਹੜਾ ਅਨਪੜ੍ਹ ਆ? ਜੀ ਬੱਚੇ ਇਹ ਥੋੜਾ ਥੋੜਾ ਨਹੀਂ ਪੜ੍ਹੇ ਹੋਏ, ਡਿਗਰੀਆਂ ਕੀਤੀਆਂ ਹੋਈਆਂ ਮੈਂ ਉਹਨਾਂ ਨੇ। ਸਮਝਿਆ। ਚਲੋ ਹਾਂਜੀ। ਉਹ ਮਾਪਿਆਂ ਦੀ ਰੇਕ ਦੀ ਚੁਆਇਸ ਵੀ ਹੁੰਦੀ ਹੈ ਕਿ ਸਾਡਾ ਬੱਚਾ ਵਧੇ ਫੁੱਲੇ ਹਾਂਜੀ, ਤਰੱਕੀ ਕਰੇ। ਹਾਂਜੀ। ਤੇ ਜਦੋਂ ਇਹ ਨਿਸ਼ਾਨ ਸਾਹਿਬ ਆਉਂਦਾ, ਜਦੋਂ ਸ਼੍ਰੋਮਣੀ ਕਮੇਟੀ ਵਾਲੇ ਆਉਂਦੇ, ਉਹ ਕੀ ਇਹਦੇ ਚ ਕਰਦੇ ਆ? ਉਹ ਕੁਝ ਵੀ ਨਹੀਂ ਕਰਦੇ, ਉਹ ਡਾਂਗਾ ਲੈ ਕੇ ਆ ਜਾਂਦੇ ਨੇ ਸਾਨੂੰ ਸ਼੍ਰੋਮਣੀ ਕੁੱਟਣ ਕਮੇਟੀ ਵਾਸਤੇ। ਹਾਂਜੀ, ਹਾਂ ਸ਼੍ਰੋਮਣੀ ਕਮੇਟੀ ਵਾਲੇ ਡਾਂਗਾ ਲੈ ਕੇ ਆ ਜਾਂਦੇ ਨੇ। 13 ਚ ਵੀ ਸਾਨੂੰ ਮਾਰਿਆ। ਹੁਣ ਵੀ ਮੈਂ ਇੱਕ ਦਿਨ ਕਿਹਾ ਤੁਸੀਂ ਗੇਟ ਆਪਣਾ ਕੱਢ ਲਓ, ਤੇ ਬੰਦੇ ਲੈ ਕੇ 15-20 ਤੇ ਇੱਥੇ ਆ ਕੇ ਅੰਦਰ ਬਿਠਾ ਦਿੱਤੇ, ਮੁੰਡੇ ਜੱਟਾਂ ਦੇ। ਕਿਉਂ, ਕੀ ਗੱਲ? ਇਹਨਾਂ ਨੂੰ ਇਹ ਨਹੀਂ ਦਿਖਦਾ ਵੀ ਅੰਦਰ ਬੱਚੇ ਨੇ? ਦੱਸੋ ਮੈਨੂੰ। ਜੇ ਅਸੀਂ ਸਵਾਲ ਉਠਾਉਨੇ ਆ ਤੇ ਫਿਰ ਸਾਨੂੰ ਬੋਲਦੇ ਆ। ਜੀ ਤੁਸੀਂ ਪੱਖ ਰੱਖੋ ਆਪਦਾ, ਕੋਈ ਗੱਲ ਨਹੀਂ, ਜੋ ਵੀ ਪੱਖ ਹੈਗਾ ਰੱਖੋ। ਜਦੋਂ ਉਸ ਦਿਨ ਆਉਂਦੇ ਆ, ਉਸ ਦਿਨ ਤੁਹਾਡੇ ਕੋਲ ਇੱਥੋਂ ਜਿਵੇਂ ਲੰਘ ਕੇ ਜਾਂਦੇ ਆ, ਕੋਈ ਡਾਂਗਾਂ ਵਾਲੀ ਕੋਈ ਵੀਡੀਓ ਹੈ? ਕਿਉਂਕਿ ਤੁਹਾਡੇ ਕੈਮਰੇ ਲੱਗੇ ਹੋਏ ਆ। ਹਾਂਜੀ, ਉਹਨਾਂ ਕੋਲ ਬਦਤਮੀਜ਼ੀ, ਜਿਵੇਂ ਤੁਸੀਂ ਕਹਿ ਰਹੇ ਕਿ ਅਸੀਂ ਔਰਤਾਂ ਰਹਿੰਦੀਆਂ ਇਸ ਘਰ ਦੇ ਵਿੱਚ, ਹਾਂਜੀ, ਬੀਬੀਆਂ ਹਾਂਜੀ। ਉਹਨਾਂ ਕੋਲ ਬਦਤਮੀਜ਼ੀ ਕਰਨ ਦੀ ਕੋਈ ਸੀਸੀਟੀਵੀ ਦੇ ਵਿੱਚ ਹੋਵੇ? ਬਦਤਮੀਜੀ ਜਦੋਂ ਅਸੀਂ ਇੱਥੇ ਖੜੇ ਆ, ਸਾਡੀ ਵੀਡੀਓ ਬਣਾਈ ਜਾਂਦੇ ਨੇ, ਤੇ ਉਹ ਕੀ ਹੁੰਦਾ ਹੈ? ਬਦਤਮੀਜੀ ਨਹੀਂ ਹੁੰਦੀ। ਉਹ ਇਹ ਕਦੋਂ ਦੀ ਵੀਡੀਓ? ਇਹ ਕੌਣ ਆ? ਇਹ ਸ਼੍ਰੋਮਣੀ ਕਮੇਟੀ ਵਾਲੇ ਤਾਂ ਲੱਗਦੇ ਨਹੀਂ। ਇਹ ਲਖਵੀਰ ਸਿੰਘ ਤੇ ਅਮਰੀਕ ਸਿੰਘ ਨਾਲ ਲੈ ਕੇ ਆਏ ਨੇ। ਵੇਖ ਲਓ ਤੁਸੀਂ, ਤੁਹਾਡੇ ਸਾਹਮਣੇ ਹੀ ਆ। ਸਾਡਾ ਦੋਸ਼ ਕੀ ਹੈ ਇਹਦੇ ਇਹ ਚ? ਚੋਲੇ ਵਾਲਾ ਜਿਹੜਾ ਅੱਛਾ, ਇਹ ਇੱਕ ਮਿੰਟ ਰਾਜੇ, ਇਹਨੂੰ ਉੱਧਰ ਕਰਕੇ ਦਿਖਾਓ ਨਾ, ਕੈਮਰੇ ਵਾਲੇ ਬਹੁਤ ਇੱਧਰ ਕਰੋ, ਇੱਧਰ ਕਰੋ ਰਾਜੇ, ਥੋੜੀ ਨੀਵਾ ਕਰ। ਹਾਂ, ਇਹ ਜਿਹੜੇ ਲੰਘ ਰਹੇ ਬੋਲ ਕੇ ਦੱਸ ਦਿਓ ਬੀਬੀ, ਤੁਸੀਂ ਦੱਸ ਦਿਓ ਬੋਲ ਕੇ ਰਾਜੇ। ਇਹ ਅਮਰੀਕ ਸਿੰਘ, ਲਖਵੀਰ ਸਿੰਘ, ਹਾਂ, ਕੋਈ ਸਤਨਾਮ ਸਿੰਘ, ਜਿਹਦਾ ਕਿ ਸਾਨੂੰ ਕੁਝ ਨਹੀਂ ਪਤਾ ਹੈਗਾ ਕੌਣ ਆ। ਇਹ ਵੀਡੀਓ ਕਦੋਂ ਦੀ ਹੈ, ਕਿਹੜੇ ਸਾਲ ਦੀ? ਇਸੇ ਸਾਲ ਦੀ ਹੈ। ਅੱਛਾ, ਇਹ ਇੱਥੇ ਆਉਂਦੇ ਆ? ਹਾਂਜੀ, ਆਉਂਦੇ ਆ, ਜਦੋਂ ਜੀ ਕਰਦਾ ਹੈ ਅੰਦਰ ਵੜ ਜਾਂਦੇ ਆ। ਫਿਰ ਦੱਸੋ ਮੈਨੂੰ, ਸਾਡੀ ਕੋਈ ਪ੍ਰਾਈਵੇਸੀ ਤਾਂ ਨਹੀਂ ਹੈਗੀ ਨਾ? ਅੱਛਾ, ਆ ਜਾ ਰਿਹਾ, ਮਾਲੂਮ ਤਾਂ ਆ ਜਾ ਰਿਹਾ, ਉਹ ਨਹੀਂ ਸੀਗਾ, ਹੋਰ ਕੋਈ ਸੀ ਉਹ। ਅੱਛਾ, ਅਮਰੀਕ ਸਿੰਘ ਵੀ ਨਾਲ ਹੈ। ਇਹ ਅਮਰੀਕ ਸਿੰਘ ਗੱਲ ਪਿੱਛੇ ਬਲੈਕ ਪੱਗ ਵਾਲਾ। ਪਰ ਉਹ ਉਹਨਾਂ ਦਾ ਕਹਿਣਾ ਵੀ ਕਿਉਂਕਿ ਗੁਰਦੁਆਰਾ ਸਾਹਿਬ ਦਾ ਲੰਘਾ ਹੈ, ਕਹਿੰਦੇ ਇਹ ਤੇ ਗੁਰਦੁਆਰਾ ਸਾਹਿਬ ਦਾ ਲਾਂਘਾ। ਹਾਂਜੀ, ਹਾਂਜੀ, ਗੁਰਦੁਆਰਾ ਸਾਹਿਬ ਦਾ ਲਾਂਘਾ ਹੈ, ਪਰ ਸਾਡੀ ਵੀਡੀਓ ਬਣਾਉਣ ਦਾ ਤੇ ਹੱਕ ਨਹੀਂ ਹੈਗਾ ਨਾ, ਕਿ ਸਾਡੀ ਵੀਡੀਓ ਬਣਾਉਣ ਦਾ ਹੱਕ ਹੈਗਾ। ਨਿਸ਼ਾਨ ਸਾਹਿਬ ਦੀ ਬੇਅਦਬੀ ਹੋ ਰਹੀ, ਕਹਿੰਦੇ ਸੀ ਵੀਡੀਓ ਉਹਨਾਂ ਨੇ ਕੋਈ ਬੇਅਦਬੀ ਨਹੀਂ ਹੋ ਰਹੀ, ਸਾਰਾ ਕੁਝ ਝੂਠ ਬੋਲ ਰਹੇ ਆ, ਕੋਈ ਬੇਅਦਬੀ ਨਹੀਂ ਹੋ ਰਹੀ। ਆ ਦੱਸੋ ਕਿ ਐਕਸ ਪਾਰਟੀ ਹੋਣ ਤੋਂ ਬਾਵਜੂਦ ਕੋਰਟ ਨੇ ਰੋਕ ਲਾਈ, ਫਿਰ ਵੀ ਦਾਖਲ ਹੁੰਦੇ? ਹਾਂ, ਇਹਨੂੰ ਰੋਕ ਲਾਈ। ਕਿੰਨੂ ਜੀ? ਅਮਰੀਕ ਸਿੰਘ ਤੇ ਕੰਟੈਂਪਟ ਚੱਲਦੀ ਪਈ ਹੈ। ਜੀ, ਲਖਵੀਰ ਸਿੰਘ ਤੇ ਅਮਰੀਕ ਸਿੰਘ ਤੇ ਕੰਟੈਂਪਟ ਚੱਲ ਰਹੀ ਅਮਰੀਕ ਸਿੰਘ ਮਾਲਮ ਜੋ, ਹਾਂ, ਤੇ ਅਮਰੀਕ ਸਿੰਘ ਜਿਹੜਾ ਇੱਥੋਂ ਦਾ ਕਮੇਟੀ ਦਾ ਜਿਹੜਾ ਹਾਂਜੀ, ਹਾਂਜੀ ਜੀ, ਉਹਦੇ ਤੇ ਕੰਟੈਂਪਟ ਪਾਈ ਹੈ, ਮੈਨੂੰ ਤੰਗ ਕਰਦੇ ਆ। ਉਹਦੀ 15 ਤਰੀਕ ਨੂੰ ਗਵਾਹੀਆਂ ਨੇ ਜੀ। ਤੇ ਮਤਲਬ ਕਿ ਇਹ ਉਸ ਤੋਂ ਪਹਿਲਾਂ ਮੈਨੂੰ ਤੰਗ ਕਰਕੇ ਇੱਥੋਂ ਕੱਢਣਾ ਚਾਹੁੰਦਾ, ਕਿ 15 ਤਰੀਕ ਤੋਂ ਪਹਿਲਾਂ ਮੈਂ ਇਹਨੂੰ ਇੱਥੋਂ ਕੱਢਾਂ। ਜੀ, ਇੱਥੋਂ ਦੇ ਲੋਕਲ ਮੈਂ ਏਰੀਆ ਦੀ ਗੱਲ ਕਰਾਂ, ਹਾਂਜੀ, ਕੀ ਉਹ ਤੁਹਾਡੇ ਹੱਕ 'ਚ ਖੜਦਾ ਕਿ ਇਹਨਾਂ ਦੇ ਹੱਕ 'ਚ ਖੜਦਾ? ਦੇਖੋ ਮੈਂ ਤੇ ਕਦੀ ਕਿਸੇ ਵੱਲ ਆਈ ਗਈ ਨਹੀਂ ਆ। ਨਹੀਂ, ਫਿਰ ਵੀ ਇੱਕ ਹੁੰਦਾ ਹੈ ਕਿ ਜਿੱਥੇ ਆਪਾਂ ਰਹਿੰਦੇ ਹੁੰਦੇ ਉਹ ਪਰਿਵਾਰ ਬਣ ਜਾਂਦੇ ਆ, ਚਾਹੇ ਉਹ ਉੱਥੇ ਕੋਈ ਧਰਮ ਦੀ ਗੱਲ ਨਹੀਂ ਹੁੰਦੀ। ਨਹੀਂ, ਧਰਮ ਦੀ ਗੱਲ ਕਿਉਂਕਿ ਤਾਂ ਨਹੀਂ ਆਪਾਂ ਹੁੰਦੀ। ਜਦੋਂ ਸ਼ਹਿਰਾਂ 'ਚ ਰਹਿੰਦੇ ਆ, ਇੱਕ ਪਾਸੇ ਹਿੰਦੂ ਪਰਿਵਾਰ ਬੈਠਾ ਹੁੰਦਾ, ਇੱਕ ਪਾਸੇ ਈਸਾਈ ਹੁੰਦਾ, ਇੱਕ ਪਾਸੇ ਮੁਸਲਮਾਨ ਹੁੰਦਾ, ਇੱਕ ਪਾਸੇ ਸਿੱਖ ਹੁੰਦਾ, ਪਰ ਅਸੀਂ ਦੁੱਖ ਦੇ ਸੁੱਖ ਤੇ ਜਾਂਦੇ ਆ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਇਹੀ ਕਿਹਾ ਨਾ, ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਵਿੱਚ ਹੈ ਭਾਈ ਭਾਈ। ਇਹ ਤਾਂ ਹੀ ਗੱਲ, ਸਵਾਲ ਹੀ ਤਾਂ ਮੇਰਾ ਤਾਂ ਹੈ ਕਿ ਉਹ ਫਿਰ ਤੁਹਾਡੇ ਨਾਲ ਖੜੇ ਆ ਜਾਂ ਉਹਨਾਂ ਨਾਲ ਖੜੇ ਆ? ਮੈਂ ਤੇ ਕਦੀ ਕਿਸੇ ਦੇ ਨਾ ਘਰੇ ਗਈ ਆ, ਨਾ ਮੈਂ ਕਿਸੇ ਨਾਲ ਬੋਲਦੀ ਆ। ਅਸੀਂ ਆਪਣਾ ਘਰੇ ਹੀ ਰਹੀਦਾ ਚੁੱਪਚਾਪ, ਅਸੀਂ ਕਿਸੇ ਨੂੰ ਫालतू ਗੱਲ ਨਹੀਂ ਕਰੀਦੀ। ਲੋਕੀ ਆਂਢ ਗੁਆਂਢ ਜਾਂਦੇ ਨੇ, ਚੁਗਲੀਆਂ ਕਰਦੇ ਨੇ, ਅਸੀਂ ਕਿਸੇ ਨਾਲ ਚੁਗਲੀ ਨਹੀਂ ਕਰਦੇ, ਨਾ ਕਦੀ ਕਿਸੇ ਦੇ ਘਰੇ ਜਾਂਦੇ ਆ, ਨਾ ਗੱਲ ਕਰਦੇ ਆ। ਜੇ ਕਿਸੇ ਨੇ ਬੁਲਾ ਲਿਆ, ਨਹੀਂ, ਜੇ ਕਿਸੇ ਨੇ ਬੁਲਾ ਲਿਆ ਤੇ ਬੁਲਾ ਲਈਦਾ, ਨਹੀਂ ਤੇ ਬਸ ਠੀਕ ਹੈ। ਨਹੀਂ ਤੇ ਚੁੱਪਚਾਪ ਆਪਣਾ ਕੰਮ ਕਰੀਦਾ ਤੇ ਘਰੇ ਆ ਜਾਂਦੇ। ਇਹ ਜਿਸ ਤੋਂ ਤੁਸੀਂ ਧਰਮ ਕਨਵਰਟ ਕੀਤਾ ਉਸ ਤੋਂ ਬਾਅਦ ਦੀ ਇਹ ਗੱਲ ਆ ਜਾਂ ਉਸ ਤੋਂ ਨਹੀਂ, ਪਹਿਲਾਂ ਤੋਂ ਸ਼ੁਰੂ ਤੋਂ ਹੀ ਮੇਰੀ ਆਦਤ ਆ। ਅੱਛਾ, ਸ਼ੁਰੂ ਤੋਂ ਹੀ ਮੇਰੀ ਆਦਤ ਆ ਕਿਸੇ ਦੇ ਘਰੇ ਨਹੀਂ ਜਾਣਾ ਮੈਂ। ਜੀ, ਅੱਜ ਦੀ ਨਹੀਂ, ਸ਼ੁਰੂ ਤੋਂ ਹੀ। ਇੱਕ ਇਲਜ਼ਾਮ ਆ, ਕਹਿੰਦੇ ਵੀ ਸੰਗਤ ਇੱਥੇ ਆਈ ਸੀ, ਬੀਬੀਆਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਸੀ, ਤੁਸੀਂ ਲੋਕ ਲਾਤਾ ਤੇ ਉਹ ਬਾਹਰ ਬੂਹੇ ਅੱਗੇ ਖਲੋਤੀਆਂ। ਦੇਖੋ, ਜੇ ਕੋਈ ਇੱਥੇ ਨਹੀਂ ਆਊਗਾ ਤੇ ਮੈਂ ਗੇਟ ਖੁੱਲਾ ਛੱਡ ਕੇ ਤਾਂ ਨਹੀਂ ਜਾਊਂਗੀ ਨਾ। ਨਹੀਂ ਮਤਲਬ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਤਾਂ ਸਾਡੇ 3 ਮੁਲਾਜ਼ਮ ਹਾਜ਼ਰ ਰਹਿੰਦੇ। ਕੋਈ ਵੀ ਨਹੀਂ ਹਾਜ਼ਰ ਰਹਿੰਦਾ। ਆ ਹੈਗੇ 2 ਬੈਠੇ, ਪੁੱਛੋ ਹਾਜ਼ਰ ਸੀ ਇਹ?
ਇਹਨੂੰ ਪੁੱਛੋ, ਇਹ ਹਾਜ਼ਰ ਕਹਿੰਦਾ ਸੀ। ਮਤਲਬ ਕੋਈ ਨਹੀਂ ਸੀ। ਕੋਈ ਨਹੀਂ ਸੀ। ਜਦੋਂ ਮੈਂ ਲੋਕ ਲਾ ਕੇ ਗਈ ਆ ਕੋਈ ਨਹੀਂ ਆਇਆ ਸੀ। ਇਹ ਬਾਅਦ ਚ ਆਇਆ। ਮੈਂ ਇੱਥੋਂ ਗਈ ਆ 1:30 ਵਜੇ ਘਰੋਂ, 1:30 ਵਜੇ ਗਈ ਆ ਮੈਂ, ਤੇ ਇਹਨੇ ਮੈਨੂੰ ਫੋਨ ਕੀਤਾ ਕਿ ਮੈਂ ਆਇਆ, ਤੇ ਮੈਂ ਕਿਹਾ ਵੀ ਮੈਂ ਹੁਣ 4 ਵਜੇ ਆਉਂਗੀ। ਜੀ, ਜੇ ਮੈਂ ਇਹਦੇ ਵਿੱਚ ਗਲਤ ਹਾਂ ਤੇ ਮੈਨੂੰ ਦੱਸ ਦਿਓ। ਤੁਸੀਂ ਕਿੰਨੇ ਵਜੇ ਜਾਂਦੇ ਹੋ? ਮੈਂ 1:15 1:30 ਵਜੇ ਜਾਨੀ, ਬੱਚਿਆਂ ਨੂੰ ਮੈਂ ਪਹਿਲਾਂ ਛੱਡ ਆਉਂਦੀ ਆ। ਨਹੀਂ, ਤੁਸੀਂ 1:15 1:30 ਵਜੇ ਜਾਂਦੇ ਹੋ ਤੇ ਇਹ ਕਿੰਨੇ ਵਜੇ ਆਉਂਦੇ ਆ? ਇਹ ਸ਼ਾਮ ਨੂੰ ਆਉਂਦੇ ਨੇ। ਜਿਵੇਂ ਕਿੰਨੇ ਹੁਣ ਵਜੇ? ਨਹੀਂ ਕਈ ਵਾਰੀ ਤੁਸੀਂ ਕਹਿ ਰਹੇ ਕਿ 1:30 ਸਵੇਰੇ ਵਜੇ ਆਏ, ਮੈਂ ਕਿਹਾ 4 ਵਜੇ ਆਵਾਂਗੀ। ਮੈਨੂੰ ਮਾੜਾ ਕਲੀਅਰ ਕਰਿਓ ਗੱਲ। ਸੁਣੋ ਮੇਰੀ ਗੱਲ ਸੁਣੋ। ਇਹ ਆਉਂਦੇ ਨੇ 4 ਵਜੇ ਪਾਠ ਕਰਨ। 4 ਵਜੇ ਪਾਠ ਕਰਨ ਆਉਂਦੇ ਆ ਜੀ। ਅਸੀਂ 4 ਵਜੇ ਘਰੇ ਆ ਜਾਈਦਾ ਜੀ। ਉਸ ਤੋਂ ਬਾਅਦ ਇਹ ਪਾਠ ਕਰਨ ਆਉਂਦੇ ਨੇ। ਜੀ। ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਟਾਈਮ ਚੇਂਜ ਕੀਤਾ। ਇਹਨਾਂ ਨੂੰ ਮੈਨੂੰ ਦੱਸਣਾ ਚਾਹੀਦਾ ਸੀ। ਜੀ। ਇਹਨਾਂ ਨੇ ਮੈਨੂੰ ਨਹੀਂ ਦੱਸਿਆ। ਮੈਂ ਚਲ ਗਈ। ਮੈਂ ਕਿਹਾ ਚੱਲ ਜਿੰਨੇ ਚਿਰ ਨੂੰ ਇਹਨਾਂ ਨੇ ਆਉਣਾ ਉਨੇ ਚਿਰ ਨੂੰ ਮੈਂ ਆ ਜਾਵਾਂਗੀ। ਜੀ। ਤੇ ਜੇ ਇਹ ਪਹਿਲਾਂ ਆ ਗਏ ਨੇ, ਜੇ ਇਹਨਾਂ ਨੂੰ ਕੋਈ 10 ਮਿੰਟ ਵੇਟ ਕਰਨੀ ਪੈ ਗਈ ਹੈ ਤੇ ਫਿਰ ਕੀ ਹੋ ਗਿਆ? ਜੇ ਐਡਜਸਟ ਕਰਕੇ ਚੱਲਣਾ ਹੋਵੇ ਤੇ ਮੈਂ ਇੱਕ ਮੇਰਾ ਥੋੜਾ ਜਿਹਾ ਕਲੀਅਰ ਕਰ ਦਿਓ ਗੱਲ ਕਿ ਤੁਸੀਂ ਕਿੰਨੇ ਵਜੇ ਜਾਂਦੇ ਹੋ ਘਰੋਂ? ਆਈਡੀਆ ਦੇ ਦਿਓ। ਮੈਂ ਮੈਂ 1:15 ਜਾਨੀ ਆ ਜਾਂ 1:30 ਕਾਲ ਵਜੇ। ਕਿੰਨੇ ਵਜੇ ਆਉਂਦੀ ਤੁਹਾਨੂੰ? ਇਹਨਾਂ ਦੀ ਕਾਲ ਮੈਨੂੰ 3 ਵਜੇ ਆਉਂਦੀ ਆ। 3 ਵਜੇ ਆਉਂਦੀ, ਮੰਨ ਕੇ ਚੱਲੋ 3 3:30 ਦੇ ਨੇੜੇ 1 ਤੋਂ ਲੈ ਕੇ 3 3 ਵਜੇ ਤੱਕ ਇੱਥੇ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹਾਜ਼ਰ ਨਹੀਂ ਸੀ। ਇਹ ਸਵੇਰੇ 9 ਵਜੇ ਜਦੋਂ ਚਲਾ ਜਾਂਦਾ ਆ, ਉਸ ਤੋਂ ਬਾਅਦ ਇਹ ਸ਼ਾਮ ਨੂੰ ਹੀ ਆਉਂਦਾ ਆ, ਮੁੜ ਕੇ ਨਹੀਂ ਆਉਂਦਾ। ਵੀਰਵਾਰ ਨੂੰ ਇਹ ਜ਼ਰੂਰ 3 ਵਜੇ ਆਉਂਦਾ, 3:30 ਵਜੇ ਪਾਠ ਕਰਨ। ਦੂਸਰੇ ਪਾਸੇ ਜਿਹੜੇ ਉਹ ਨੇ ਜਿਨ੍ਹਾਂ ਦੇ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ, ਮਾਲਮਾਰੀ ਹੋਣ ਜਾਂ ਜਿਹੜਾ ਵੀ ਆ, ਉਹ ਕਹਿ ਰਹੇ ਨੇ ਕਿ ਇੱਥੇ ਕੋਈ ਅਣਸਖਾਵੀ ਘਟਨਾ ਵਾਪਰ ਸਕਦੀ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਬੀਬੀ ਤੇ ਕਾਰਵਾਈ ਹੋਵੇ। ਹਾਂਜੀ, ਪਰ ਤੁਸੀਂ ਕਹਿੰਦੇ ਉਹਨਾਂ ਦਾ ਤਾਂ ਕੋਈ ਇੱਥੇ ਰਹਿੰਦਾ ਨਹੀਂ, ਫਿਰ ਮਾਮਲਾ ਕੋਈ ਰਹਿੰਦਾ ਹੀ ਨਹੀਂ ਇੱਥੇ। ਤੇ ਆ ਸਾਹਮਣੇ ਖੜੇ ਨੇ, ਪੁੱਛ ਕੇ ਦੇਖ ਲਓ ਕਿੰਨੇ ਵਜੇ ਜਾਂਦੇ ਨੇ ਤੇ ਕਿੰਨੇ ਵਜੇ ਆਉਂਦੇ ਨੇ। ਸਵੇਰੇ 6:30 ਵਜੇ ਆਉਂਦਾ, 6:30 ਵਜੇ ਮੈਂ ਬੂਹਾ ਖੋਲਦੀ ਆ। ਕੈਮਰਾ ਲੱਗਾ ਆ। ਜੇ ਮੈਂ ਕੁਝ ਕਰਦੀ ਆ ਤਾਂ ਤੁਸੀਂ ਸੀਸੀਟੀਵੀ ਅੰਦਰ ਚੈੱਕ ਕਰ ਲਓ, LCD ਚੱਲਦੀ ਰਹਿੰਦੀ ਆ। ਸਵੇਰ 6:30 ਵਜੇ ਇਹ ਗੁਰਦੁਆਰੇ ਪਾਠ ਕਰਨ ਦੇ ਲਈ ਹਾਂਜੀ ਹਾਂਜੀ, ਤੇ ਮੈਂ ਬੂਹਾ ਖੋਲ ਦਿੰਨੀ ਜਦੋਂ ਇਹ ਬੈਲ ਮਾਰਦਾ। ਉਦੋਂ ਹੀ ਬਾਹਰ ਖੋਲ ਦਿੰਦੇ ਹੋ? ਹਾਂਜੀ। ਜਦੋਂ ਇਹ ਰਾਤ ਨੂੰ ਕਿੱਥੇ ਮੁਲਾਜ਼ਮ ਰਹਿੰਦਾ? ਨਹੀਂ, ਕੋਈ ਮੁਲਾਜ਼ਮ? ਕੋਈ ਵੀ ਨਹੀਂ ਰਹਿੰਦਾ। ਤੇ ਮੈਂ ਬੂਹਾ ਖੁੱਲਾ ਥੋੜੀ ਛੱਡਾਂਗੀ, ਦੱਸੋ ਮੈਨੂੰ। ਜੀ। ਜੇ ਮੈਂ ਦਿਨੇ ਤਾਲਾ ਵੀ ਲਾ ਕੇ ਗਈ ਆ, ਇਹਨਾਂ ਦਾ ਸਮਾਨ ਬਾਹਰ ਪਿਆ। ਜੇ ਇਹਨਾਂ ਦਾ ਕੁਝ ਚੁੱਕਿਆ ਗਿਆ ਤੇ ਫਿਰ ਇਹਨਾਂ ਮੇਰਾ ਨਾਂ ਲਾਉਣਾ। ਜੀ। ਜੇ ਮੇਰਾ ਕੁਝ ਚੁੱਕਿਆ ਜਾਊਗਾ ਤੇ ਮੈਂ ਇਹਨਾਂ ਦਾ ਨਾਂ ਲਾਉਂਗੀ। ਜੀ, ਮਤਲਬ ਤੁਹਾਨੂੰ ਲੱਗਦਾ ਕਿ ਉਲਝ ਸਕਦੇ ਹੋ ਇਸ ਚੀਜ਼ 'ਚ? ਉਲਝ ਸਕਦੇ ਆ। ਸਾਡਾ ਉੱਪਰੋਂ ਸਮਾਨ ਲਾ ਕੇ ਅੱਗੇ ਇਹਨਾਂ ਵੇਚ ਦਿੱਤਾ ਸੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ। ਕੀ ਵੇਚਿਆ? ਉੱਤੇ ਸਾਡਾ ਸਮਾਨ ਪਿਆ ਸੀ, ਜਿਵੇਂ ਬੱਠਲ ਬੁੱਠਲ ਵਗੈਰਾ ਹੋਰ ਚੀਜ਼ਾਂ ਸੀਗੀਆਂ, ਤੇ ਉਹ ਇਹਨਾਂ ਵੇਚਤੀਆਂ। ਇਹਨਾਂ ਦੇ ਹੀ ਗ੍ਰੰਥੀ ਨੇ ਮੈਨੂੰ ਦੱਸ ਦਿੱਤਾ ਕਿ ਤੇਰਾ ਸਮਾਨ ਉੱਪਰੋਂ ਲਾ ਕੇ ਆਂਟੀ ਇਹਨਾਂ ਨੇ ਵੇਚ ਦਿੱਤਾ ਹੀ। ਕਿਸੇ ਬੰਦੇ ਦਾ ਉਹਨੇ ਨਾਮ ਲਿਆ, ਕੋਈ ਸੇਵਾਦਾਰ ਸੀ। ਇਹ ਹੈਗੀ 14-15 ਦੀ ਗੱਲ। ਕੈਮਰੇ ਨਹੀਂ ਲੱਗੇ ਸੀ ਉਦੋਂ? ਕੈਮਰਾ ਨਹੀਂ ਲੱਗਾ ਸੀ। ਉਸ ਤੋਂ ਬਾਅਦ ਫਿਰ ਅਸੀਂ ਕੈਮਰਾ ਲਵਾਇਆ। ਪਹਿਲਾਂ ਅਸੀਂ ਛੋਟਾ ਲਵਾਇਆ ਸੀ, ਹੁਣ ਅਸੀਂ ਵੱਡੇ ਲਵਾ ਲਏ। ਤੁਸੀਂ ਤੁਹਾਡੇ ਨਾਲ ਹੀ ਗੁਰੂ ਘਰ, ਤੁਸੀਂ ਜਾਂਦੇ ਹੋ ਤਾਂ ਗੁਰੂ ਘਰ ਜਾਂਦੇ ਮੱਥਾ ਟੇਕਣ? ਨਹੀਂ, ਜਦੋਂ ਅਸੀਂ ਕ੍ਰਿਸਚਨ ਬਣ ਗਏ ਨਹੀਂ ਜਾਂਦੇ, ਪਹਿਲਾਂ ਜਾਂਦੀ ਸੀ। ਤੁਹਾਡਾ ਜੀਵ ਨਹੀਂ ਕਰਦਾ ਵੀ ਉਹੀ ਗੁਰੂ ਘਰ ਆ ਜਿੱਥੇ ਤੁਸੀਂ ਵਿਆਹ ਕੇ ਨੌ ਬਣ ਕੇ ਇੱਕ ਸਿੱਖ ਪਰਿਵਾਰ ਦੀ, ਗ੍ਰੰਥੀ ਸਿੰਘ ਦੀ, ਸੂਰਤ ਸਿੰਘ ਦੀ, ਤੁਸੀਂ ਉਸੇ ਮਕਾਨ 'ਚ ਵੀ ਰਹਿ ਰਹੇ ਹੋ? ਨਹੀਂ, ਇਸ ਟੌਪਿਕ ਤੇ ਨਾ ਗੱਲ ਕਰੋ। ਦੇਖੋ ਜੀ, ਟੌਪਿਕ ਤੁਹਾਡਾ ਮਕਾਨ ਸੂਰਤ ਸਿੰਘ ਸਾਜਨ ਪਾਠੀ ਦਾ ਹੈ? ਨਹੀਂ, ਪਾਠੀ ਦਾ ਨਹੀਂ ਹੈ। ਹਾਂਜੀ, ਇਹ ਮਕਾਨ ਮੇਰਾ, ਮੈਂ ਕਿਰਾਇਆ ਭਰ ਰਹੀ ਹਾਂ 15,000 ਰੁਪਇਆ। ਨਾ ਹੁੰਦੇ ਸੂਰਤ ਸਿੰਘ ਨੇ ਕਦੀ 1 ਰੁਪਇਆ ਕਿਰਾਇਆ ਨਹੀਂ ਤਾਰਿਆ ਤੇ ਨਾ 1 ਰੁਪਇਆ ਮਕਾਨ ਤੇ ਲਾਇਆ ਨਹੀਂ। ਤੇ ਵਿਆਹ ਕੇ ਲਿਆ ਤੇ ਸਾਰੇ ਲੋਕੀ ਆਪਣੇ ਬੱਚੇ ਵਿਆਹੁੰਦੇ ਨੇ। ਦੱਸੋ ਮੈਨੂੰ, ਅਸੀਂ ਵੀ ਤਾਂ ਕੱਲ ਨੂੰ ਵਿਆਹਣੇ ਹੀ ਆ। ਮਾਮਲਾ ਜਿਹੜਾ ਨੇ ਇਹ ਹੈ ਵੀ ਤੁਸੀਂ ਸੂਰਤ ਸਿੰਘ ਸਾਜਨ ਦੀ ਨੌ, ਇੱਕ ਗ੍ਰੰਥੀ ਦੀ ਨੌ ਸੀ। ਇਹ ਮਕਾਨ ਮੈਂ ਗ੍ਰੰਥੀ ਦੀ ਕੁੜੀ ਵੀ ਸੀ। ਹਾਂਜੀ, ਕੱਲੀ ਗ੍ਰੰਥੀ ਦੀ ਨੌ ਨਹੀਂ ਸੀ ਮੈਂ। ਤੁਹਾਡੇ ਮਤਲਬ ਕਿ ਪੇਕੇ ਪਰਿਵਾਰ ਹਾਂ, ਮੇਰੇ ਪੇਕੇ ਪਰਿਵਾਰ ਵੀ ਗ੍ਰੰਥੀ ਸੀ। ਪਰ ਨਹੀਂ, ਹੁਣ ਨਹੀਂ। ਹੁਣ ਮੈਂ ਜੀਸਸ ਨੂੰ ਮੰਨਦੀ ਆ ਤੇ ਜੀਸਸ ਨੂੰ ਹੀ ਤੁਹਾਡਾ ਮੰਨਦੀ। ਪੇਕਾ ਪਰਿਵਾਰ ਵੀ ਕਨਵਰਟ ਹੋਇਆ ਜਾਂ ਨਹੀਂ ਹੋਇਆ? ਮੇਰੀ ਭਰਜਾਈ ਔਰ ਭਤੀਜਾ ਔਰ ਭਾਂਜਾ ਉਹ ਹੋ ਗਏ ਕੁਝ ਪਰਿਵਾਰ ਵਿੱਚੋਂ ਮਤਲਬ? ਹਾਂਜੀ, ਕੁਝ ਉਹਨਾਂ ਦੀ ਪਰਸਨਲ। ਚਲੋ ਉਹ ਤਾਂ ਪਰਸਨਲ ਹੈ ਜੀ। ਦੇਖੋ ਜਿਹੜਾ ਮਾਮਲਾ ਨਾ, ਜਿਹੜਾ ਤੁਹਾਡਾ ਮਾਮਲਾ ਸ਼ੁਰੂ ਜਿੱਥੋਂ ਹੁੰਦਾ ਉਹ ਇਹੀ ਹੈ। ਇੱਥੋਂ ਹੀ ਆ ਵੀ ਜਿਹੜਾ ਮਾਮਲਾ ਵੀ ਤੁਹਾਨੂੰ ਪਤਾ, ਜਿਹੜੀ ਵੀਡੀਓ ਵਾਇਰਲ ਇਹ ਕ੍ਰਿਸਚੀਅਨ ਬਣਨ ਤੋਂ ਨਹੀਂ ਹੋਈ। ਕ੍ਰਿਸਚੀਅਨ ਬਣਨ ਤੋਂ ਨਹੀਂ ਹੋਈ। ਜਿਹੜਾ ਅੱਜ ਮੁੱਦਾ ਨਾ ਜੀ, ਜੋ ਅੱਜ ਬੱਚਾ ਜਾਂ ਕੱਲ ਨੂੰ ਬਣ ਕੇ ਤੁਹਾਡੇ ਸਾਹਮਣੇ ਆਉਣਾ, ਉਹ ਇਹ ਕਹਿ ਰਹੇ ਅਸੀਂ ਤਾਂ ਸਵਾਲ ਕਰ ਰਹੇ ਹਾਂ ਕਿਉਂਕਿ ਸਵਾਲ ਪੁੱਛਣਾ ਜ਼ਰੂਰੀ ਆ। ਫਿਰ ਤੁਸੀਂ ਕਹੋਗੇ ਸਾਨੂੰ ਸਵਾਲ ਨਹੀਂ ਕੀਤਾ ਹੈ, ਤੁਹਾਡੇ ਮਨ 'ਚ ਵੀ ਰਹੂਗਾ ਵੀ ਆਇਆ ਕੀ ਗੱਲ ਕਰਕੇ। ਹਾਂਜੀ, ਨਹੀਂ ਦੱਸੋ ਜੀ। ਇੱਕ ਕੋਈ ਪ੍ਰਸ਼ਾਦ ਨੂੰ ਲੈ ਕੇ, ਕੋਈ ਪ੍ਰਸ਼ਾਦ ਇੱਥੇ ਇਦਾਂ ਕੁਝ ਹੋਇਆ? ਕੀ ਹੋਇਆ? ਉਹ ਜੋ ਇਹਨਾਂ ਨੇ ਪ੍ਰਸ਼ਾਦ ਇਹਨਾਂ ਬਾਹਰ ਸੁੱਟਿਆ, ਤੁਹਾਨੂੰ ਦਿਖਾਇਆ ਵੀਡੀਓ। ਪ੍ਰਸ਼ਾਦ ਦੀ ਇਹਨਾਂ ਨੇ ਐਡੀ ਥਾਲੀ ਭਰੀ, ਇੱਥੇ ਗੇਟ ਦੇ ਅੱਗੇ ਢੇਰੀ ਲਾਤੀ। ਮੈਂ ਇਹਨਾਂ ਨੂੰ ਬੋਲਿਆ ਗੁਰਪੁਰਬ ਵਾਲੇ ਦਿਨ ਕਿ ਤੁਸੀਂ ਬੇਅਦਬੀ ਕਰ ਰਹੇ ਹੋ। ਕਿਉਂ ਕਰ ਰਹੇ ਹੋ ਬੇਅਦਬੀ? ਠੀਕ ਹੈ, ਮੈਂ ਕ੍ਰਿਸਚਨ ਆ, ਪਰ ਬੇਅਦਬੀ ਹੁੰਦੀ ਦੇਖੂੰਗੀ ਤੇ ਫਿਰ ਤੇ ਬੋਲੂੰਗੀ ਮੈਂ। ਉਹਨਾਂ ਦਾ ਪੱਖ ਇਹ ਹੈ ਕਿ ਕ੍ਰਿਸਚਨ ਜਿਹੜੇ ਉਹ ਪ੍ਰਸ਼ਾਦ ਨਹੀਂ ਲੈਂਦੇ, ਨਾਲੀ 'ਚ ਸੱਟ ਦਿੰਦੇ ਆ। ਨਹੀਂ, ਅਸੀਂ ਤਾਂ ਨਹੀਂ ਸੁੱਟਿਆ। ਤੁਸੀਂ ਦੇਖ ਲਓ, ਸੁੱਟਦਾ ਦੇਖ ਲਓ। ਅਸੀਂ ਤਾਂ ਨਹੀਂ ਸੁੱਟਿਆ। ਅਸੀਂ ਪ੍ਰਸ਼ਾਦ ਲੈਂਦੇ ਨਹੀਂ। ਅਸੀਂ ਨਾਲੀ 'ਚ ਕਿਉਂ ਸੁੱਟਣਾ ਆ? ਅਸੀਂ ਕਿਉਂ ਬੇਅਦਬੀ ਕਰਨੀ ਆ? ਫੁਟੇਜਸ ਹੈਗੀਆਂ, ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ।
ਤੁਹਾਨੂੰ ਦਿੰਦੇ ਆ ਪ੍ਰਸ਼ਾਦ ਜਦੋਂ ਨਹੀਂ ਕੋਈ ਦਿਖਾ ਦਿਨ ਦੇ ਕੋਈ ਗੱਲ ਨਹੀਂ ਕੈਮਰਾ ਨਹੀਂ। ਚੱਲੀ ਜਾਂਦਾ ਉਹ। ਲੰਗਰ ਮੈਨੂੰ ਦਿੰਦੇ ਸੀ, ਮੈਂ ਅੱਗੋਂ ਹੱਥ ਜੋੜ ਦਿੱਤੇ ਵੀ ਨਹੀਂ ਖਾਣਾ। ਨਹੀਂ ਖਾਂਦੇ ਤੁਸੀਂ? ਨਹੀਂ ਵਜ੍ਹਾ ਕੀ ਸੀ? ਕੇਸ ਚੱਲਦਾ ਸੀ ਤਾਂ ਨਹੀਂ ਲਿਆ? ਨਹੀਂ, ਨਹੀਂ ਸਾਡੀ ਮਨ ਦੀ ਇੱਛਾ ਹੈ। ਸਾਡੇ ਮਨ ਦੀ ਇੱਛਾ ਹੈ। ਅਸੀਂ ਲੰਗਰ ਪ੍ਰਸ਼ਾਦ ਨਹੀਂ, 20 ਤੋਂ ਪਹਿਲਾਂ ਖਾ ਲੈਂਦੇ ਸੀ। ਪਹਿਲਾਂ ਖਾ ਲੈਂਦੇ ਸੀ, ਹੁਣ ਨਹੀਂ ਖਾਣਾ। ਜਦੋਂ ਦਾ ਇਹਨਾਂ ਨਾਲ ਸਾਡੇ ਸਾਡੇ ਨਾਲ ਅੱਗੇ ਜਦੋਂ ਜੇ ਸਾਨੂੰ ਕੁਝ ਪਾ ਕੇ ਦੇ ਦੇਣਗੇ ਵਿੱਚ, ਫਿਰ ਅਸੀਂ ਕਿੱਧਰ ਜਾਵਾਂਗੇ ਦੱਸੋ ਮੈਨੂੰ? ਉੱਥੇ ਰੱਖੋ ਇਹ ਰਾਜੇ ਸੰਗਤ ਕੁਝ ਨੇ ਚੱਪਲਾਂ ਜੁੱਤੀਆਂ ਆਪਣੀਆਂ ਸਾਰੀਆਂ ਇੱਥੇ ਰੱਖੀਆਂ। ਉਹਨਾਂ ਦਾ ਮੈਨੇਜਰ ਸਾਹਿਬ ਵੀ ਇੱਥੇ ਆਉਂਦਾ, ਕੁਲਵੰਤ ਸਿੰਘ ਚੈਨ ਨਾਮ ਉਹਨਾਂ ਹਾਂਜੀ, ਕੀ ਕਹਿੰਦੇ ਹੋ? ਇਹ ਉਦਣ ਇੱਥੇ ਹੀ ਸੀ ਨਿਸ਼ਾਨ ਸਾਹਿਬ ਜਿੱਦਣ ਚੜਾਇਆ। ਉਹੀ ਬੰਦੇ ਅੰਦਰ ਵਾੜ ਕੇ ਜਾਂਦਾ ਜਦੋਂ ਅਸੀਂ ਕਹੀਏ ਤੇ ਜੀ। ਗੇਟ ਕੱਢੋ। ਅੱਛਾ ਉਹ ਕਰਕੇ ਜਾਂਦਾ। ਹਾਂਜੀ, ਉਹ ਇੱਕ ਤੁਹਾਡੇ ਕਰਕੇ ਤੇ ਕਾਰਵਾਈ ਦੀ ਮੰਗ ਕਰਦੇ, ਕਹਿੰਦੇ 295 ਦਾ ਪਰਚਾ ਹੋਣਾ ਚਾਹੀਦਾ। ਅੱਛਾ ਜੀ, ਵੀ ਇਹਨਾਂ ਨੇ ਬੇਅਦਬੀ ਕੀਤੀ, ਕੀ ਕਹੋਗੇ? ਅਸੀਂ ਕੀਤੀ ਨਹੀਂ। ਇਹਨਾਂ ਤੇ ਹੋਣੀ ਚਾਹੀਦੀ ਬੇਅਦਬੀ, ਇਹਨਾਂ ਕੀਤੀ ਹੈ ਕਾਦੀ ਜੀ? ਆਹ ਨਿਸ਼ਾਨ ਸਾਹਿਬ ਦੀ। ਤੁਸੀਂ ਦੱਸੋ, ਬਾਥਰੂਮ ਬਣਿਆ ਹੈ ਅੱਗੇ ਨਿਸ਼ਾਨ ਸਾਹਿਬ ਗਟਰ ਦੇ ਉੱਤੇ ਲਾਇਆ, ਇਹਨਾਂ ਤੇ ਨਹੀਂ ਪਰਚਾ ਹੋਣਾ ਚਾਹੀਦਾ? ਮੇਰੇ ਤੇ ਕਿਉਂ ਹੋਣਾ ਚਾਹੀਦਾ? ਮੈਂ ਥੋੜੀ ਲਾਇਆ, ਇਹਨਾਂ ਨੇ ਨਿਸ਼ਾਨ ਸਾਹਿਬ ਲਾਇਆ। ਦਾ ਜਿਹੜਾ ਨਹੀਂ, ਜਿੱਦਾਂ ਨਿਸ਼ਾਨ ਸਾਹਿਬ ਦਾ ਜਿਹੜਾ ਥੜਾ ਸਾਹਿਬ ਹੈਗਾ, ਇਹਦੇ ਤੇ ਪੋਚੇ ਤੇ ਹੋਰ ਗੰਦੀਆਂ ਮੰਦੀਆਂ ਚੀਜ਼ਾਂ ਕੁਛ ਨਹੀਂ, ਅਸੀਂ ਬੇਵਕੂਫ ਥੋੜੀ ਹੈਗੇ ਤਸਵੀਰ ਆ। ਦਿਖਾਈ ਉਹਨਾਂ ਨੇ ਸਾਨੂੰ। ਤੇ ਫਿਰ ਉਹਨਾਂ ਨੇ ਸਾਨੂੰ ਕਿਉਂ ਕੁਛ ਨਹੀਂ, ਇੱਕ ਸਿਰਫ ਨਾਰੀਅਲ ਤੇਲ ਦਾ ਡੱਬਾ ਪਿਆ ਸੀ, ਹਾਂ, ਇਹ ਕੋਈ ਹੋਰ ਕੁਛ ਨਹੀਂ ਪਿਆ ਸੀ। ਮਿਰਚਾਂ ਸੁੱਕਣੇ ਪਾਈਆਂ ਹੁਣ ਨਾ ਲਾ ਨਾ ਕੁਛ ਨਹੀਂ ਪਿਆ ਸੀ। ਪੋਚਾ ਵੀ ਹੈਗਾ, ਉਹ ਉਹਨਾਂ ਨੇ ਦਿਖਾਇਆ ਸਾਨੂੰ। ਨਹੀਂ, ਪੋਚਾ ਤੇ ਕੋਈ ਵੀ ਨਹੀਂ ਉੱਤੇ ਪਿਆ ਸੀ। ਜੇ ਉਹਨਾਂ ਨੇ ਚੁੱਕ ਕੇ ਰੱਖਤਾ ਹੋਵੇ ਤੇ ਸਾਨੂੰ ਨਹੀਂ ਪਤਾ, ਪਰ ਅਸੀਂ ਤੁਹਾਡੇ ਪੋਚਾ ਕੈਮਰੇ ਲੱਗੇ ਹੋ ਤਾਂ ਪਤਾ ਲੱਗ ਜਾਣਾ ਚਾਹੀਦਾ ਵੀ ਕਲੀਅਰ ਕਰ ਲਓ ਕਿੰਨੀ ਤਰੀਕ ਹਾਂ, ਸੀ। ਲੱਗ ਜਾਣਾ ਚਾਹੀਦਾ। ਜਗ੍ਹਾ ਦੇ ਰੋਲੇ ਨੂੰ ਧਰਮ ਦਾ ਮੁੱਦਾ ਜਾਣਬੁੱਝ ਕੇ ਕਿਉਂ ਬਣਾਇਆ ਜਾ ਰਿਹਾ? ਉਹ ਵੀ ਉਦੋਂ ਜਦੋਂ ਅਸੀਂ ਕ੍ਰਿਸਚੀਅਨ ਬਣ ਗਏ। ਜਗ੍ਹਾ ਦਾ ਰੋਲਾ ਤੇ 2011 ਦਾ ਥੋੜਾ ਜਿਹਾ ਚੱਲਦਾ। ਨੇੜੇ ਆ ਕੇ ਬੋਲ ਦਿਓ ਰਾਜੇ, ਆਵਾਜ਼ ਆ ਜਾਊਗੀ। ਹਾਂਜੀ ਜਗ੍ਹਾ ਦਾ ਰੋਲਾ ਤੇ 2011 ਦਾ ਚੱਲ ਰਿਹਾ ਨਾ ਜੀ। ਤੇ ਜਦੋਂ ਅਸੀਂ ਕ੍ਰਿਸਚੀਅਨ ਬਣ ਗਏ, ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਪਰਿਵਾਰ ਮਸੀਹ ਬਣ ਗਿਆ, ਤੇ ਹੁਣ ਸਾਡਾ ਵਿਰੋਧ ਕਿਉਂ ਕਰ ਰਹੇ ਨੇ? ਧਰਮ ਨੂੰ ਪਰ ਵਿੱਚ ਰੌਲਾ ਕਿਉਂ ਤਾਂ ਲੈ ਕੇ ਤੁਹਾਡਾ ਆ ਉਦੋਂ ਰਹੇ ਹੀ ਚੱਲ ਰਿਹਾ। ਉਦੋਂ ਤਾਂ ਤੁਸੀਂ ਸਿੱਖ ਉਦੋਂ ਸੀ। ਅਸੀਂ ਕ੍ਰਿਸਚੀਅਨ ਥੋੜੀ ਸੀ, ਜੋ ਇਹ ਹੁਣ ਤੇ ਫਿਰ ਸਿੱਖਾਂ ਦੇ ਨਹੀਂ ਬਣੇ ਨਾ, ਸਿੱਖਾਂ ਦੇ ਨਹੀਂ ਨਾ ਬਣੇ। ਹਾਂਜੀ, ਨਹੀਂ ਬੜੇ ਨੇ ਉਦੋਂ, ਦੱਸੋ ਮੈਨੂੰ। ਉਦੋਂ ਅਸੀਂ ਸਿੱਖ ਹੀ ਸੀ ਨਾ, ਨਹੀਂ ਸਾਡੇ ਬਣੇ। ਡਿਸਪਿਊਟ ਤਾਂ ਜਗ੍ਹਾ ਤੁਹਾਡਾ ਦਾ ਉਦੋਂ ਵੀ ਸੀ ਰੌਲਾ ਜਦੋਂ ਦਾ ਤੁਸੀਂ ਸਿੱਖ ਸੀ। ਸੀ। ਇਹ ਕੇਸ ਹਾਰ ਗਏ ਨੇ ਤੇ ਇਹਨਾਂ ਨੂੰ ਜਿੱਦ ਕਿਸ ਗੱਲ ਦੀ ਆ? ਤੁਸੀਂ 2020 ਚ ਬਣੇ ਕ੍ਰਿਸਚੀਅਨ, ਹਾਂਜੀ ਤਾਂ ਰੌਲਾ ਤੁਹਾਡਾ 2011 ਦਾ, ਉਹ ਤੁਸੀਂ ਸਿੱਖ ਸੀ। ਹਾਂਜੀ। ਰੌਲਾ ਤੁਹਾਡਾ ਕ੍ਰਿਸਚੀਅਨ ਬਣ ਕਰਕੇ ਨਹੀਂ ਹੈਗਾ। ਸਿੱਖ ਪਰਿਵਾਰ ਹਾਂਜੀ, ਸੀ। ਪਰ ਉਹ ਸਿੱਖ ਪਰਿਵਾਰ ਚ ਸੀ। ਬਣਾ ਰਹੇ ਨੇ ਕਿ ਸਿੱਖ ਇਹਨਾਂ ਪਰਿਵਾਰ ਚ ਨੇ ਸੀ, ਗੁਰਦੁਆਰੇ ਚ ਰੌਲਾ ਹੁਣ ਨਾਅਰੇ ਬਣਾ ਲਾਏ ਨੇ, ਰਿਹਾ। ਆਹ ਕੀਤਾ, ਇਹਨਾਂ ਦੀ ਨਿਊਜ਼ ਅਸੀਂ ਵੀ ਦੇਖੀ ਆ। ਹਾਂ। ਕ੍ਰਿਸਚੀਅਨ ਬਣੇ ਆ, ਚਲੋ ਠੀਕ ਆ, ਇਹ ਵੀ ਤਾਂ ਪਾਠ ਆਪਣਾ ਕਰਦੇ ਆ। ਅਸੀਂ ਕਦੇ ਕੋਈ ਸਵਾਲ ਨਹੀਂ ਉਠਾਇਆ ਕਿ ਤੁਹਾਡੀ ਆਵਾਜ਼ ਉੱਚੀ ਹੈ ਜਾਂ ਤੁਸੀਂ ਕਿਉਂ ਇਦਾਂ ਕਰਨਾ ਹੈ। ਅਸੀਂ ਕਦੇ ਨਹੀਂ ਰੋਕਦੇ। ਫਿਰ ਜੇ ਅਸੀਂ ਆਪਣੇ ਪਰਮੇਸ਼ਵਰ ਨੂੰ, ਜਿਹਨੂੰ ਅਸੀਂ ਪਰਮੇਸ਼ਵਰ ਮੰਨਦੇ ਆ, ਅਸੀਂ ਉਹਦੀ ਆਰਾਧਨਾ ਸਤੂਤੀ ਕਰਨੀ ਹੈ, ਜੇ ਸਾਡੀ ਆਵਾਜ਼ ਥੋੜੀ ਜਿਹੀ ਉੱਚੀ ਹੋ ਜਾਂਦੀ ਹੈ ਤੇ ਇਹਦੇ 'ਚ ਅਸੀਂ ਗੁਰਦੁਆਰੇ ਦਾ ਵਿੱਚ ਰੌਲਾ ਕਿੱਥੋਂ ਆ ਜਾਂਦਾ? ਅਸੀਂ ਤਾਂ ਨਹੀਂ ਕਹਿ ਰਹੇ ਨਾ ਕਿ ਗੁਰਦੁਆਰੇ ਨੂੰ ਅਸੀਂ ਆਪਣੇ ਅੰਡਰ ਲੈਣਾ। ਅਸੀਂ ਤਾਂ ਆਪਣੀ ਜਗ੍ਹਾ 'ਚ ਹੀ ਆ, ਸਾਡੇ ਕੈਮਰਾਸ ਲੱਗੇ ਆ, ਅਸੀਂ ਕਦੇ ਇਹਨਾਂ ਦੀ ਪ੍ਰਾਪਰਟੀ 'ਚ ਦਾਖਲ ਤੁਹਾਡਾ ਨਹੀਂ ਨਾਮ ਕੀ ਹੁੰਦੇ। ਤਨਵੀਰ ਕੌਰ। ਤੁਸੀਂ ਇਹਨਾਂ ਦੇ ਬੇਟੇ ਹੋ? ਹਾਂਜੀ। ਪਰ ਇਹ ਜਗ੍ਹਾ ਵਕਫ ਬੋਰਡ ਨੇ ਉੱਥੇ ਜਦੋਂ 47 ਚ ਵੰਡ ਹੋਈ, ਸਾਨੂੰ ਪਤਾ ਤੁਹਾਡੇ ਇਲਾਕੇ 'ਚ, ਫਿਰੋਜ਼ਪੁਰ 'ਚ, ਜਲਾਲਾਬਾਦ 'ਚ, ਫਾਜ਼ਿਲਕਾ 'ਚ ਬਹੁਤ ਸਾਰੇ ਪਿੰਡ ਆ ਜਿੱਥੇ ਮਸੀਤਾਂ 'ਚ ਗੁਰੂ ਮਹਾਰਾਜ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਨਾ। ਕਈ ਥਾਵਾਂ ਤੇ ਮੰਦਿਰ ਵੀ ਬਣੇ। ਖੈਰ ਮੰਦਿਰ ਤਾਂ ਲੱਖਾਂ ਚੋਂ ਇੱਕ ਜ਼ਿਲ੍ਹੇ ਦੇ ਵਿੱਚ ਹੈ ਹੀ ਹੈ। ਤਾਂ ਉਹ ਜਗ੍ਹਾ ਦਾ ਮਾਲਕ ਵਕਫ ਬੋਰਡ ਹੀ ਹੈ। ਪਰ ਉਹ ਭਰੱਪੇ ਨਾਲ ਜਿੱਦਾਂ ਪਿੰਡ ਲੱਗਿਆ ਵੀ ਚਲੋ ਗੁਰੂ ਘਰ ਬਣਾ ਲਓ, ਸਾਂਝੇ 2-4 ਵਿੱਚ ਮੁਸਲਮਾਨ ਪਰਿਵਾਰ ਸੀ ਨਾ। ਤਾਂ ਮੇਰਾ ਇਹ ਹੈ ਵੀ ਇਹ ਜਗ੍ਹਾ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਬਦੌਲਤ ਹੀ ਮਿਲੀ, ਉਹਨਾਂ ਦਾ ਕਹਿਣਾ। ਕਿਉਂਕਿ ਸੂਰਤ ਸਿੰਘ ਸਾਜਨ ਤੁਹਾਡੇ ਦਾਦਾ ਜੀ ਇੱਥੇ ਗੁਰਦੁਆਰੇ ਸੀ। ਦੀ ਬਦੌਲਤ ਨਹੀਂ ਮਿਲੀ, ਸਾਨੂੰ ਵਕਫ ਬੋਰਡ ਜਦੋਂ ਵਾਲਿਆਂ ਸਾਡਾ ਨੇ ਥੋੜ੍ਹਾ ਖੁਦ ਜਿਹਾ ਦਿੱਤੀ ਹੈ। ਪਰਿਵਾਰਕ ਰੌਲਾ ਬਣਿਆ, ਉਹਦੀ ਅਸੀਂ ਕਾਗਜ਼ ਹੈ ਵਕਫ ਤੁਹਾਡੇ ਬੋਰਡ ਕੋਲ? ਨੂੰ ਜਾ ਕੇ ਮਿਲੇ, ਅਸੀਂ ਦਿਖਾ ਸਕਦੇ ਆਪਣੇ ਹੋ? ਨਾਮ ਆਪਣੀ ਹਾਂਜੀ, ਜਗ੍ਹਾ ਦੀ ਦਿਖਾ ਲੀਜ਼ ਕਰਵਾਈ। ਦਿਖਾਇਓ ਰਾਜੇ। ਬੇਟਾ ਇਹ ਜਗ੍ਹਾ ਨੂੰ ਕਬਜ਼ਾ ਤੁਹਾਨੂੰ ਵਕਫ ਬੋਰਡ ਨੇ ਬਾਅਦ 'ਚ ਦਿੱਤਾ ਜਾਂ ਪਹਿਲਾਂ ਹੀ ਸੀਗਾ? ਨਹੀਂ, ਪਹਿਲਾਂ ਹੀ ਕਬਜ਼ਾ ਮੇਰੇ ਸੀਗਾ। ਫਾਦਰ ਸਾਹਿਬ ਤੁਹਾਡੇ ਇੱਥੇ born ਤੁਹਾਡੇ ਹੋਏ ਸਹੁਰਾ ਆ। ਸਾਹਿਬ ਕੋਲ ਸੀ ਨਾ ਉਹ। ਸੋਹਰਾ ਸਾਹਿਬ ਮੇਰੇ ਕੋਲੇ ਦਾਦਾ ਨਹੀਂ ਜੀ ਸੀ। ਕੋਲ ਸੋਹਰਾ ਕੋਈ ਸਾਹਿਬ ਤੁਹਾਨੂੰ ਕਬਜ਼ਾ ਦੱਸਿਆ ਨਹੀਂ ਕਿ ਸੀਗਾ। ਉਹ ਟੀਨ ਦੇ ਥੱਲੇ ਰਹਿੰਦੀ ਰਹੀ ਹੈ ਮੇਰੀ ਸੱਸ। ਸਾਡੇ ਫਾਦਰ ਦੀ ਇਹ ਜਗ੍ਹਾ ਤੇ ਉਦੋਂ ਕੌਣ ਰਹਿ ਰਿਹਾ ਸੀਗਾ? ਇਸ ਜਗ੍ਹਾ ਤੇ ਕੋਈ ਨਹੀਂ ਰਹਿ ਰਿਹਾ ਸੀ। ਪਿੱਛੇ ਵੀ ਜਗ੍ਹਾ ਉੱਥੇ ਕੋਈ ਨਹੀਂ ਰਹਿ ਰਿਹਾ ਸੀ। ਇਕੱਠੀ ਸੀ। ਕੰਧ ਤਾਂ ਬਾਅਦ 'ਚ ਕੱਢੀ ਗਈ ਹੈ। ਕੰਧ ਤੇ ਬਾਅਦ ਚ ਕੱਢੀ ਗਈ ਆ, ਇਕੱਠੀ ਸੀ, ਪਰ ਉਹ ਵਰਤਦਾ ਉਨੀ ਸੀ ਨਾ। ਇਹ ਤੇ ਸਾਡੇ ਕੋਲ ਹੀ ਸੀ ਨਾ। ਉਦੋਂ ਗੇਟ ਕਿੱਥੇ ਸੀ? ਉਦੋਂ ਗੇਟ ਇੱਕ ਉੱਧਰ ਸੀ। ਆਹ ਥਾਂ ਕਿੱਥੇ ਸੀ ਉਦੋਂ? ਇਹ ਇੱਥੇ ਹੀ ਸੀ ਜਿੱਥੇ ਹੈਗਾ। ਨਹੀਂ ਮਤਲਬ ਇਹਦੀ ਵਰਤੋਂ 'ਚ ਕੀ ਸੀਗਾ ਉਦੋਂ? ਇਹਦੀ ਵਰਤੋਂ ਚ ਘਰ ਆ ਸਾਡਾ। ਜਦੋਂ ਮੇਰੇ ਨਹੀਂ, ਮੰਮਾ ਉਦੋਂ ਵਿਆਹ ਤੁਹਾਡੇ ਕੇ ਸਹੁਰਾ ਆਏ ਸਾਹਿਬ ਦਾ ਆ, ਵੀ ਘਰ ਸੀ? ਕੁਛ ਨਹੀਂ ਸੀ ਇੱਥੇ ਹੈਗਾ, ਨਾ ਕੋਈ ਬਾਥਰੂਮ, ਨਾ ਫਲਸ਼, ਕੁਛ ਨਹੀਂ ਸੀ ਹੈਗਾ ਜਦੋਂ ਮੈਂ ਵਿਆਹੀ ਆਈ ਆ। ਜਦੋਂ ਇਹਦੇ ਪਾਪਾ ਬਾਹਰ ਗਏ ਨੇ ਫਿਰ ਮੈਂ ਮਕਾਨ ਉਹ ਤਾਂ ਬਣਾਇਆ। 2012 ਜਦੋਂ- ਚ ਨੇ ਜਦੋਂ 35 ਸਾਲ ਤੁਹਾਡੇ ਵਿਆਹ ਨੂੰ ਹੋ ਗਏ। ਮੇਰੇ ਪਾਪਾ ਸ਼ੁਰੂ ਤੋਂ ਉਵੇਂ ਹੀ ਰਹਿੰਦੀ ਰਹੀ ਆ, ਕਦੇ ਉਵੇਂ ਦੁਬਈ ਰਹਿੰਦੀ ਚਲੇ ਰਹੀ ਆ। ਗਏ, ਨਹੀਂ ਕਦੇ ਚਲੋ ਮੈਨੂੰ ਇੱਕ ਚੀਜ਼ ਦਾ ਗੱਲ ਦੱਸਿਓ, tours ਜਦੋਂ ਲਗਾਉਂਦੇ ਹੁੰਦੇ ਸੀ। ਤੁਹਾਡੇ ਪਤੀ ਬਾਹਰ ਜਾਂਦੇ, ਤੁਸੀਂ ਕਹਿੰਦੇ ਕਿ ਉਦੋਂ ਬਾਅਦ ਦੇ ਵਿੱਚ ਆਇਆ, ਪਰ ਕੇਸ ਵੀ ਉਦੋਂ ਹੀ ਲੱਗ ਜਾਂਦਾ। ਉਸ ਤੋਂ ਪਹਿਲਾਂ ਤੁਸੀਂ ਇੱਥੇ ਉਸ ਕਦੋਂ ਤੋਂ ਬਣਾਉਣ ਦੀ ਪਹਿਲਾਂ ਕੋਸ਼ਿਸ਼ ਇਹਦੇ ਕੀਤੀ? ਪਾਪਾ ਨੂੰ 25 ਸਾਲ ਹੋ ਗਿਆ ਬਾਹਰ ਜਾਂਦਿਆਂ ਨੂੰ। ਤੁਸੀਂ ਉਹ ਵਕਫ ਜਾਂਦੇ ਬੋਰਡ ਤੋਂ ਸੀ ਕਦੋਂ ਲਿਖਤੀ ਰੂਪ 'ਚ ਲਿਆ? 11 ਵਿੱਚ। 11 ਤੋਂ ਪਹਿਲਾਂ ਇਸ ਥਾਂ ਨੂੰ ਵਰਤ ਰਹੇ ਸੀ ਤੁਸੀਂ, ਮਕਾਨ ਪਾ ਲਏ ਸੀ? ਹਾਂਜੀ ਹਾਂਜੀ, ਮਕਾਨ ਪਾ ਮਤਲਬ ਕਿ ਲਿਆ ਤੁਸੀਂ ਸੀ। ਉਦੋਂ ਭਰਪੇ ਤੌਰ ਤੇ ਇੱਥੇ ਮਕਾਨ ਪਾ ਲਏ ਸੀ? ਮਕਾਨ ਪਾ ਉਸ ਲਏ ਤੋਂ ਸੀ। ਬਾਅਦ ਵਿੱਚ ਤੁਸੀਂ ਕਾਗਜ਼ੀ ਕਾਰਵਾਈ ਪੂਰੀ ਹਾਂ, ਕੀਤੀ ਹੈ? ਕਾਗਜ਼ੀ ਕਾਰਵਾਈ ਪੂਰੀ ਕੀਤੀ। ਕਹਿਣ ਦਾ ਮਤਲਬ ਉਹਨਾਂ ਦਾ ਇਹ ਹੈ ਵੀ ਅਸੀਂ ਪਹਿਲਾਂ ਇੱਥੇ ਇਸ ਥਾਂ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਇਹਨਾਂ ਕਾਗਜ਼ੀ ਕਾਰਵਾਈ ਪੂਰੀ ਕੀਤੀ।
ਕਿਉਂਕਿ ਉਹ ਕਿਰਾਇਆ ਲੈਣ ਆਉਂਦੇ ਹੁੰਦੇ ਸੀ ਅੱਛਾ ਤੇ ਫਿਰ ਕਿਰਾਇਆ ਦੇਣਾ, ਫਿਰ ਕਾਗਜ਼ੀ ਕਾਰਵਾਈ ਵੀ ਤੇ ਪੂਰੀ ਕਰਨੀ ਹੁੰਦੀ ਹੈ ਨਾ। ਜੀ ਆਹ ਵਕਫ ਬੋਰਡ ਦਾ ਨਕਸ਼ਾ ਜੋ ਅਸੀਂ ਲੀਜ਼ ਦੇ ਵਿੱਚ ਲਗਾਇਆ ਸੀ, ਇਹਨਾਂ ਦਾ ਉਧਰ ਹੈਗਾ ਗੇਟ ਜੋ ਕਿ ਇਹ ਕੱਢਦੇ ਨਹੀਂ ਹੈਗੇ। ਨਹੀਂ ਇਹ ਵਕਫ ਬੋਰਡ ਦਾ ਹੈ? ਹਾਂਜੀ, ਕਿਵੇਂ ਮੰਨ ਵਕਫ ਸਕਦੇ ਆ ਕਿ ਬੋਰਡ ਵਕਫ ਬੋਰਡ ਦਾ ਇੱਕ ਕਾਗਜ਼ ਹੋਰ ਹੋਏਗਾ। ਇਹ ਵਕਫ ਬੋਰਡ ਦਾ ਮੰਨ ਕਿਵੇਂ ਸਕਦੇ ਆ ਆਪਾਂ, ਕੁਝ ਦੱਸ ਸਕਦੇ ਇੱਕ ਆ? ਮਿੰਟ ਤੁਹਾਨੂੰ ਮੋਹਰ ਲੱਗੀ ਵਿਖਾਉਣੀ ਆ ਮੈਂ, ਦੂਜਾ ਲਿਆਉਂਦੀ ਹੈ। ਇਹ ਇਹਨਾਂ ਦਾ ਨਹੀਂ ਗਾ, ਇਹ ਤੇ ਇਹਨਾਂ ਨੇ ਬਣਾਇਆ ਹੈ ਆਪ, ਉਤੋਂ ਕਢਾਇਆ ਇਹ ਕੋਰਟ ਦੇ ਵਿੱਚੋਂ। ਅੱਛਾ ਇਹ ਵਕਫ ਬੋਰਡ ਦਾ ਨਹੀਂ ਹੈ। ਵਕਫ ਬੋਰਡ ਵਾਲਾ ਦੂਜਾ ਹੈ ਜਿਹਦੇ ਤੇ ਮੇਰੀ ਫੋਟੋ ਵੀ ਲੱਗੀ ਹੋਏਗੀ, ਪੰਜਾਬ ਵਕਫ ਬੋਰਡ। ਜਿਨ੍ਹਾਂ ਤੋਂ ਅਸੀਂ ਲੀਜ਼ ਕਰਵਾਈ ਹੋਈ। ਜੀ ਇਹ ਨਕਸ਼ਾ ਇਹ ਨਕਸ਼ਾ ਹਾਂਜੀ, ਇਹ ਇਹਦਾ ਨਕਸ਼ਾ ਗੇਟ ਜਿਹੜਾ ਤੁਸੀਂ ਦੱਸਦੇ ਹੋ ਉਧਰਲੇ ਪਾਸੇ ਦਿਖਾਇਓ। ਇਹ ਮੇਰੇ ਖਿਆਲ ਸਾਡੀ ਜਗ੍ਹਾ ਆ ਇਹ ਵਾਲੀ, ਠੀਕ ਹੈ। ਆ ਇਹਨਾਂ ਦਾ ਗੇਟ ਹੈ ਇੱਧਰ, ਆ ਇਹਨਾਂ ਦਾ ਗੁਰਦੁਆਰਾ ਹੈ। ਆ ਪਿੱਛੇ ਆ ਜਗ੍ਹਾ ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਸਾਰੀਆਂ ਉਹਨਾਂ ਇਹ ਗੁਰਦੁਆਰਾ ਤੁਹਾਡੇ ਸਾਹਮਣੇ? ਹਾਂਜੀ ਇਹ ਗੁਰਦੁਆਰਾ, ਇਹ ਉਹਦਾ ਗੇਟ ਹੈ। ਇਹ ਕਿੰਨੇ ਦਾ ਨਕਸ਼ਾ? ਇਹ ਸਾਨੂੰ ਹੋ ਗਿਆ ਆਰਡਰ ਜਾਂ ਕੁਝ ਉਹ ਹਰ ਸਾਲ ਦਿੰਦੇ ਨੇ ਜਦੋਂ ਲੀਜ਼ ਕਰਾਓ। ਆਪਾਂ ਹਾਂਜੀ ਇਹ 7/12/2015 ਦੀ ਹੈ। ਹਾਂਜੀ 2015 ਦੇ ਵਿੱਚ, ਪਰ ਉਦੋਂ ਗੇਟ ਨਹੀਂ ਸੀਗਾ ਨਾ, ਪਰ ਨਕਸ਼ੇ 'ਚ ਬੋਲਦਾ ਤੁਹਾਡੇ ਕਹਿਣ ਦਾ ਮਤਲਬ। ਨਕਸ਼ੇ ਉਹਨਾਂ ਦੇ ਨਕਸ਼ੇ 'ਚ ਬੋਲਦਾ ਹੈ ਨਾ, ਉਹਨਾਂ ਦਾ ਤੇ ਨਕਸ਼ਾ ਉਹਨਾਂ ਦੇ ਹੱਥਾਂ ਦਾ ਬਣਿਆ ਇਹ ਹੁੰਦਾ ਉਹਨਾਂ ਹੈ। ਦੀ ਮੋਹਰ ਲੱਗੀ ਹੋਈ ਹੈ? ਇਹ ਉਹਨਾਂ ਦੀ ਮੋਹਰ ਲੱਗੀ ਹੋਈ ਹੈ। ਕਿੱਥੇ ਬੋਲ ਰਿਹਾ? ਇਹ ਵੀ ਗੇਟ ਬੋਲਦਾ? ਉਧਰ ਗੇਟ ਬੋਲਦਾ। ਇਹ ਵਾਲਾ ਗੇਟ ਹਾਂਜੀ ਇਹ ਹੈਗਾ ਗੇਟ ਇਹ ਗੇਟ ਤੁਹਾਡੇ ਵਾਲਾ ਸਾਡੇ ਗੇਟ ਚ, ਇਹ ਸਾਡੇ ਚ ਆ ਰਿਹਾ ਇੱਧਰ, ਇਧਰਲੀ ਸਾਈਡ। ਇੱਧਰਲੀ ਸਾਈਡ ਆ ਰਿਹਾ। ਜਿਹੜੇ ਆ ਹਾਂਜੀ ਇਹ ਇੱਧਰ ਆ ਰਿਹਾ, ਇਹਨਾਂ ਦਾ ਗੇਟ ਇੱਧਰ ਆ ਰਿਹਾ। ਇਹ ਮਕਾਨ ਇਹ ਤਾਂ ਉਧਰ ਉਹਨਾਂ ਇਹ ਦਾ ਉਧਰ ਆ ਮਕਾਨ ਜਿਹੜੇ ਖੁੱਲਾ ਛੱਡਿਆ, ਇਧਰ ਗੇਟ ਖੁੱਲਾ ਛੱਡਿਆ ਨਹੀਂ ਦਿਖਾ ਰਹੇ। ਆ ਦੇਖੋ ਛੱਡਿਆ। ਇਹ ਤਾਂ ਗੁਰਦੁਆਰਾ ਸਾਹਿਬ ਦਾ ਤੁਸੀਂ ਦੱਸ ਰਹੇ ਹੋ। ਨਹੀਂ, ਗੁਰਦੁਆਰਾ ਦੇਖੋ ਆ ਰਿਹਾ ਆ ਚੀਜ਼ ਓਪਨ। ਇਹ ਸਾਡੀ ਆ ਨਾ, ਜਿਹੜਾ ਤੀਰ ਬਣਿਆ ਇਹ ਹਨਾ? ਸਾਡੀ ਹੈ। ਹਾਂਜੀ ਇਹ ਤੁਹਾਡਾ, ਇਹ ਤੁਹਾਡੇ ਸਾਡਾ ਹੈ। ਵਰਤੋਂ 'ਚ ਆ ਗਿਆ, ਇਹ ਠੀਕ ਹੈ। ਵਿਨੋਦ ਕੁਮਾਰ। ਇਹ ਇੱਥੇ ਦੇਖ ਕਿੱਥੇ ਗੇਟ ਲਿਖਿਆ ਆ। ਗੇਟ ਤਾਂ ਆਹੀ ਹੈ ਨਾ, ਆ ਵੇਖੋ ਆ ਮਸਜਿਦ ਆ ਮਸਜਿਦ ਹੈ ਤੇ ਆ ਰਿਹਾ ਮਸੀਤ ਹੀ ਬੋਲਦੀ ਕਾਗਜ਼ ਹਾਂ। ਨਾ। ਆ ਇਹਨਾਂ ਦਾ ਦਰਵਾਜ਼ਾ ਗੇਟ ਦਿਖਾਇਆ ਗਿਆ, ਠੀਕ ਹੈ। ਇਹ ਸਾਡਾ ਗੇਟ ਹੈ, ਇਹ ਸਾਡੇ ਮਤਲਬ ਰੂਮ ਬਣੇ ਹੋਏ ਆ, ਇਹ ਕੁਲਦੀਪ? ਬਾਥਰੂਮ। ਇਹ ਤੁਹਾਡਾ ਨਾਮ? ਹਾਂਜੀ ਕੁਲਦੀਪ ਕੌਰ ਹਾਂਜੀ। ਜੀ। ਇਹ ਗੁਰਦਾਰੇ ਦੀ ਪਿਛਲੀ ਜਗ੍ਹਾ, ਇੱਥੇ ਵੀ ਦੁਕਾਨ ਬਣੀ ਹੈ। ਹੋਰ ਹੈ, ਚਲ ਤੁਸੀਂ ਮੈਨੇਜਰ ਸਾਹਿਬ ਨਾਲ ਗੱਲਬਾਤ ਕਰ ਲਈ। ਹਾਂਜੀ ਤੁਹਾਡੇ ਕਹਿਣ ਦਾ ਮਤਲਬ ਵੀ ਉਹ ਇੱਥੇ ਗੁੰਡੇ ਲੈ ਕੇ ਜਾਂ ਕੁਛ, ਹੁਣ ਤੁਹਾਡਾ ਕਹਿਣ ਦਾ ਮਤਲਬ ਵੀ ਜੱਟਾਂ ਦੇ ਮੁੰਡੇ ਲੈ ਕੇ ਇੱਥੇ ਆ ਗਏ, ਹੱਥਾਂ 'ਚ ਕਿਰਪਾਨਾਂ ਡਾਂਗਾਂ ਜਾਂ ਕੁਛ ਵੀ ਹਾਂਜੀ, ਸੀਗਾ। ਹਾਂਜੀ। ਤੁਹਾਡੇ ਘਰੇ ਬੱਚੀਆਂ ਗੱਲੀਆਂ ਸੀ। ਹਾਂਜੀ ਜਿਵੇਂ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਉਹ ਮਾਨਵਤਾ ਦੇ ਜਥੇਦਾਰ ਮੰਨੇ ਜਾਂਦੇ ਆ, ਨਾ ਹਾਂਜੀ। ਕਿ ਉਹ ਇਕੱਲੇ ਸਿੱਖਾਂ ਦੇ ਜਥੇਦਾਰ। ਉੱਥੇ ਕੋਈ ਵੀ ਅਪੀਲ ਦਲੀਲ ਲੈ ਕੇ ਜਾਵੇ, ਤੁਸੀਂ ਹਾਂਜੀ। ਜਾਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ ਮੈਂ ਨਹੀਂ ਗਈ। ਭਰੋਸਾ ਨਹੀਂ ਸੀ? ਨਹੀਂ, ਕਿਹੜੀ ਗੱਲ ਦਾ? ਕਿਉਂਕਿ ਸ਼੍ਰੋਮਣੀ ਕਮੇਟੀ ਦੇ ਨਾਲ ਅੰਦਰ ਵਾੜੀ ਹੋਈ ਆ। ਸੁਖਬੀਰ ਬਾਦਲ ਨੂੰ ਇੱਕ ਵਾਰੀ ਮੈਂ ਲੈਟਰ ਪਾਈ ਸੀ ਜੀ। ਤੇ ਉਹਨੇ ਅੱਗੋਂ ਮੈਨੂੰ ਇਹ ਜਵਾਬ ਦਿੱਤਾ ਸੀ ਸ਼੍ਰੋਮਣੀ ਕਮੇਟੀ ਵੇਖੂਗੀ, ਤੇ ਸ਼੍ਰੋਮਣੀ ਕਮੇਟੀ ਦੇ ਅੰਦਰ ਵਾੜੀ ਹੀ ਇਹਨਾਂ ਨੇ, ਤੇ ਸ਼੍ਰੋਮਣੀ ਕਮੇਟੀ ਨੂੰ ਮੈਂ ਕੀ ਕਹਿੰਦੀ। ਇੱਕ ਉਹ ਦੱਸਦੇ ਕਿ ਹਰਜਿੰਦਰ ਸਿੰਘ ਜਿੰਦੂ ਐਮਐਲਏ ਵੀ ਤੁਹਾਡੀ ਮਦਦ ਕਰਦਾ ਸੀ ਪਹਿਲਾਂ ਕੋਈ, ਹਾਂਜੀ ਕਰਦਾ ਸੀ। ਪਰ ਉਹ ਵੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨਾਲ ਸੰਬੰਧਿਤ, ਤੇ ਇਹ ਹਾਂਜੀ। ਕੀ ਇੱਥੇ ਕਿਵੇਂ ਤਾਲਮੇਲ ਜਾਂ ਨਹੀਂ ਜੁੜਦਾ ਦਿਸਦਾ? ਤੁਸੀਂ ਉਹਨਾਂ ਨੂੰ ਨਹੀਂ ਕਿਹਾ ਵੀ ਕਰਵਾ ਦਿਓ ਜੋ ਹੱਲ ਹੁੰਦਾ? ਨਹੀਂ ਉਹ ਮੈਨੂੰ, ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਕਰੂਗਾ। ਅੱਛਾ, ਹਾਂਜੀ ਇਹ ਕਿੰਨੇ ਸਾਲ ਤੱਕ ਗੱਲ ਆ? ਮਤਲਬ ਜਿੰਨੀ ਦੇਰ ਉਹ ਐਮਐਲਏ ਰਹੇ, ਹੁਣ ਉਹ ਐਮਐਲਏ ਤੇ ਹੈ ਨਹੀਂਗੇ। 17 ਤੱਕ ਸੀ ਹੈ ਨਾ? ਹਾਂਜੀ 17 ਤੱਕ ਸੀ, ਉਸ ਤੋਂ ਬਾਅਦ ਉਹ ਆਉਂਦੇ ਆ, ਹਾਂਜੀ। ਸਤਿਕਾਰ ਕੌਰ ਗਹਿਰੀ ਆਉਂਦੀ ਹੈ ਹਾਂਜੀ ਇੱਥੇ। ਹਾਂਜੀ ਅੱਛਾ, ਉਦੋਂ ਤੱਕ ਇਹ ਨਹੀਂ ਬੋਲੇ? ਨਹੀਂ ਬੋਲਦੇ ਸੀ, ਮਤਲਬ ਉਹ ਰੋਕ ਦਿੰਦੇ ਸੀ। ਉਹ ਮੇਰੇ ਸਹੁਰੇ ਨੂੰ ਸਮਝਾਉਂਦੇ ਰਹੇ ਆ ਹਾਂ, ਕਿ ਤੂੰ ਜਾ ਇਹਨਾਂ ਦੇ ਨਾਲ ਰਹਿ, ਤੂੰ ਬੱਚੇ ਇਕੱਲੇ ਹੁੰਦੇ, ਤੂੰ ਕਿਉਂ ਇਹਨਾਂ ਨੂੰ ਛੱਡ ਕੇ ਜਾਣਾ ਆ। ਉਹ ਪਾਸੇ ਰਹਿਣ ਲੱਗ ਗਏ ਤੁਹਾਡੇ ਸਹੁਰਾ? ਉਹ ਸਹੁਰਾ ਮੇਰਾ ਆਪਣੇ ਮੁੰਡੇ ਦੂਜੇ ਕੋਲੇ ਚਲਾ ਗਿਆ ਸੀ, ਕਿਹੜੇ ਵੀ ਪਿੰਡ? ਮੈਂ ਇਹਨਾਂ ਦੇ ਨਾਲ ਨਹੀਂ ਰਹਿਣਾ। ਕਿਹੜੇ ਏਰੀਆ? ਉਹ ਸਾਡੇ ਨਾਲ ਨਹੀਂ ਬੋਲਦੇ। ਨਹੀਂ ਮਤਲਬ ਏਰੀਆ ਕਿਹੜੇ 'ਚ ਰਹਿ ਰਹੇ ਹੋ ਜੋ? ਟੈਂਕ ਵਾਲੀ ਬਸਤੀ ਅੱਛਾ, ਰਹਿੰਦੇ ਇੱਥੇ ਨੇ। ਇੱਥੇ ਹੀ, ਐਸੇ ਹਾਂਜੀ ਜੀ ਸ਼ਹਿਰ 'ਚ? ਮਤਲਬ ਸਾਡੇ ਨਾਲ ਉਹਨਾਂ ਦਾ ਬੋਲ ਚਾਲ ਨਹੀਂ ਹੈਗਾ। ਜੋ ਸਾਡੇ ਘਰ 'ਚ ਹੋਇਆ ਸੀ ਉਹਨਾਂ ਦਾ ਹੱਥ ਸੀਗਾ ਵਿੱਚ, ਤੇ ਅਸੀਂ ਉਹਨਾਂ ਨਾਲ ਬੋਲਦੇ ਚੱਲਦੇ ਨਹੀਂ। ਮਤਲਬ ਜੋ ਤੁਹਾਡੇ ਬੱਚੇ ਬਿਮਾਰ ਰਹਿੰਦੇ ਸੀ ਉਹਦੇ 'ਚ ਕਹਿ ਰਹੇ ਕਿ ਜੋ ਹੋਰ ਕੁਝ ਹੋਇਆ ਸੀ? ਉਹਦੇ 'ਚ ਨਹੀਂ, ਮਤਲਬ ਘਰ 'ਚ ਜੋ ਵੀ ਰੋਲਾ ਸੀਗਾ ਉਹ ਉਹਨਾਂ ਦੀ ਵਜ੍ਹਾ ਨਾਲ ਪਿਆ ਸੀ। ਤੁਹਾਡੇ ਸਹੁਰਾ ਸਾਹਿਬ ਦੀ? ਹਾਂਜੀ ਸਹੁਰਾ ਜੇਠ ਜਠਾਣੀ। ਹਾਂਜੀ ਉਦੋਂ ਸਹੁਰਾ ਜੇਠ ਜਠਾਣੀ ਵੀ ਇਸੇ ਘਰ 'ਚ ਰਹਿੰਦੇ ਸੀ? ਨਹੀਂ, ਅਲੱਗ ਰਹਿ ਕੇ ਵੀ ਉਹਨੂੰ ਚੁੱਕਣਾ ਭਰਦੇ ਰਹਿੰਦੇ ਹੁੰਦੇ ਸੀ। ਤੇ ਉਹਨਾਂ ਦੀ ਡੈਥ ਕਿੰਨੇ 'ਚ ਹੋਈ? ਮੈਨੂੰ ਪਤਾ ਨਹੀਂ ਕਿੰਨੇ 'ਚ ਡੈਥ ਹੋਈ ਉਹਨਾਂ ਦੀ। 2015 ਚ ਹੋਈ ਹੈ। 15 'ਚ। 2015 'ਚ ਹੋਈ। ਹਾਂਜੀ। ਉਦੋਂ ਉੱਥੇ ਉਸ ਘਰ ਦੇ ਵਿੱਚ ਹੋਈ? ਹਾਂਜੀ ਉਹਨਾਂ ਦੇ ਘਰ 'ਚ ਹੀ ਹੋਈ ਹੈ। ਸਾਡੇ ਘਰ 'ਚ ਜੇ ਉਹਦੀ ਸਾਡੇ ਘਰ 'ਚ ਹੋ ਜਾਂਦੀ ਨਾ, ਤਾਂ ਸਾਡੇ ਤੇ ਇਲਜ਼ਾਮ ਲੱਗਣਾ ਸੀ। ਅੱਛਾ ਫਿਰ ਸਾਡੇ ਤੇ ਆਉਣਾ ਸੀ ਇਲਜ਼ਾਮ ਵੀ ਇਹਨਾਂ ਦੀ ਵਜ੍ਹਾ ਨਾਲ ਹੋਈ ਹੈ। ਅੱਛਾ। ਸਾਡੇ ਵਾਸਤੇ ਉਹ ਚੰਗਾ ਹੀ ਹੋ ਗਿਆ ਕਿ ਉਹ ਉੱਥੇ ਚਲਾ ਗਿਆ। ਤੇ ਜਿਵੇਂ ਇੱਕ ਭਾਈਚਾਰਕ ਤੌਰ ਤੇ ਕੋਈ ਵੀ ਧਰਮ ਕਿਸੇ ਨਾਲ ਬੈਠ ਕੇ ਸਮਝੌਤਾ ਹੋ ਜਾਂਦਾ ਹੁੰਦਾ, ਬਹੁਤ ਤਰ੍ਹਾਂ ਦੇ ਸਮਝੌਤੇ ਹੁਣ ਤੱਕ ਹੋਏ, ਇਹ ਵੀ ਇਤਿਹਾਸ ਵੀ ਬੋਲਦਾ। ਤੁਸੀਂ ਆਪਣੇ ਭਾਈ ਦੇਖੋ ਮੇਰੀ ਗੱਲ ਸੁਣੋ, ਆਪਣੇ ਜਿਵੇਂ ਤੁਹਾਡੇ ਮੈਂ ਲਾਸਟ ਗੱਲ ਕਰੂੰਗੀ। ਨਹੀਂ ਕੋਈ ਗੱਲ ਨਹੀਂ, ਮੈਂ ਲਾਸਟ ਗੱਲ ਕਰੂੰਗੀ। ਮੈਂ ਇਹਦੇ ਨਾਲ ਸਮਝੌਤਾ ਕਰਨਾ ਚਾਹਿਆ, ਕਿਹਦੇ ਨਾਲ? ਅਮਰੀਕ ਨਾਲ, ਅਮਰੀਕ ਸਿੰਘ। ਕਿ ਮੈਂ ਸਮਝੌਤਾ ਕਰ ਲੈਣੀ ਆ
ਮੈਂ ਇਹਨੂੰ ਕਿਹਾ ਸੀ ਸਿਰਫ ਉਹ ਕਮਰੇ ਤੈਨੂੰ ਛੱਡ ਦਿੰਨੀ, ਉਹ ਬਾਥਰੂਮ ਤੱਕ ਛੱਡ ਦਿੰਨੀ ਆ। ਤੁਹਾਡਾ ਕਹਿੰਦਾ ਮਤਲਬ ਉਹ ਥਾਂ ਛੱਡ ਦਿੰਨੇ ਆ। ਹਾਂ ਛੱਡ ਦਿੰਨੀ ਆ ਮੈਂ ਤੈਨੂੰ, ਤੇ ਆ ਬਾਥਰੂਮ ਤੱਕ ਤੂੰ ਛੱਡ ਦੇ। ਕਹਿੰਦਾ ਨਹੀਂ ਮੈਂ ਤੇ ਇੱਥੋਂ ਤੱਕ ਤੈਨੂੰ ਜਗ੍ਹਾ ਦਊਂਗਾ, ਤੇ ਮੈਂ ਤੇ ਜ਼ਿਆਦਾ ਜਗ੍ਹਾ ਤੇਰੀ ਤੇ ਹੈ ਹੀ ਨਹੀਂਗੀ, ਫਿਰ ਤੂੰ ਮੈਨੂੰ ਕੀ ਦੇਂਗਾ? ਸਮਝੌਤੇ ਵਾਲੇ ਪਾਸੇ ਤੇ ਆਉਂਦਾ ਹੀ ਨਹੀਂਗਾ, ਤੇ ਮੈਂ ਕਿਵੇਂ ਸਮਝੌਤਾ ਕਰਾਂ? ਮੇਰੇ ਕਹਿਣ ਦਾ ਮਤਲਬ ਇਹ ਸੀ ਜਿਵੇਂ ਤੁਸੀਂ ਆਪਦੇ ਕੋਈ ਜੋ ਹੋ ਗਿਆ ਹੁਣ ਕੋਰਟ ਦੇ ਵਿੱਚ ਕੇਸ ਆ। ਹਾਂ ਜੇ 295 ਦਾ ਮੇਰੇ ਤੇ ਪਰਚਾ ਜੇ ਬਣਦਾ ਹੈ ਨਾ, ਜੇ ਬਣਦਾ ਹੈ, ਤੇ ਉਹ ਕੋਰਟ ਆਪੇ ਦੇਖ ਲੇਗੀ। ਕੋ ਦਰਵਾਜ਼ਾ ਕੱਢ ਜਦੋਂ ਕੋਰਟ ਦੇ ਵਿੱਚ ਕੇਸ ਲੱਗਾ, ਉਹਦੀਆਂ ਗਵਾਹੀਆਂ ਆ, ਹੁਣ ਆਪਣਾ ਇਹ ਦਰਵਾਜ਼ਾ ਕੱਢ ਲੈਣ, ਲੜਾਈ ਮੁੱਕ ਜਾਂਦੀ ਹੈ, ਕੋਈ ਲੜਾਈ ਨਹੀਂ ਰਹਿੰਦੀ। ਜਿਵੇਂ ਤੁਸੀਂ ਕਹਿ ਰਹੇ ਕਿ ਕੋਰਟ ਦੇ ਵਿੱਚ ਚੱਲਦਾ, ਕੋਰਟ ਦੇ ਬਾਹਰ ਵੀ ਲਿਖਿਆ ਹੁੰਦਾ ਹੈ ਕਿ ਜੇਕਰ ਤੁਸੀਂ ਘਰੇ ਬੈਠ ਕੇ ਪਰਿਵਾਰਕ ਤੌਰ ਤੇ ਕੋਈ ਸਮਝੌਤਾ ਕਰਨਾ ਚਾਹੁੰਦੇ ਤੇ ਉਸ ਨੂੰ ਪਹਿਲ ਆ। ਕੋ ਸਮਝੌਤਾ ਜੇ ਕਰਨਾ ਸਮਝੌਤਾ ਕਰਨਾ ਤੇ ਸੈਪਰੇਟ ਹੋ ਜੇ, ਬਸ ਇਹੀ ਸਮਝੌਤਾ ਹੈ। ਮੈਂ ਬੱਚੇ ਲੈ ਕੇ ਤੇ ਇੱਥੋਂ ਉੱਠਣਾ ਨਹੀਂਗਾ ਜੀ ਨਹੀਂ, ਉਹ ਤਾਂ ਚਲੋ ਤੁਹਾਡੀ ਜੋ ਵੀ ਆ, ਤੁਹਾਡਾ ਇੱਥੇ ਬੈਠੇ ਹੋ, ਤੁਹਾਡਾ ਜੋ ਵੀ ਕਾਗਜ਼ ਪੱਤਰ ਆ, ਪਰ ਅਸੀਂ ਜੋ ਤੁਹਾਡੀ ਗੱਲ ਆਈ ਸੀ ਉਹਦਾ ਪੱਖ ਲੈਣ ਆਏ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ।